ਸਫਰ ਟੀਵੀ ਦੇ ਨਾਲ ਜੁੜ ਚੁੱਕੇ ਸਾਰੇ ਦੋਸਤਾਂ ਮਿੱਤਰਾਂ ਨੂੰ ਕਮਲਦੀਪ ਸਿੰਘ ਗਿੱਲ ਵੱਲੋਂ ਪਿਆਰ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਔਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਦੋਸਤੋ, ਨਵੇਂ ਸਾਲ ਦਾ ਇਹ ਪਹਿਲਾ ਪ੍ਰੋਗਰਾਮ ਪੰਜਾਬ ਪੁਆਇੰਟ ਸਫਰ ਟੀਵੀ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿਉਂਕਿ ਕੁਝ ਛੁੱਟੀਆਂ ਚੱਲ ਰਹੀਆਂ ਸੀਗੀਆਂ ਔਰ ਨਾਲ ਦੀ ਨਾਲ ਨਵੇਂ ਸਾਲ ਦੇ ਵਿੱਚ ਆਪਾਂ ਐਂਟਰ ਹੋ ਰਹੇ ਸੀਗੇ। ਸੋ ਇਸ ਵਜ੍ਹਾ ਕਰਕੇ ਜਿਹੜਾ ਪਿਛਲੇ 2 ਦਿਨ ਥਰਸਡੇ ਤੇ ਫਰਾਈਡੇ ਵਾਲੇ ਦਿਨ ਪ੍ਰੋਗਰਾਮ ਨਹੀਂ ਹੋ ਸਕਿਆ। ਸੋ ਅੱਜ ਇਹ ਪਹਿਲਾ ਪ੍ਰੋਗਰਾਮ ਨਵੇਂ ਸਾਲ ਦੇ ਵਿੱਚ 2021 ਦੇ ਵਿੱਚ ਲੈ ਕੇ ਹਾਜ਼ਰ ਹਾਂ। ਸਾਰੀਆਂ ਅਪਡੇਟਸ ਕੀ ਪੰਜਾਬ ਦੀਆਂ ਗੱਲਾਂ ਬਾਤਾਂ ਨੇ, ਕੀ ਇੰਡੀਆ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਆਪਾਂ ਨੂੰ ਪਤਾ ਹੀ ਆ ਕਿ ਜਿਹੜਾ ਚੱਲ ਰਿਹਾ ਇੰਨੇ ਮਹੀਨਿਆਂ ਤੋਂ, ਸੋ ਜਿਹੜੀ ਉਹਦੇ ਵਿੱਚ ਲੇਟੈਸਟ ਆਪਾਂ ਨੂੰ ਆਸ ਸੀ ਕਿ ਨਵੇਂ ਸਾਲ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਹੋਏਗਾ ਔਰ ਪੋਜ਼ਿਟਿਵ ਰਿਜ਼ਲਟਸ ਹੋਣਗੇ, ਪਰ ਮਸਲਾ ਜਿਉਂ ਦਾ ਤਿਉਂ ਬਣਿਆ ਹੋਇਆ ਔਰ ਕੋਈ ਜਿਹੜਾ ਰਿਜ਼ਲਟ ਆ ਉਹ ਆਪਣੇ ਸਾਹਮਣੇ ਆ ਕਿ ਜਿਹੜੀ ਅੱਜ ਫਿਰ ਮੀਟਿੰਗ ਸੀਗੀ ਉਹ ਵੀ ਬੇਸਿੱਟਾ ਰਹੀ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਔਰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲਾ ਫਿਊਚਰ ਇਸ ਜਿਹੜਾ ਐਜੀਟੇਸ਼ਨ ਹੈ, ਇਹ ਮੂਵਮੈਂਟ ਆ, ਇਹਦਾ ਕੀ ਹੋਏਗਾ। ਇਹ ਸਾਰੀਆਂ ਗੱਲਾਂ ਬਾਤਾਂ ਅੱਜ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਨੀਆਂ ਨੇ। ਸੋ ਜ਼ਰੂਰ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ ਅੱਗੇ ਦੀ ਅੱਗੇ ਔਰ ਨਾਲ ਦੀ ਨਾਲ ਅਗਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ 905 866 8100 ਸਟੂਡੀਓ ਦੇ ਨੰਬਰ ਨੇ, ਤੁਸੀਂ ਲਾਈਵ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਕਿ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕੀਤੀ ਆ ਕਿ ਨਵਾਂ ਸਾਲ ਆ, ਆਗਾਜ਼ ਹੋ ਗਿਆ, ਨਵੇਂ ਸਾਲ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ, ਪਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਨਵਾਂ ਸਾਲ ਮਨਾਉਂਦੇ ਸੀ, ਖੁਸ਼ੀ ਹੁੰਦੀ ਸੀ, ਉਹ ਖੁਸ਼ੀ ਇਸ ਵਾਰ ਚਿਹਰਿਆਂ ਦੇ ਉੱਤੇ ਕਿਤੇ ਜਾ ਕੇ ਨਜ਼ਰ ਨਹੀਂ ਆਈ। ਰੀਜ਼ਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅਗਰ ਸਾਡੇ ਭੈਣ ਭਰਾ, ਸਾਡੇ ਮਾਤਾ ਪਿਤਾ ਜਿਹੜੇ ਕਿਸਾਨ ਉੱਥੇ ਰੁਲ ਰਹੇ ਨੇ ਸੜਕਾਂ ਦੇ ਉੱਤੇ, ਸੋ ਅਗਰ ਉਹ ਸੜਕਾਂ ਦੇ ਉੱਤੇ ਬੈਠੇ ਨੇ ਤਾਂ ਅਸੀਂ ਨਵੇਂ ਸਾਲ ਨੂੰ ਕਿਸ ਹਿਸਾਬ ਦੇ ਨਾਲ ਮਨਾ ਸਕਦੇ ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਸੋ ਜ਼ਰੂਰ ਇਹਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਨੇ, ਤੁਸੀਂ ਸਾਡੇ ਨਾਲ ਜੁੜੇ ਰਹਿਣਾ ਠੀਕ 1 ਘੰਟਾ। ਸੋ ਚੰਡੀਗੜ੍ਹ ਸਟੂਡੀਓ ਤੋਂ ਮੇਰੇ ਨਾਲ ਗੌਰਵ ਵਾਲੀਆ ਜੀ ਜੁੜ ਚੁੱਕੇ ਨੇ। ਗੌਰਵ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਮਨ ਜੀ, ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਨਵੇਂ ਸਾਲ ਦੀ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰ ਮੁਬਾਰਕਾਂ ਦੇ ਨਾਲ ਇਹ ਜਿਹੜਾ ਨਵਾਂ ਸਾਲ ਹੈਗਾ, ਇਹ ਨਵਾਂ ਵਰ੍ਹਾ ਜਿਹੜਾ ਹੈਗਾ, ਬਹੁਤ ਸਾਰੇ ਚੈਲੰਜਸ ਸਾਡੇ ਸਾਹਮਣੇ ਲੈ ਕੇ ਆਇਆ। ਕਮਨ ਜੀ, ਬਿਲਕੁਲ ਅਧਕਥਨੀ ਨਹੀਂ ਹੋਏਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਹਰ ਵਾਰ ਦੀ ਤਰ੍ਹਾਂ ਇੱਕ ਹੁੰਦਾ, ਇੱਕ ਚਾਹ ਹੁੰਦਾ ਕਿ ਨਵਾਂ ਸਾਲ ਆਏਗਾ, ਬਹੁਤ ਕੁਝ ਅਸੀਂ ਕਰਾਂਗੇ। ਪਰ ਇਸ ਵਾਰ ਸਭ ਤੋਂ ਵੱਡਾ ਚੈਲੰਜ ਦਾ ਸਾਡੇ ਸਾਹਮਣੇ, ਸਾਡੇ ਪੰਜਾਬੀਆਂ ਦੇ, ਸਾਡੇ ਭਾਰਤੀਆਂ ਦੇ, ਕਿਸਾਨਾਂ ਦੇ, ਸਾਰਿਆਂ ਦੇ ਸਾਹਮਣੇ ਇਹੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਾਡੇ ਜਿਹੜੇ ਹਮਸਾਇਆ ਨੇ, ਜਿਹੜੇ ਸਾਡੇ ਆਪਣੇ ਨੇ, ਉਹ ਜਿਹੜੇ ਸੜਕਾਂ 'ਤੇ ਬੈਠੇ ਨੇ, ਸਭ ਤੋਂ ਪਹਿਲਾਂ ਉਹ ਆਪਣੇ ਘਰ ਆਉਣ। ਇਹ ਜਿਹੜੇ ਕਾਨੂੰਨ ਹੈ ਜਿਸ ਦੀ ਉਹ ਰੱਦ ਕਰਨ ਦੀ ਗੱਲ ਕਰ ਰਹੇ ਨੇ, ਮੰਗ ਕਰ ਰਹੇ ਨੇ ਇਹਨਾਂ ਦਿਨਾਂ ਤੋਂ, ਉਹ ਮਾਮਲਾ ਜਿਹੜਾ ਸੁਲਝ ਜਾਵੇ। ਸਭ ਤੋਂ ਵੱਡੀ ਜਿਹੜੀ ਅਪਡੇਟ ਹੈ ਇਸ ਵੇਲੇ ਦੀ ਅਸੀਂ ਦਰਸ਼ਕਾਂ ਨੂੰ ਦੇ ਦਈਏ ਕਿ ਜਿਹੜੀ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ 8ਵੇਂ ਦੌਰ ਦੀ, ਯਾਨੀ 8ਵੇਂ ਗੇੜ ਦੀ ਜਿਹੜੀ ਇਹ ਬੈਠਕ ਸੀਗੀ, ਉਹ ਵੀ ਬੇਸਿੱਟਾ ਰਹੀ ਹੈ। ਬੇਸਿੱਟਾ ਇਸ ਕਰਕੇ ਕਿਉਂਕਿ ਕੋਈ ਵੀ ਕਨਕਲੂਜਨ ਜਿਹੜਾ ਹੈ ਉਹ ਨਹੀਂ ਨਿਕਲਿਆ। ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਜਦੋਂ ਹੁਣ ਥੋੜ੍ਹੀ ਦੇਰ ਪਹਿਲੇ ਹੀ ਬੈਠਕ ਖਤਮ ਹੋਈ ਹੈ, ਜਦੋਂ ਬਾਹਰ ਆਈਆਂ, ਉਹਨਾਂ ਦਾ ਕਹਿਣਾ ਸੀਗਾ ਕਿ ਸਰਕਾਰ ਦਾ ਵਤੀਰਾ ਪਹਿਲੇ ਜਿਹਾ ਨਹੀਂ ਹੈ, ਕਿਉਂਕਿ ਅੱਜ ਉਮੀਦ ਜਿਹੜੀ ਸੀਗੀ ਬਹੁਤ ਸੀਗੀ ਕਿ ਸ਼ਾਇਦ ਕੁਛ ਨਾ ਕੁਛ ਨਵੇਂ ਸਾਲ 'ਚ ਹੋ ਜਾਵੇ, ਪਰ ਅਜਿਹਾ ਨਵਾਂ ਕੁਛ ਨਹੀਂ ਹੋਇਆ। ਸੋ ਸਭ ਤੋਂ ਵੱਡਾ ਸਵਾਲ ਜਿਹੜਾ ਹੁਣ ਖੜਾ ਹੋ ਰਿਹਾ ਕਿ ਕਿਸਾਨ ਜਥੇਬੰਦੀਆਂ ਦਾ ਬਾਹਰ ਆ ਕੇ ਕੀ ਕਹਿਣਾ ਸੀਗਾ, ਦਰਸ਼ਕਾਂ ਨੂੰ ਉਸ ਚੀਜ਼ ਤੋਂ ਜਾਣੂ ਕਰਵਾ ਦਈਏ। 2 ਵਜੇ ਦੀ ਬੈਠਕ ਸੱਦੀ ਹੋਈ ਸੀਗੀ ਕੇਂਦਰ ਸਰਕਾਰ ਨੇ ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ, ਤੇ 2:50 ਤੇ ਜਿਹੜੇ ਹੈ ਖੇਤੀਬਾੜੀ ਮੰਤਰੀ ਉੱਥੇ ਪਹੁੰਚਦੇ ਨੇ। 3:20 ਦੇ ਉੱਪਰ ਜਿਹੜਾ ਹੈ ਲੰਚ ਦੀ ਗੱਲ ਕਰ ਦਿੱਤੀ ਜਾਂਦੀ ਹੈ। ਲੰਚ ਪਹਿਲੇ ਵਾਂਗ ਹੀ ਗੁਰੂ ਘਰ ਤੋਂ ਆਉਂਦਾ ਹੈ, ਦਿੱਲੀ ਦੇ ਬੰਗਲਾ ਸਾਹਿਬ, ਰਕਾਬਗੰਜ ਸਾਹਿਬ ਤੋਂ, ਤੇ ਉਹ ਲੰਚ ਜਿਹੜਾ ਕੀਤਾ ਜਾਂਦਾ ਹੈ। ਇਸ ਵਾਰ ਕਿਸਾਨਾਂ ਨੇ ਪਹਿਲੇ ਹੀ ਕਿਹਾ ਸੀਗਾ, ਕਿਉਂਕਿ ਤਕਰੀਬਨ 60 ਕਿਸਾਨ ਜਿਹੜੇ ਨੇ ਉਹ ਜਿਹੜੇ ਆਪਣੀ ਜਾਨਾਂ ਗਵਾ ਚੁੱਕੇ ਆ, ਇਸ ਲਈ ਉਹਨਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਦੇਣਾ ਉਹਨਾਂ ਦਾ ਬਣਦਾ ਤੇ ਮੰਗ ਕਰਨਗੇ। ਇਸ ਲਈ ਜਦੋਂ ਬੈਠਕ ਸ਼ੁਰੂ ਹੋਈ, ਕਿਸਾਨ ਸਾਰੇ ਖੜੇ ਹੋਏ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ, ਤੇ ਮਜਬੂਰਨ ਜਿਹੜਾ ਹੈ ਮੰਤਰੀਆਂ ਨੂੰ ਅਤੇ ਜਿਹੜੇ ਹੋਰ ਅਫਸਰ ਹੈ ਉਹਨਾਂ ਨੂੰ ਵੀ ਖੜਾ ਹੋਣਾ ਪਿਆ। ਸੋ ਇਹ ਜਿਹੜਾ ਸੀਗਾ ਅੱਜ ਉਹਨਾਂ ਨੇ ਸ਼ਰਧਾਂਜਲੀ ਜ਼ਰੂਰ ਦਿੱਤੀ ਕਿਉਂਕਿ ਮਜਬੂਰਨ ਉਹਨਾਂ ਨੂੰ ਖੜਾ ਹੋਣਾ ਪਿਆ। ਪਰ ਜਿਹੜੇ 2 ਮੁੱਦੇ ਰਹਿੰਦੇ ਸੀਗੇ, ਪਹਿਲੀ ਅਤੇ ਦੂਜੀ ਜਿਹੜੀ ਸ਼ਰਤ ਸੀਗੀ, ਜਿਹੜੀ ਮੰਗ ਸੀਗੀ, ਉਸ ਦੇ ਉੱਪਰ ਚਰਚਾ ਹੋਈ, ਪਰ ਉਸ ਲੈਵਲ ਦੇ ਉੱਪਰ ਨਹੀਂ ਹੋਈ ਕਿ ਉਹਨਾਂ ਨੂੰ ਰੱਦ ਕਰ ਦਿੱਤਾ ਜਾਏਗਾ। ਕਿਤੇ ਨਾ ਕਿਤੇ ਸਰਕਾਰ ਨੇ ਸਪਸ਼ਟ ਇਹ ਕਿਹਾ ਕਿ ਇਹ ਜਿਹੜੇ 3 ਖੇਤੀ ਕਾਨੂੰਨ ਹੈ ਇਹ ਰੱਦ ਨਹੀਂ ਹੋਣਗੇ। ਸੋਧਾਂ ਵਾਲੀ ਗੱਲ ਜਿਹੜੀ ਹੈਗੀ ਤੁਸੀਂ ਸਾਨੂੰ ਦੱਸ ਦਿਓ। ਜੀ, ਮੈਨੂੰ ਹੁਣ ਆਵਾਜ਼ ਆ ਦੀ ਵਿੱਚ ਥੋੜੀ ਜਿਹੀ ਡਿਸਟਰਬੈਂਸ ਸੀਗੀ ਨਾ। ਓਕੇ, ਹਾਂਜੀ ਠੀਕ ਹੈ ਜੀ, ਬਿਲਕੁਲ ਜੀ।
ਕਾਨੂੰਨ ਜਿਹੜੇ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਰੱਦ ਨਹੀਂ ਹੋਣਗੇ, ਤੁਸੀਂ ਸੋਧ ਜਿਹੜੀ ਕਰਵਾਉਣੀ ਹੈ ਉਹ ਸਾਨੂੰ ਦੱਸ ਦਿਓ, ਪਰ ਕਿਸਾਨਾਂ ਦਾ ਸਿੱਧੇ ਤੌਰ ਤੇ ਕਹਿਣਾ ਸੀਗਾ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਕਿਤੇ ਨਾ ਕਿਤੇ ਜੋ ਗੱਲ ਸਾਹਮਣੇ ਆ ਰਹੀ ਸੀ ਉਹ ਇਹ ਸੀਗੀ ਕਿ ਸ਼ਾਇਦ 4 ਮੰਗਾਂ ਕਿਸਾਨਾਂ ਨੇ ਜਿਹੜੀਆਂ ਰੱਖੀਆਂ, 4 ਸੂਤਰੀ ਏਜੰਡਾ ਜਿਹੜਾ ਸਰਕਾਰ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਨੇ ਘੱਲਿਆ ਸੀਗਾ, ਉਸ ਦੇ ਵਿੱਚੋਂ ਕਿਤੇ ਨਾ ਕਿਤੇ ਕੋਈ ਐਸੀ ਸ਼ਰਤ ਹੋਵੇ ਜਿਸ ਦੇ ਵਿੱਚ ਕੋਈ ਤਰਮੀਮ ਯਾਨੀ ਸੋਧ ਹੋ ਜਾਵੇ ਤੇ ਉਸ ਦੇ ਉੱਪਰ ਕਿਸਾਨ ਜਿਹੜੇ ਹੈ ਕਿਤੇ ਨਾ ਕਿਤੇ ਨਰਮ ਪੈ ਜਾਣ। ਪਰ ਕਿਸਾਨਾਂ ਨੇ ਸਾਫ਼ ਤੌਰ ਦੇ ਉੱਪਰ ਸਪਸ਼ਟ ਕਰਤਾ ਕਿ 4 ਮੰਗਾਂ ਸੀਗੀਆਂ, ਚਾਰੋਂ ਦੀ ਚਾਰੋਂ ਪਹਿਲੇ ਵਾਂਗ ਹੀ ਉਸੇ ਥਾਂ ਤੇ ਖੜੀਆਂ ਨੇ, ਟਿਕੀਆਂ ਹੋਈਆਂ ਨੇ, ਅਸੀਂ ਉਸ ਦੇ ਉੱਪਰ ਅਡਿੱਗ ਹੈ। ਜੀ ਬਿਲਕੁਲ। ਔਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਲੱਗਦਾ ਸੀਗਾ ਕਿ ਜਿਹੜੀ ਇਹ ਮੀਟਿੰਗ ਹੋਊਗੀ ਕਿਤੇ ਨਾ ਕਿਤੇ ਜਾ ਕੇ ਗਵਰਨਮੈਂਟ ਦੇ ਵੱਲੋਂ ਜਿਹੜੇ ਇਹਨਾਂ ਦੇ ਮੰਤਰੀ ਸੀਗੇ ਉਹਨਾਂ ਦੇ ਵੱਲੋਂ ਵੀ ਪੋਜ਼ਿਟਿਵ ਜਿਹੜੀਆਂ ਗੱਲਾਂ ਬਾਤਾਂ ਸੀਗੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਕਿਤੇ ਨਾ ਕਿਤੇ ਜਾ ਕੇ ਜਿਹੜਾ ਕੁਝ ਨਾ ਕੁਝ ਸਿੱਟਾ ਉਹ ਡੈਫੀਨਿਟਲੀ ਇਸ ਮੀਟਿੰਗ ਤੋਂ ਨਿਕਲੂਗਾ। ਪਰ ਰਿਜ਼ਲਟ ਫਿਰ ਸਾਹਮਣੇ ਆ, ਗੱਲਾਂ ਬਾਤਾਂ ਉੱਥੇ ਦੀਆਂ ਉੱਥੇ ਹੀ ਨੇ ਔਰ ਬਾਰ-ਬਾਰ ਉਹੀ ਚੀਜ਼ ਫਿਰ ਰਿਪੀਟ ਹੋ ਰਹੀ ਆ ਕਿ ਜਿਹੜੇ ਕਾਨੂੰਨ ਨੇ ਉਹ ਕਿਤੇ ਨਾ ਕਿਤੇ ਜਾ ਕੇ ਰੱਦ ਨਹੀਂ ਹੋਣੇ। ਔਰ ਤੋਮਰ ਸਾਹਿਬ ਜਿਹੜੀ ਹੈਗੀ ਆ ਇੰਟਰਵਿਊ ਦੇ ਵਿੱਚ ਫਿਰ ਉਹੀ ਗੱਲ ਕਹਿ ਰਹੇ ਨੇ ਜੀ ਅਸੀਂ ਖੁੱਲੇ ਦਿਲ ਦੇ ਨਾਲ ਜਿਹੜੀ ਗੱਲਬਾਤ ਕਰਨ ਲਈ ਤਿਆਰ ਆ। ਸੋ ਮੈਨੂੰ ਅੱਜ ਤੱਕ ਇਹ ਚੀਜ਼ ਦੀ ਸਮਝ ਨਹੀਂ ਆਈ ਕਿ ਕਿਹੜੇ ਖੁੱਲੇ ਦਿਲ ਦੇ ਨਾਲ ਇਹ ਗੱਲਾਂ ਕਰਦੇ ਨੇ ਕਿ ਜਾ ਕੇ ਜਦੋਂ ਗੱਲ ਉੱਥੇ ਦੀ ਉੱਥੇ ਹੀ ਰੱਖਣੀ ਆ। ਸੋ ਮੀਟਿੰਗਸ ਕਰਨ ਦਾ ਫਾਇਦਾ ਕੀ ਆ? ਕੀ ਮੀਟਿੰਗ ਦਾ ਮਤਲਬ ਇਹ ਹੈ ਕਿ ਜੋ ਅਗਰ 7 ਮੀਟਿੰਗਾਂ ਹੁਣ ਤੱਕ ਹੋ ਚੁੱਕੀਆਂ ਨੇ, ਸੋ ਕਿਸੇ ਦੇ ਵਿੱਚ ਥੋੜਾ ਬਹੁਤਾ ਅੱਗੇ ਸਟੈਪ ਅਪ ਤਾਂ ਕੁਝ ਨਾ ਕੁਝ ਹੋਣਾ ਚਾਹੀਦਾ, ਕੋਈ ਨਾ ਕੋਈ ਚੀਜ਼ ਤਾਂ ਨਿਕਲਣੀ ਚਾਹੀਦੀ ਆ, ਪਰ ਰਿਜ਼ਲਟ ਤਾਂ ਕੋਈ ਵੀ ਨਹੀਂ ਨਿਕਲਦਾ। ਉਹੀ ਗੱਲਾਂ ਬਾਤਾਂ 5-7 ਘੰਟੇ ਬੈਠ ਜਾਂਦੇ ਨੇ, ਬੈਠ ਕੇ ਖਾਣਾ ਖਾਦਾ ਹੋਰ ਕੀਤਾ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਜਿਹੜਾ ਉਹੀ ਰਾਗ ਆ ਉਹ ਕਿਤੇ ਨਾ ਕਿਤੇ ਜਾ ਕੇ ਅਲਾਪਿਆ ਜਾਂਦਾ। ਸੋ ਗੌਰਵ ਜੀ ਕੀ ਲੱਗਦਾ ਕਿ ਇਸ ਜਿਹੜੀ ਪੂਰੀ ਮੂਵਮੈਂਟ ਆ ਇਹ ਐਜੀਟੇਸ਼ਨ ਆ, ਇੰਨਾ ਸਮਾਂ ਹੋ ਗਿਆ, 60 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਹੈਗੀ ਆ ਜੀ ਆਲਮੋਸਟ ਡੈਥ ਹੋ ਚੁੱਕੀ ਆ। ਸੋ ਇਹ ਮੂਵਮੈਂਟ ਕਿੱਧਰ ਨੂੰ ਜਾਊਗੀ? ਉਸ ਤੋਂ ਪਹਿਲਾਂ ਆਪਣੇ ਨਾਲ ਕਾਲ ਆ ਜੀ ਇੱਕ, ਆਪਾਂ ਉਹਨਾਂ ਨੂੰ ਔਨ 에ਅਰ ਕਰ ਦਿੰਦੇ ਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਕਮਨ ਜੀ ਤੇ ਗੌਰਵ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਸਾਰੇ ਹੀ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ। ਬਿਲਕੁਲ ਜਿਵੇਂ ਸਾਰਿਆਂ ਨੂੰ ਉਮੀਦ ਸੀ, ਉਡੀਕ ਸੀ ਵੀ 4 ਜਨਵਰੀ ਨੂੰ ਜਿਹੜੀ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿੱਚ ਮੀਟਿੰਗ ਹੋਣੀ ਆ, ਉਹਦੇ ਚ ਕੋਈ ਨਾ ਕੋਈ ਨਤੀਜਾ ਨਿਕਲਣ ਦੀ ਉਮੀਦ ਹੈ। ਬਿਲਕੁਲ। ਪਰ ਸਰਕਾਰ ਦਾ ਜੀ ਜਿਹੜਾ ਰਵੱਈਆ ਬਹੁਤ ਅੜੀਅਲ ਆ ਤੇ ਜਿਹੜੇ ਵੀ ਜਿਨ੍ਹਾਂ ਨੂੰ ਅਸੀਂ ਅੰਧ ਭਗਤ ਕਹਿ ਲਈਦਾ ਹੈ ਨਾ, ਉਹ ਇੱਕੋ ਗੱਲ ਕਹਿੰਦੇ ਨੇ ਵੀ ਜਿਹੜਾ ਫੈਸਲਾ ਨਰਿੰਦਰ ਮੋਦੀ ਨੇ ਕਰਤਾ ਉਹ ਤੋਂ ਪਿੱਛੇ ਨਹੀਂ ਹਟਣਾ ਉਹਨੇ, ਉਹ ਆਪ ਕਹਿੰਦੇ ਨੇ। ਤੇ ਦੂਜਾ, ਜਦੋਂ ਵੀ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਜਿਹੜੇ ਕੇਂਦਰੀ ਮੰਤਰੀ ਨੇ, ਖੇਤੀ ਮੰਤਰੀ ਨੇ ਨਰਿੰਦਰ ਤੋਮਰ, ਉਹ ਮੁੜ ਕੇ ਉਹੀ ਜਿਹੜਾ ਰਾਗ ਅਲਾਪਦੇ ਨੇ ਵੀ ਜਿਹੜੇ ਇਹ ਕਾਨੂੰਨ ਨੇ, ਖੇਤੀ ਕਾਨੂੰਨ ਨੇ, ਇਹ ਕਿਸਾਨਾਂ ਦੇ ਪੱਖ ਦੇ ਵਿੱਚ ਨੇ, ਕਿਸਾਨਾਂ ਦੇ ਬੈਟਰਮੈਂਟ ਲਈ। ਬਿਲਕੁਲ। ਪਰ ਦੂਜੇ ਪਾਸੇ ਜਿਹੜਾ ਉਹਨਾਂ ਨੇ ਹੁਣ ਇੱਕ ਫੇਰ 4 ਦਿਨ ਲੈ ਲਏ ਜੀ। 8 ਤਰੀਕ ਨੂੰ ਫੇਰ 2 ਵਜੇ ਦੁਬਾਰਾ ਮੀਟਿੰਗ ਆ। ਇੱਕ ਤਾਂ 2 ਵਜੇ ਦਾ ਟਾਈਮ ਇਹਨਾਂ ਨੇ ਪਤਾ ਨਹੀਂ ਸ਼ਾਇਦ ਕਿਸੇ ਤੋਂ ਚੜਾਇਆ ਹੋਇਆ। ਬਿਲਕੁਲ। ਹਾਂਜੀ, ਵੀ ਇਹਦੇ ਜਿਹੜੇ ਮੀਟਿੰਗ ਦੇ ਨਤੀਜੇ ਸਾਡੇ ਸਰਕਾਰ ਦੇ ਹੱਕ ਦੇ ਵਿੱਚ ਜਾਣ। ਪਰ ਮੈਨੂੰ ਲੱਗਦਾ ਵੀ ਇਸ ਵਾਰ ਸਰਕਾਰ ਨੂੰ, ਕਿਉਂਕਿ ਇਸ ਵਾਰ ਮੀਟਿੰਗ ਬਹੁਤ ਘੱਟ ਸਮਾਂ ਚੱਲੀ ਹੈ ਜੀ, ਤੇ ਸਰਕਾਰ ਨੂੰ ਜਿਹੜਾ ਸਿੱਧੇ ਲਫ਼ਜ਼ਾਂ ਦੇ ਵਿੱਚ ਕਿਸਾਨ ਆਗੂਆਂ ਨੇ ਕਹਿਤਾ ਵੀ ਸਾਨੂੰ ਇਸ ਤੋਂ ਘੱਟ ਕੁਝ ਨਹੀਂ ਚਾਹੀਦਾ, ਅਸੀਂ ਇਹ ਕਾਨੂੰਨ ਜਿਹੜੇ ਵਾਪਸ ਹੀ ਚਾਹੁੰਦੇ ਆ ਵੀ ਵਾਪਸ ਹੋ ਜਾਣ। ਤੇ ਪਰ ਦੂਜੇ ਪਾਸੇ ਜੇ ਤੁਸੀਂ ਦੇਖੋ ਤਾਂ ਜਿਹੜਾ ਸਰਕਾਰ ਨੇ ਜੀ ਆਪਣੇ ਤੌਰ ਤੇ ਕਈ ਚੀਜ਼ਾਂ ਨੂੰ ਪੁਖਤਾ ਕਰਨਾ ਸ਼ੁਰੂ ਕਰ ਦਿੱਤਾ ਕਿਸਾਨਾਂ ਦੇ ਅਗੇਂਸਟ। ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਰਾਜਸਥਾਨ ਵਾਲੇ ਪਾਸਿਓਂ ਆਉਂਦੇ ਹੋਏ ਕਿਸਾਨਾਂ ਦੇ ਉੱਤੇ ਜਿਹੜਾ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਨੂੰ ਐਵੇਂ ਲੱਗਦਾ ਜਿਵੇਂ ਕਿਸੇ ਹੋਰ ਮੁਲਕ ਦੇ ਲੋਕ ਹੋਣ। ਇੱਕ ਸਰਕਾਰ ਆਪਣੇ ਜਿਹੜੇ ਲੋਕ ਉਹਨਾਂ ਦੇ ਅਗੇਂਸਟ ਅਜਿਹੀ ਕਾਰਵਾਈ ਕਿਵੇਂ ਕਰਵਾ ਸਕਦੀ ਹੈ? ਕਿਉਂਕਿ ਬੀਜੇਪੀ ਦੀ ਸਰਕਾਰ ਆ ਜੀ, ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਕੇਂਦਰ ਦੇ ਵਿੱਚ, ਤੇ ਉਹ ਕਿਵੇਂ ਆਪਣੇ ਲੋਕਾਂ ਨੂੰ ਐਵੇਂ ਟਾਰਗੇਟ ਕਰ ਰਹੇ ਨੇ ਜਿਵੇਂ ਕਿਸੇ ਕੋਈ ਦੁਸ਼ਮਣ ਦੇਸ਼ ਦੇ ਲੋਕ ਹੋਣ ਜਾਂ ਦੁਸ਼ਮਣ ਦੇਸ਼ ਕੋਈ ਹਮਲਾ ਕਰ ਰਿਹਾ ਇਸ ਕੰਟਰੀ ਦੇ ਵਿੱਚ ਆ ਰਿਹਾ, ਉਸ ਤਰੀਕੇ ਨਾਲ ਆਪਣੇ ਕਿਸਾਨਾਂ ਦੇ ਉੱਤੇ ਜਿਹੜੇ ਉਹ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ, ਜੋ ਕਿ ਬਹੁਤ ਮੰਦਭਾਗਾ ਹੈ। ਤੇ ਜਿਹੜੇ ਬੇਸਿਕ ਹਿਊਮਨ ਰਾਈਟਸ ਨੇ, ਮੈਨੂੰ ਲੱਗਦਾ ਉਹਨਾਂ ਦਾ ਹਨਨ ਕਰ ਰਹੀ ਹੈ ਜਿਹੜੀ ਇਹ ਸਰਕਾਰ ਆ। ਸਰਕਾਰ ਨੂੰ ਚਾਹੀਦਾ ਵੀ ਸੁਹਿਰਦ ਤਰੀਕੇ ਦੇ ਨਾਲ ਜਿਹੜਾ ਸੋਚਿਆ ਜਾਵੇ, ਕਿਉਂਕਿ ਹੁਣ ਜਿਵੇਂ ਕਿਸਾਨ, ਜੇ ਸਰਕਾਰ ਆਪਣੀਆਂ ਚਾਲਾਂ ਚੱਲ ਰਹੀ ਹੈ ਨਾ ਜੀ, ਤਾਂ ਮੈਨੂੰ ਲੱਗਦਾ ਕਿਸਾਨ ਵੀ ਮਜਬੂਰੀ ਦੇ ਵਿੱਚ ਅੱਗੇ ਸਖਤ ਫੈਸਲੇ ਲੈਣਗੇ ਤੇ ਹੋ ਸਕਦਾ
ਵੀ ਜਿਹੜਾ ਕਿਸਾਨਾਂ ਅਤੇ ਸਰਕਾਰ ਦੇ ਵਿੱਚ ਸਿੱਧਾ ਜਿਹੜਾ ਕਲੈਸ਼ ਹੋ ਜਾਵੇ, ਕਿਤੇ ਨਾ ਕਿਤੇ ਦਾ ਜਿਹੜਾ ਨੁਕਸਾਨ ਆ ਜੀ ਕਿਸਾਨਾਂ ਨੂੰ ਜਾਨੀ ਤੌਰ ਉੱਤੇ ਹੋ ਸਕਦਾ। ਸੋ ਅਸੀਂ ਇਹੀ ਚਾਹੁੰਦੇ ਹਾਂ ਵੀ ਸਰਕਾਰ ਜਿਹੜੀ ਕਿਸਾਨਾਂ ਦੀ ਗੱਲ ਸੁਣੇ। ਤੇ ਬਾਕੀ ਬਿਲਕੁਲ ਮੈਂ ਗੌਰਵ ਉਹਨਾਂ ਦੇ ਵੀ ਕਮੈਂਟ ਸੁਣਨਾ। ਬਹੁਤ ਸ਼ੁਕਰੀਆ। ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਬਿਲਕੁਲ ਦੋਸਤੋ, ਤੁਸੀਂ ਵੀ ਕੋਈ ਕਾਲ ਕਰਨੀ ਹੈ ਤਾਂ ਤੁਸੀਂ 905 866 8100 ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜੀ। ਗੌਰਵ ਜੀ। ਕਮਲ ਜੀ ਬਿਲਕੁਲ ਅਵਤਾਰ ਜੀ ਨੇ ਠੀਕ ਕਿਹਾ, ਕਿਉਂਕਿ ਤੁਸੀਂ ਦੇਖੋ ਕਿ ਇੱਥੇ ਜੋ ਹੁਣ ਪ੍ਰਾਈਮਾ ਫੈਸਾਈ ਜੋ ਦਿਖਾਈ ਦਿੰਦਾ, ਜੋ ਉੱਪਰਲੀ ਲੇਅਰ ਦੇ ਉੱਪਰ ਦਿਖਾਈ ਦੇ ਰਿਹਾ, ਕਿਤੇ ਨਾ ਕਿਤੇ ਸ਼ਹਿ ਅਤੇ ਮਾਤ ਦਾ ਖੇਡ ਹੁੰਦਾ ਦਿਖਾਈ ਦੇ ਰਿਹਾ ਕਿ ਅਸੀਂ ਕਿਸ ਤਰੀਕੇ ਨਾਲ ਸ਼ਹਿ ਦੇ ਸਕਦੇ ਹਾਂ ਤੇ ਉਸ ਤੋਂ ਬਾਅਦ ਉਸ ਨੂੰ ਮਾਤ ਦਿੱਤੀ ਜਾਵੇ। ਰੇਵਾੜੀ ਵਾਲੇ ਹਰਿਆਣੇ ਵਾਲੇ ਪਾਸੇ ਜਦੋਂ ਰਾਜਸਥਾਨ ਦੇ ਜਿਹੜੇ ਕਿਸਾਨ ਆ ਉਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਬੀਤੇ ਦਿਨੀ, ਤੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਡੇ ਗਏ, ਵੱਡੇ ਪੈਮਾਨੇ ਦੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਗਈਆਂ। ਇਹ ਤਾਂ ਚਲੋ, ਇਹ ਤਾਂ ਅਸੀਂ ਜਦੋਂ ਹੈ ਆਪਣੇ ਸ਼ੰਭੂ ਬੈਰੀਅਰ ਤੇ ਵੀ ਦੇਖਿਆ ਸੀਗਾ, ਦਿੱਲੀ ਵਾਲੇ ਬਾਰਡਰ ਤੇ ਵੀ ਦੇਖਿਆ, ਪਰ ਹੋਰ ਤਾਂ ਹੋਰ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਨੇ ਇਹ ਸਮਝ ਲਿਆ ਕਿ ਜਿਹੜੇ ਇਹ ਕਿਸਾਨ ਨੇ ਬੈਰੀਕੇਡ ਤੋੜ ਦਿੰਦੇ ਨੇ, ਬੈਰੀਕੇਡ ਹਟਾ ਦਿੰਦੇ ਨੇ, ਲਿਹਾਜ਼ਾ ਇਸ ਵਾਰ ਜਿਹੜੇ ਕੰਟੇਨਰ ਹੁੰਦੇ ਨੇ ਉਹ ਕੰਟੇਨਰਾਂ ਨੂੰ ਬਿਨਾਂ ਟਰੱਕਾਂ ਤੋਂ ਸੜਕਾਂ ਤੇ ਲਗਾ ਦਿੱਤਾ ਗਿਆ ਤਾਂ ਕਿ ਇਹਨਾਂ ਨੂੰ ਕੋਈ ਹਿਲਾ ਹੀ ਨਾ ਸਕੇ। ਦੂਜੇ ਪਾਸੇ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਉਹ ਕਿਸਾਨਾਂ ਦੇ ਟਰਾਲੀਆਂ ਦੇ ਵਿੱਚ ਚਲੇ ਗਏ। ਇੱਕ ਟਰਾਲੀ ਨੂੰ ਅੱਗ ਲੱਗ ਗਈ ਜਿਸ ਦੇ ਵਿੱਚ ਗੈਸ ਦੇ ਸਿਲੰਡਰ ਤੱਕ ਪਏ ਸੀਗੇ। ਤੁਸੀਂ ਸੋਚੋ ਇੰਨੀ ਵੱਡੀ ਗਿਣਤੀ 'ਚ ਕਿਸਾਨ ਆ ਰਹੇ ਸੀਗੇ, ਕਿੰਨੀਆਂ ਜਾਨਾਂ ਜਾ ਸਕਦੀਆਂ ਸੀਗੀਆਂ। ਸੋ ਕੋਈ ਮਜ਼ਾਕ ਵਾਲੀ ਗੱਲ ਨਹੀਂ ਹੈ ਕਿ ਖੱਟਰ ਸਰਕਾਰ ਜਾਂ ਕੇਂਦਰ ਸਰਕਾਰ ਇਸ ਚੀਜ਼ ਨੂੰ ਦੇਖ ਨਹੀਂ ਰਹੀ ਜਾਂ ਸਮਝ ਨਹੀਂ ਰਹੀ। ਸਮਝ ਸਾਰੀ ਪੈਂਦੀ ਪਈ ਹੈ, ਪਰ ਇਸ ਟਾਈਮ ਉਸ ਤਰੀਕੇ ਨਾਲ ਰਿਐਕਟ ਨਹੀਂ ਕੀਤਾ ਜਾ ਰਿਹਾ। ਤੁਸੀਂ ਹੁਣੇ ਗੱਲ ਕੀਤੀ ਕਿ ਜਿਸ ਤਰੀਕੇ ਨਾਲ ਨਰਿੰਦਰ ਤੋਮਰ ਜਦੋਂ ਆਏ, ਇਹ ਬੈਠਕ ਜਿਹੜੀ ਹੋਈ, ਬੈਠਕ ਬਹੁਤ ਘੱਟ ਸਮੇਂ ਦੀ ਸੀ, ਹੁਣ ਤੱਕ ਦੀ ਸਭ ਤੋਂ ਛੋਟੀ ਬੈਠਕ ਇਹਨੂੰ ਕਿਹਾ ਜਾ ਸਕਦਾ। ਪਰ ਜਦੋਂ ਨਰਿੰਦਰ ਤੋਮਰ ਜਦੋਂ ਬੈਠਕ ਤੋਂ ਬਾਅਦ ਬਾਹਰ ਆਏ ਤੇ ਜਦੋਂ ਉਹਨਾਂ ਨੇ ਨੈਸ਼ਨਲ ਮੀਡੀਆ ਨੂੰ ਜੋ ਸੰਬੋਧਨ ਕੀਤਾ, ਉਹਨਾਂ ਦੀ ਬਾਡੀ ਲੈਂਗੁਏਜ ਬੜੀ ਕੈਜੂਅਲ ਤੇ ਬੜੀ ਕੂਲ ਸੀਗੀ ਕਿ ਹੁਣ ਨਹੀਂ ਹੋਏਗਾ, ਥੋੜੇ ਦਿਨ ਬਾਅਦ ਹੋ ਜਾਏਗਾ। ਕੁਝ ਉਹ ਕਹਿਣਗੇ, ਕੁਝ ਅਸੀਂ ਸੁਣਾਂਗੇ, ਕੁਝ ਉਹ ਪਿੱਛੇ ਹਟ ਜਾਣਗੇ, ਕੁਝ ਅਸੀਂ ਦੇਖਾਂਗੇ। ਮਤਲਬ ਕਿ ਇਸ ਤਰੀਕੇ ਦੇ ਵਾਤਾਵਰਣ ਨਾਲ ਜਿਹੜਾ ਹੈ ਚੱਲਦਾ ਰਹਿੰਦਾ ਹੈ ਕੰਮ, ਹੌਲੀ ਹੌਲੀ ਹੁੰਦਾ ਰਹਿੰਦਾ ਹੈ। ਮਤਲਬ ਕਿ ਇਟਸ ਕੀਪ ਔਨ ਸਿਮਰਿੰਗ, ਮਤਲਬ ਕਿ ਹੌਲਾ ਹੌਲਾ ਹੌਲਾ, ਮਤਲਬ ਕਿ ਇਹਨੂੰ ਬਾਲੀ ਰੱਖੋ, ਮਾਮਲੇ ਨੂੰ ਲੰਬਾ ਖਿੱਚਦੇ ਰਹੋ, ਥਕਾ ਦਿਓ, ਹੌਲੀ ਹੌਲੀ ਇਹਨਾਂ ਨੂੰ ਦੌੜਾ ਦਿਓ। ਬਿਲਕੁਲ ਸਹੀ ਗੱਲ ਆ ਤੁਹਾਡੀ। ਔਰ ਦੇਖੋ ਕਿਤੇ ਨਾ ਕਿਤੇ ਜਾ ਕੇ ਜੋ ਹੁਣ ਤੱਕ ਆਪਾਂ ਅਗਰ ਇਸ ਚੀਜ਼ ਨੂੰ ਐਨਾਲਾਈਜ਼ ਕਰੀਏ ਤਾਂ ਕੁਝ ਵੀ ਟਸ ਤੋਂ ਮਸਬ ਨਹੀਂ ਹੋਏ ਹੈਗੇ। ਚਲੋ ਥੋੜਾ ਬਹੁਤ ਵੀ ਆਪਾਂ ਦੇਖੀਏ ਕਿ ਕੁਛ ਨਾ ਕੁਛ ਹੋਇਆ ਹੋਵੇ। ਔਰ ਜਿਸ ਤਰ੍ਹਾਂ ਨਾਲ ਅਵਤਾਰ ਉਹਨਾਂ ਨੇ ਗੱਲ ਕੀਤੀ ਆ, ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਇਹ ਟਕਰਾਅ ਦੀ ਸਥਿਤੀ ਆ, ਇਹ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਹਜੇ ਹੁਣ ਇਹ ਸਟਾਰਟਿੰਗ ਕਿਸਾਨਾਂ ਵੱਲੋਂ ਕੁਝ ਨਹੀਂ ਹਜੇ ਤੱਕ, ਪਰ ਗੌਰਮੈਂਟ ਵੱਲੋਂ ਇਹ ਚੀਜ਼ਾਂ ਜਾਰੀ ਨੇ ਆਲਰੇਡੀ। ਜੇ ਆਪਾਂ ਦੇਖੀਏ ਕਿ ਫੋਰਸ ਦਾ ਪ੍ਰਯੋਗ, ਬਲ ਦਾ ਪ੍ਰਯੋਗ ਪਹਿਲੇ ਦਿਨ ਤੋਂ ਇਹਨਾਂ ਨੇ ਕਰਨਾ ਸ਼ੁਰੂ ਕਰਤਾ ਸੀਗਾ, ਜਦ ਕਿ ਕਿਸਾਨਾਂ ਨੇ ਬਿਲਕੁਲ ਉਸ ਸਾਈਡ ਨੂੰ ਕਦੇ ਹੁਣ ਤੱਕ ਤੁਰੇ ਨਹੀਂ। ਔਰ ਅਸੀਂ ਇਹੀ ਉਮੀਦ ਵੀ ਕਰਦੇ ਹਾਂ ਕਿ ਉਸ ਲੈਵਲ ਤੱਕ ਜਿਹੜੀ ਇਹ ਸਥਿਤੀ ਨਾ ਜਾਵੇ। ਪਰ ਗੱਲ ਤਾਂ ਇਹ ਹੈ ਕਿ ਵੀ ਇਸ ਚੀਜ਼ ਦਾ ਫਿਰ ਰਿਜ਼ਲਟ ਕੀ ਹੋਊਗਾ ਜੀ, ਕਿਸ ਹਿਸਾਬ ਦੇ ਨਾਲ ਇਸ ਚੀਜ਼ ਦਾ ਰਿਜ਼ਲਟ ਨਿਕਲੇਗਾ। ਦੇਖੋ ਇੰਨੇ ਮਹੀਨੇ ਬੈਠਿਆਂ ਨੂੰ ਹੋ ਗਏ, 60 ਲੋਕਾਂ ਦੀਆਂ ਜਾਨਾਂ, ਜੇ ਉਹਦੇ ਨਾਲ ਐਵਰੇਜ ਅਸੀਂ 5 ਮੈਂਬਰ ਵੀ ਇੱਕ ਘਰ ਦੇ ਲਾਉਨੇ ਆ ਤਾਂ 300 ਬੰਦਾ ਜਿਹੜਾ ਹੁਣ ਤੱਕ ਅਫੈਕਟ ਹੋ ਚੁੱਕਿਆ ਇਸ ਦੇ ਨਾਲ। ਤੇ ਕੀ ਇਹਦਾ ਫਿਰ ਇਹ ਕਿੰਨੀ ਦੇਰ ਤੱਕ ਚੱਲੇਗਾ, ਕਿਸ ਹਿਸਾਬ ਦੇ ਨਾਲ ਚੱਲੇਗਾ? ਕਿਉਂਕਿ ਜਦ ਤੱਕ ਕਿਸਾਨ ਆਗੂ ਜਾਂ ਹੋਰ ਜਿਹੜੇ ਨਾਲ ਉਹਨਾਂ ਦੇ ਲੀਡਰ ਸਾਹਿਬਾਨ ਹੈਗੇ ਨੇ ਲੱਗੇ ਹੋਏ, ਜਦ ਤੱਕ ਹੁਣ ਉਹ ਕੋਈ ਸਖਤ ਫੈਸਲੇ ਨਹੀਂ ਲੈਂਦੇ ਹੈਗੇ, ਫਿਰ ਕਿਵੇਂ ਇਹਦਾ ਰਿਜ਼ਲਟ? ਅਗਰ ਸਖਤ ਫੈਸਲੇ ਲੈਂਦੇ ਨੇ ਤਾਂ ਡੈਫੀਨੇਟਲੀ ਫਿਰ ਉਹ ਅਰਾਜਕਤਾ ਵਾਲੀ ਗੱਲ ਹੋਊਗੀ। ਫਿਰ ਇਹਨਾਂ ਨੇ ਉਸ ਨੂੰ ਵੀ ਡਾਇਵਰਟ ਕਰਕੇ, ਟਵਿਸਟ ਕਰਕੇ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਇਹ ਐਜੀਟੇਸ਼ਨ ਆ ਇਹ ਹੁਣ ਹਿੰਸਕ ਹੋ ਗਿਆ। ਸੋ ਇਸ ਵਜ੍ਹਾ ਕਰਕੇ ਇਹਨਾਂ ਨੇ ਸਾਰਾ ਜਿਹੜਾ ਚੱਲ ਰਹੀ ਹੈ ਗੱਲਬਾਤ ਉਹਨੂੰ ਬਦਲਣ ਦੀ ਉਹ ਕੋਸ਼ਿਸ਼ ਕਰਨੀ ਹੈ। ਔਰ ਇਹੀ ਚੀਜ਼ ਗਵਰਨਮੈਂਟ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਚਾਹੁੰਦੀ ਆ ਕਿ ਜਿਹੜਾ ਇਹ ਮੂਵਮੈਂਟ ਆ ਇਹ ਕਿਤੇ ਨਾ ਕਿਤੇ ਜਾ ਕੇ ਹਿੰਸਕ ਹੋਵੇ। ਥੋੜੀ ਬਹੁਤੀ ਹਿੰਸਾ ਇਹਦੇ ਵਿੱਚ ਸ਼ੁਰੂ ਹੋਈ, ਸੋ ਉਸ ਤੋਂ ਬਾਅਦ ਨੂੰ ਜਿਹੜੀ ਰੂਪ ਰੇਖਾ ਉਹ ਟੋਟਲੀ ਬਦਲ ਦਿੱਤੀ ਜਾਵੇ। ਸੋ ਕਿਤੇ ਨਾ ਕਿਤੇ ਜਾ ਕੇ ਗਵਰਨਮੈਂਟ ਦੀਆਂ ਇਹ ਮਨ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ ਜੀ ਉਹ ਵੀ ਨਜ਼ਰ ਆ ਰਹੀਆਂ ਨੇ। ਕਮਲ ਜੀ, ਇਸ ਦੇ ਨਾਲ ਕੀ ਹੋਏਗਾ? ਦੇਖੋ 26 ਜਨਵਰੀ ਆ ਰਹੀ ਹੈ, ਤੁਸੀਂ ਸਮਝੋ, ਦੇਖੋ ਕਿਤੇ ਨਾ ਕਿਤੇ ਜੋ ਦਿਖਾਈ ਦੇ ਰਿਹਾ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। 26 ਜਨਵਰੀ ਆ ਰਹੀ ਹੈ, 26 ਜਨਵਰੀ ਤੱਕ ਤਾਂ ਲੱਗਦਾ ਨਹੀਂ ਕਿ ਨਿਬੇੜਾ ਹੋਏਗਾ। 8 ਤਰੀਕ ਤੋਂ ਬਾਅਦ ਫਿਰ 14 ਪਾ ਦੇਣਗੇ, 14 ਤੋਂ ਬਾਅਦ 18 ਪਾ ਦੇਣਗੇ, 18 ਤੋਂ ਬਾਅਦ 22 ਪਾ ਦੇਣਗੇ, ਫਿਰ ਕਹਿਣਗੇ ਫਰਵਰੀ 'ਚ ਗੱਲ ਕਰਾਂਗੇ। ਪਰ ਕਿਸ ਤਰੀਕੇ ਨਾਲ ਚੱਲਦਾ ਰਹੇਗਾ? ਤੇ ਹੁਣ ਅਗਰ ਕਿਸਾਨ ਜਾਣ ਤੋਂ ਮਨਾ ਕਰਨਗੇ ਤਾਂ ਕਹਿਣਗੇ ਦੇਖੋ ਅਸੀਂ ਤਾਂ ਬੁਲਾਇਆ ਸੀ, ਇਹ ਨਹੀਂ ਆ ਰਹੇ। ਦੇਖੋ ਸਾਹਿਬ ਜੀ ਗੱਲ। ਹੁਣ ਦੂਜੇ ਪਾਸੇ ਹੁਣ ਹੈ ਕਿ 26 ਜਨਵਰੀ ਨੂੰ ਦੇਸ਼ ਦਾ ਜਿਹੜਾ ਹੈ ਆਪਣਾ ਗਣਤੰਤਰ ਦਿਹਾੜਾ ਮਨਾਇਆ ਜਾਂਦਾ। ਦਿੱਲੀ ਦੇ ਵਿੱਚ ਵੱਡਾ ਪ੍ਰੋਗਰਾਮ ਹੋਏਗਾ, ਵਿਦੇਸ਼ ਤੋਂ ਮਹਿਮਾਨ ਆਣਗੇ, ਦੂਜੇ ਮੁਲਕ ਦੇ ਪ੍ਰਧਾਨ ਮੰਤਰੀ ਆਣਗੇ। ਕਿਸਾਨ ਅਗਰ ਇਸ ਵੇਲੇ ਕੋਈ ਸਖਤ ਕਾਲ ਦਿੰਦੇ ਆ
ਅਜਿਹੀ ਕਾਲ ਦਿੰਦੇ ਆ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਦੋਂ ਟਕਰਾਅ ਹੋਏਗਾ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਮੌਕਾ ਮਿਲ ਜਾਏਗਾ। ਦੇਖੋ ਅਸੀਂ ਤਾਂ ਚੁੱਪਚਾਪ ਬੈਠੇ ਸੀਗੇ, ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰ ਰਹੇ ਸੀਗੇ, ਇਹਨਾਂ ਨੇ ਜਿਹੜਾ ਹੈਗਾ ਮਤਲਬ ਕਿ ਪ੍ਰਵੋਕ ਕੀਤਾ ਸਰਕਾਰ ਨੂੰ, ਤੇ ਉਸ ਤੋਂ ਬਾਅਦ ਸਾਨੂੰ ਇਹਨਾਂ ਨੂੰ ਖਦੇੜਨਾ ਪਿਆ, ਸਾਨੂੰ ਹਟਾਉਣਾ ਪਿਆ। ਲਿਹਾਜ਼ਾ ਉਹ ਚੀਜ਼ ਉਦੋਂ ਨੌਬਤ ਉਦੋਂ ਦੀ ਆ ਸਕਦੀ ਹੈ। ਪਰ ਆਪਾਂ ਐਵੇਂ ਨਹੀਂ, ਬਚਪਨ ਤੋਂ ਜਦੋਂ ਇੱਕ ਕਹਾਵਤ ਪੜ੍ਹਦੇ ਸੀਗੇ ਕਿ ਮਾਈਟ ਇਜ਼ ਰਾਈਟ, ਹੁਣ ਇੱਥੇ ਮਾਈਟ ਇਜ਼ ਰਾਈਟ ਕਿਵੇਂ ਹੈ ਕਿ ਜਿੰਦੇ ਕੋਲ ਤਾਕਤ ਹੈਗੀ, ਜਿੰਦੇ ਕੋਲ ਬਲ ਹੈਗਾ, ਜਿੰਦੇ ਕੋਲ ਸ਼ਕਤੀ ਹੈ, ਕਿ ਉਹੀ ਠੀਕ ਹੁੰਦਾ। ਇਸ ਦਾ ਮਤਲਬ ਅਗਰ ਆਪਾਂ ਇਹ ਸਮਝੀਏ ਕਿ ਮੁਲਕ ਦੇ ਸਰਕਾਰ ਜਿਹੜੀ ਹੈ, ਜੋ ਹਕੂਮਤ ਹੈ, ਉਸ ਦੇ ਕੋਲ ਅੱਜ ਸ਼ਕਤੀ ਹੈਗੀ ਹੈ ਕਿ ਉਹ ਹਮੇਸ਼ਾ ਹੀ ਠੀਕ ਹੋਏਗੀ, ਬਹੁਤ ਵੱਡਾ ਸਵਾਲ ਹੈਗਾ ਕਿ ਜਿਸਨੇ ਕਾਨੂੰਨ 3 ਬਣਾਤੇ ਤੇ ਉਸ ਤੋਂ ਬਾਅਦ ਜੋ ਕਹਿ ਰਹੀ ਹੈ ਕਿ ਇਹ ਕਾਨੂੰਨ ਜਿਹੜੇ ਹੈ ਇਹ ਬਿਲਕੁਲ ਠੀਕ ਨਹੀਂ। ਹੁਣ ਇਹ ਬਿਲਕੁਲ ਠੀਕ ਕਰਨ ਵਾਲੀ ਗੱਲ ਕਿੱਥੋਂ ਖੜੀ ਹੁੰਦੀ ਹੈ? ਕਿਉਂਕਿ ਜਦੋਂ ਅਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰਦੇ ਹਾਂ, ਯੂਨੀਅਨਸ ਦੀ ਗੱਲ ਕਰਦੇ ਹਾਂ, ਇਹਨਾਂ ਵੱਲੋਂ ਕਿਹਾ ਜਾਂਦਾ ਕਿ ਇਹ ਕਾਨੂੰਨ ਠੀਕ ਨਹੀਂ ਹੈਗੇ ਹੈ। ਦਵੇ ਸੁਰ ਦੇ ਵਿੱਚ ਜਾਂ ਥੋੜੇ ਘੱਟ ਸੁਰ ਦੇ ਵਿੱਚ ਬਾਕੀ ਸੂਬਿਆਂ ਤੋਂ ਵੀ ਅਜਿਹੀ ਆਵਾਜ਼ ਆਉਂਦੀ ਹੈ, ਪਰ ਉਨੀ ਪ੍ਰਮੁਖਤਾ ਦੇ ਨਾਲ ਨਹੀਂ ਆਉਂਦੀ ਜਿਹੜੀ ਕਿ ਆਣੀ ਚਾਹੀਦੀ ਹੈ। ਤੇ ਅਗਰ ਉਹ ਸਾਰੀ ਆਵਾਜ਼ਾਂ ਆਉਂਦੀਆਂ ਦੈਨ ਯੂ ਕੈਨ ਸੇ ਕਿ ਮਾਈਟ ਇਜ਼ ਰਾਈਟ। ਉਹ ਕਿਸ ਦੀ ਗੱਲ ਹੁੰਦੀ ਹੈ, ਉਦੋਂ ਕੌਣ ਜ਼ਿਆਦਾ ਤਾਕਤਵਰ ਹੁੰਦਾ ਤੇ ਕੌਣ ਡਿਸੀਜਨ ਆਪਣੇ ਪੱਖ 'ਚ ਲੈ ਜਾਂਦਾ। ਪਰ ਫਿਲਹਾਲ ਸਰਕਾਰ ਦਾ ਪਲੜਾ ਭਾਰੀ ਹੈ, ਕਿਸਾਨ ਬੈਠੇ ਆ, ਬੈਠੇ ਰਹਿਣ, ਮਰਦੇ ਰਹਿਣ, ਜੋ ਦਿਖਾਈ ਦੇ ਰਿਹਾ ਇਸ ਵੇਲੇ ਦੀ ਗੱਲ ਕਰ ਰਹੇ ਆਪਾਂ ਪ੍ਰੈਜ਼ੈਂਟ। ਬਿਲਕੁਲ ਹਜੇ ਤੱਕ ਜੇ ਦੇਖਿਆ ਜਾਵੇ ਤਾਂ ਪ੍ਰੈਕਟੀਕਲੀ ਤਾਂ ਦੇਖਿਆ ਹੀ ਕੁਛ ਨਹੀਂ। ਸੋ ਕਿਸ ਹਿਸਾਬ ਦੇ ਨਾਲ ਗਵਰਨਮੈਂਟ ਵੀ ਕਹਿ ਸਕਦੀ ਹੈ ਕਿ ਕਾਨੂੰਨ ਨੇ ਜਿਹੜੇ ਇਹ ਬਹੁਤ ਵਧੀਆ ਨੇ, ਕਿਉਂਕਿ ਪ੍ਰੈਕਟੀਕਲ ਤਾਂ ਹਜੇ ਤੁਹਾਡੇ ਸਾਹਮਣੇ ਆਏ ਹੀ ਨਹੀਂ। ਪ੍ਰੈਕਟੀਕਲ ਨੂੰ ਤਾਂ ਆਉਣ ਨੂੰ ਬੜਾ ਟਾਈਮ ਲੱਗਣਾ। ਪਰ ਸਭ ਤੋਂ ਵੱਡੀ ਗੱਲ ਤੱਕ ਜਿਹੜਾ ਅੜੀਅਲ ਰਵੱਈਆ ਉਸ ਚੀਜ਼ ਨੂੰ ਜਿਹੜਾ ਹੈਗਾ ਜੀ ਨਹੀਂ ਛੱਡ ਰਹੀ। ਔਰ ਸੋਨੀਆ ਗਾਂਧੀ ਨੇ ਬਿਆਨ ਦਿੱਤਾ ਕਿ ਹੰਕਾਰੀ ਸਰਕਾਰ, ਔਰ ਬਿਲਕੁਲ ਹੀ ਜਿਹੜੀ ਦੇਖਿਆ ਜਾਵੇ ਤਾਂ ਜੀ ਇਸ ਤੋਂ ਵੱਡਾ ਹੰਕਾਰ ਹੋਰ ਕੀ ਹੋ ਸਕਦਾ। ਅਸੀਂ ਪੁਰਾਣੇ ਜਿਹੜੇ ਪੜ੍ਹਦੇ ਹਾਂ ਜੀ, ਬਹੁਤ ਆਪਾਂ ਰਾਵਣ ਦੀ ਗੱਲ ਕਰਦੇ ਹਾਂ, ਹੋਰ ਬੜੇ ਜਿਹੜੀਆਂ ਪੁਰਾਣੇ ਇਤਿਹਾਸ ਆ ਉਹਨਾਂ ਦੇ ਵਿੱਚ ਪੜ੍ਹਦੇ ਹਾਂ ਕਿ ਹੰਕਾਰ ਸੀਗਾ ਔਰ ਹੰਕਾਰ ਕਿਤੇ ਨਾ ਕਿਤੇ ਲੈ ਬੈਠਿਆ ਸੀਗਾ। ਸੋ ਇਹੀ ਮੈਨੂੰ ਲੱਗਦਾ ਕਾਰਨ, ਪਤਨ ਬਣਨ ਦਾ ਕਾਰਨ ਕਿਤੇ ਨਾ ਕਿਤੇ ਜਾ ਕੇ ਬੀਜੇਪੀ ਦਾ ਬਣ ਜਾਣਾ। ਜਿਹੜਾ ਇਹ ਹੰਕਾਰ ਆ ਨਾ, ਇਹ ਹੰਕਾਰੀ ਨੇਤਾ ਜਿਹੜਾ ਅੱਗੇ ਲੱਗਿਆ ਹੋਇਆ ਕਿ ਮੈਂ ਕਿਸੇ ਦੀ ਗੱਲ ਸੁਣਨੀ ਉਹ ਨਹੀਂ ਹੈਗੀ, ਚਾਹੇ ਕੁਝ ਵੀ ਹੋ ਜਾਵੇ। ਸੋ ਉਹ ਚੀਜ਼ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਦੂਸਰੀ ਸਾਈਡ ਨੂੰ ਬੀਜੇਪੀ ਨੂੰ ਲੈ ਕੇ ਜਾਊਗੀ। ਜੇ ਹੁਣ ਤੱਕ ਇੰਨੇ ਸਾਲ ਰਾਜ ਕੀਤਾ, ਕਿਉਂਕਿ ਦੇਖੋ ਰਾਜ ਕਰਾਉਣ ਵਾਲੇ ਵੀ ਲੋਕ ਨੇ ਔਰ ਰਾਜ ਤੋਂ ਲਾਉਣ ਵਾਲੇ ਵੀ ਲੋਕ ਨੇ, ਤੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੰਕਾਰ ਆ ਔਰ ਵਾਕਈ ਹੀ ਨਜ਼ਰ ਆ ਰਿਹਾ, ਇਹਦੇ ਵਿੱਚ ਸਾਨੂੰ ਕੋਈ ਦੋ ਰਾਏ ਨਹੀਂ ਹੈਗੀ ਕਹਿਣ ਦੇ ਵਿੱਚ, ਕਿਉਂਕਿ ਇੰਨੀਆਂ ਮੀਟਿੰਗਾਂ ਹੋਣ ਔਰ ਹਰ ਵਾਰ ਉਹੀ ਲੋਲੀਪੌਪ ਦਿੱਤਾ ਜਾਵੇ, ਹਰ ਵਾਰ ਉਹੀ ਗੱਲਾਂ ਬਾਤਾਂ ਕੀਤੀਆਂ ਜਾਣ ਔਰ ਅਗੇਨ ਆਪਣੀ ਗੱਲ ਨੂੰ ਹੀ ਕਹਿਣਾ ਕਿ ਜੀ ਇਹ ਕਾਨੂੰਨ ਤਾਂ ਬਹੁਤ ਵਧੀਆ ਨੇ, ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਹੋਰ ਅਸੀਂ ਇਸ ਨੂੰ ਕੀ ਦਰਜਾ ਦੇਵਾਂਗੇ ਇਸ ਸਰਕਾਰ ਨੂੰ? ਹੰਕਾਰ ਤੋਂ ਬਿਨਾਂ ਮੈਨੂੰ ਤਾਂ ਲੱਗਦਾ ਹੋਰ ਕੀ ਅਸੀਂ ਦਰਜਾ ਨਹੀਂ ਦੇ ਸਕਦੇ। ਕਮਲ ਜੀ ਦੇਖੋ, ਬਹੁਤ ਵੱਡਾ ਅਟੈਕ ਹੈ। यूपीए ਦੀ ਚੇਅਰਪਰਸਨ ਹੈ ਸੋਨੀਆ ਗਾਂਧੀ, ਦੇਖੋ ਉਹਨਾਂ ਨੇ ਨਾਲੇ ਪ੍ਰਧਾਨ ਵੀ ਨੇ ਕਾਂਗਰਸ ਪਾਰਟੀ ਦੇ, ਉਹਨਾਂ ਨੇ ਜਿਹੜਾ ਇਹ ਅਟੈਕ ਕੀਤਾ ਹੈ ਨਰਿੰਦਰ ਮੋਦੀ ਸਰਕਾਰ ਦੇ ਉੱਪਰ, ਜਿਹੜਾ ਹੈ ਬਹੁਤ ਵੱਡਾ ਅਟੈਕ ਹੈ। ਕਿਉਂਕਿ ਅਗਰ ਆਪਾਂ ਪਿਛਲੀ ਉਹਨਾਂ ਦੀ ਹਕੂਮਤਾਂ ਦੇ ਦੌਰਾਨ ਹੋਏ ਅਜਿਹੇ ਪ੍ਰੋਟੈਸਟਾਂ ਦੀ ਗੱਲ ਕਰੀਏ ਤਾਂ 2 ਪ੍ਰੋਟੈਸਟ ਜਿਹੜੇ ਨੇ, ਅਜਿਹੀਆਂ ਮੂਵਮੈਂਟਾਂ ਜਿਹੜੀਆਂ ਸਾਨੂੰ ਜ਼ਿਹਨ 'ਚ ਆਉਂਦੀਆਂ ਨੇ, ਅੰਨਾ ਹਜ਼ਾਰੇ ਦਾ ਅੰਦੋਲਨ ਤੇ ਜਿਹੜਾ ਹੈ ਨਿਰਭਇਆ ਗੈਂਗ ਰੇਪ ਤੋਂ ਬਾਅਦ ਜਿਹੜੀ ਮੂਵਮੈਂਟ ਸੀਗੀ ਪੂਰੇ ਮੁਲਕ ਦੇ ਵਿੱਚ, ਪੂਰੀ ਦੁਨੀਆ 'ਚ ਉਸ ਦੀ ਵੀ ਗੂੰਜ ਸੁਣਾਈ ਦਿੱਤੀ। ਪਰ ਉਸ ਦੇ ਵਿੱਚ ਲੋਕਾਂ ਦੀਆਂ ਅਜਿਹੀਆਂ ਜਾਨਾਂ ਨਹੀਂ ਗਈਆਂ। ਸਰਕਾਰ ਅਜਿਹਾ ਜਿਹੜਾ ਲੋਕਾਂ ਦਾ ਪੇਸ਼ੈਂਸ ਜਿਹੜਾ ਹੈਗਾ ਉਹ ਟੈਸਟ ਨਹੀਂ ਕਰ ਰਹੀ ਸੀਗੀ। ਗੱਲਬਾਤ ਹੋਈ, ਗੱਲਬਾਤ ਤੋਂ ਬਾਅਦ ਸਰਕਾਰ ਮੰਨੀ ਤੇ ਉਸ ਤੋਂ ਬਾਅਦ ਅਜਿਹਾ ਕਾਨੂੰਨ ਜਿਹੜਾ ਹੈਗਾ ਪਾਰਲੀਮੈਂਟ 'ਚ ਆ ਵੀ ਗਿਆ। ਪਰ ਇੱਥੇ ਉਹ ਚੀਜ਼ ਬਿਲਕੁਲ ਨਹੀਂ ਦਿਖਾਈ ਦੇ ਰਹੀ। ਕਿਤੇ ਨਾ ਕਿਤੇ ਜਿਹੜਾ ਅੜੀਅਲ ਰਵੱਈਆ ਹੈਗਾ ਉਹ ਲੋਕਾਂ ਦੀ ਜਾਨ ਲੈ ਰਿਹਾ, ਪਰ ਇਹ ਕਦੋਂ ਤੱਕ ਚੱਲੇਗਾ ਸਿਲਸਿਲਾ ਇਹ ਨਹੀਂ ਪਤਾ। ਪਰ ਇਸ ਦੇ ਵਿੱਚ ਹਾਲੇ 2 ਵੱਡੀਆਂ ਚੀਜ਼ਾਂ ਨੇ ਕਮਲ ਜੀ। ਦੇਖੋ, ਜਿਹੜੀ ਆਪਾਂ ਗੱਲ ਕੀਤੀ ਸੀ, ਲੋਕਾਂ ਨੂੰ ਪਹਿਲੇ ਦੱਸਿਆ ਸੀਗਾ ਆਪਣੇ ਦਰਸ਼ਕਾਂ ਨੂੰ ਕਿ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਰਸਤਾ ਹੈਗਾ, ਵਿਚਾਲਾ ਜਿਹੜਾ ਰਸਤਾ ਸੀ, ਪਹਿਲੇ ਆਪਣੇ ਸਫਰ ਟੀਵੀ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ, ਜਿਹੜਾ ਕਿ ਨਿਕਲ ਸਕਦਾ ਹੈਗਾ, ਪਰ ਕਿਸਾਨ ਜਥੇਬੰਦੀਆਂ ਦੇ ਆਗੂ ਉਹਦੇ ਉੱਪਰ ਬੈਟਰ ਦੱਸ ਸਕਣਗੇ। ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖਬਰ ਇਹ ਵੀ ਹੈਗੀ ਹੈ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਅਗਰ ਉਸ ਨੂੰ ਲੱਗਦਾ ਕਿ ਕੱਲ ਨੂੰ ਕਿਸਾਨਾਂ ਦਾ ਪਲੜਾ ਭਾਰੀ ਹੋ ਜਾਂਦਾ, ਇਨ ਐਨੀ ਕੇਸ ਥੋੜੇ ਲੇਟਰ ਸਟੇਜ ਦੇ ਉੱਪਰ, ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਸਰਕਾਰ ਵੱਲੋਂ ਆ ਸਕਦੀ ਹੈ ਕਿ ਕੀ ਸਰਕਾਰ ਇਹ ਕਾਨੂੰਨਾਂ ਨੂੰ ਜਿਹੜਾ ਹੈਗਾ ਸੂਬਾ ਸਰਕਾਰਾਂ ਦੇ ਹੱਥ 'ਚ ਦੇ ਦੇ ਕਿ ਜਿਹੜੀ ਸੂਬਾ ਸਰਕਾਰ ਹੋਏਗੀ ਉਹ ਅਗਰ ਡਿਸੀਜਨ ਲੈਂਦੀ ਹੈ ਤਾਂ ਉਸ ਦੇ ਰਾਜ ਦੇ ਵਿੱਚ ਇਹ ਲਾਗੂ ਹੋਣਗੇ, ਅਗਰ ਡਿਸੀਜਨ ਨਹੀਂ ਲੈਂਦੀ ਤਾਂ ਨਹੀਂ ਲਾਗੂ ਹੋਣਗੇ। ਅਜਿਹਾ ਫੈਸਲਾ ਵੀ ਜਿਹੜਾ ਹੈ ਟਰੰਪ ਕਾਰਡ ਲਾਸਟ 'ਚ ਖੇਡਿਆ ਜਾ ਸਕਦਾ। ਜੇ ਖੇਡਿਆ ਜਾ ਸਕਦਾ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸੂਬਾ ਸਰਕਾਰ ਆ ਉਹਨਾਂ ਦੇ ਵੱਲੋਂ, ਕਿਉਂਕਿ ਕਦੇ ਕੋਈ ਖਾਸ ਗੱਲਬਾਤ ਜੇ ਦੇਖਿਆ ਜਾਵੇ ਸੁਣੀ ਨਹੀਂ, ਠੀਕ ਆ 3-4 ਜਾਣੇ ਉੱਥੇ ਜ਼ਰੂਰ ਜੰਤਰ ਮੰਤਰ ਦੇ ਉੱਤੇ ਬੈਠੇ ਨੇ, ਪਰ ਬਾਕੀ ਕਦੇ ਵੀ ਉਹਨਾਂ ਵੱਲੋਂ ਪੋਜ਼ਿਟਿਵ ਇੰਨਾ ਰਿਸਪੌਂਸ, ਠੀਕ ਆ ਇੱਕ ਜਿਸ ਹਿਸਾਬ ਦੇ ਨਾਲ ਮੂਵਮੈਂਟ ਤੁਰੀ ਹੁੰਦੀ ਆ ਉਹਦੇ ਵੱਲ ਬਿਆਨ ਦੇਣਾ ਇੱਕ ਗੱਲ ਹੋਰ ਹੁੰਦੀ ਆ, ਪਰ ਉਸ ਚੀਜ਼ ਨੂੰ ਪ੍ਰੈਕਟੀਕਲੀ ਜੇ ਦੇਖਿਆ ਜਾਵੇ ਜਾਂ ਫੋਰਸਿਵ
ਪ੍ਰੋਪਰ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਗਵਰਨਮੈਂਟ ਵੱਲੋਂ ਕੋਈ ਨਜ਼ਰ ਨਹੀਂ ਆ ਰਿਹਾ। ਤੁਹਾਨੂੰ ਕੀ ਲੱਗਦਾ ਕਿ ਅਗਰ ਇਸ ਟਾਈਪ ਦੀ ਕੋਈ ਆਪਸ਼ਨ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਦੈਨ ਕੀ ਜਿਹੜੀ ਸੂਬਾ ਸਰਕਾਰ ਆ ਜਾਂ ਆਪਾਂ ਕਾਂਗਰਸ ਦੀ ਸਰਕਾਰ ਦੀ ਕੈਪਟਨ ਸਰਕਾਰ ਦੀ ਗੱਲ ਕਰ ਲਈਏ, ਸੋ ਕਿਸ ਹਿਸਾਬ ਨਾਲ ਇਹਨਾਂ ਦਾ ਰਵੱਈਆ ਹੋਏਗਾ ਕਿ ਡੈਫੀਨਿਟਲੀ ਇਹ ਰੱਦ ਕਰਾਉਣ ਦੇ ਹੱਕ ਦੇ ਵਿੱਚ ਹੋਣਗੇ ਜਾਂ ਨਹੀਂ ਹੋਣਗੇ? ਕਮਨ ਜੀ ਇਸ ਟਾਈਮ ਦੇ ਉੱਪਰ ਅਗਰ ਸਪੋਜ਼ ਇਹ ਸਿਚੁਏਸ਼ਨ ਆਂਦੀ ਹੈ ਤਾਂ ਦੋ ਰਸਤੇ ਯਾਨੀ ਦੋ ਆਪਸ਼ਨਾਂ ਸਾਹਮਣੇ ਆ ਜਾਂਦੀਆਂ। ਤੁਸੀਂ ਦੇਖੋ ਵੈਸੇ ਤਾਂ ਕਿਸਾਨ ਇਸ ਨੂੰ ਮੰਨਣਗੇ ਨਹੀਂ ਕਿਉਂਕਿ ਉਹਨਾਂ ਨੇ ਬਿਲਕੁਲ ਰਿਪੀਲ ਕਰਨ ਦੀ ਗੱਲ ਕੀਤੀ ਹੋਈ ਹੈ। ਸਪੋਜ਼ ਇਨ ਐਨੀ ਕੇਸ ਇਹ ਜਿਹੀ ਚੀਜ਼ ਹੁੰਦੀ ਹੈ ਤੇ ਲਗਾਤਾਰ ਉੱਥੇ ਮੌਤਾਂ ਹੋ ਰਹੀਆਂ, ਅਸੀਂ ਉਹ ਵੀ ਦੇਖਣਾ, ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਬੈਠੇ, ਸਾਰਿਆਂ ਨੂੰ ਦੇਖਣਾ ਹੈਗਾ। ਅਗਰ ਇਹ ਆਪਸ਼ਨ ਆਂਦੀ ਹੈ ਤਾਂ ਆਈ ਵੁੱਡ ਸੇ ਕਿ ਇਹ ਆਪਸ਼ਨ ਮਾੜੀ ਨਹੀਂ ਹੈ। ਉਹਦਾ ਕਾਰਨ ਹੈ, ਉਹਦਾ ਕਾਰਨ ਇਸ ਕਰਕੇ ਅਗਰ ਸੂਬਾ ਸਰਕਾਰਾਂ ਦੇ ਹੱਥ ਦੇ ਵਿੱਚ ਇਹ ਇਖਤਿਆਰ ਹੋਣਗੇ ਕਿ ਉਹ ਡਿਸੀਜਨ ਲੈਣ ਤੇ ਉਹਨਾਂ ਕੋਲ ਪੂਰੀ ਆਜ਼ਾਦੀ ਹੈਗੀ ਹੈ। ਤੇ ਉਸ ਤੋਂ ਬਾਅਦ ਹੁਣ ਜਿਵੇਂ ਦਿੱਲੀ ਘੇਰਨੀ ਕਿੰਨੀ ਔਖੀ ਹੋਈ ਪਈ ਹੈ, 9 ਰਸਤੇ ਜਾਂਦੇ, ਤੁਸੀਂ ਦੇਖੋ ਅਜੇ ਤੱਕ 9 ਰਸਤੇ ਬਲੌਕ ਨਹੀਂ ਕੀਤੇ ਜਾ ਸਕੇ। ਦਿੱਲੀ ਸਰਕਾਰ ਜਿਹੜੀ ਦਿੱਲੀ ਦੀ ਹਕੂਮਤ ਉਸ ਨੂੰ ਘੇਰਿਆ ਨਹੀਂ ਗਿਆ। ਸਪੋਜ਼ ਕੱਲ ਨੂੰ ਆਪਾਂ ਸਿਰਫ ਐਗਜ਼ਾਮਪਲ ਤੌਰ ਤੇ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਜਾਂ ਹਰਿਆਣਾ ਸਰਕਾਰ ਦੀ ਗੱਲ ਕਰਦੇ ਹਾਂ। ਸਰਕਾਰ ਚੰਡੀਗੜ੍ਹ ਤੋਂ ਚੱਲਦੀ ਹੈ ਤੇ ਜੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਜੇ ਚਾਹਣਗੇ ਕਿ ਪੰਜਾਬ ਤੇ ਹਰਿਆਣਾ ਦੀ ਸਰਕਾਰ ਜਿਹੜੀ ਹੈ ਇਹ ਕਾਨੂੰਨ ਇਹਨਾਂ ਦੋਨਾਂ ਸੂਬਿਆਂ 'ਚ ਲਾਗੂ ਨਾ ਕਰੇ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਰਕਾਰ ਇੰਨੀ ਹਿਮਾਕਤ ਕਰ ਸਕੇਗੀ ਕਿ ਉਹਨਾਂ ਨੂੰ ਲਾਗੂ ਕਰ ਦੇ, ਕਿਉਂਕਿ ਚੰਡੀਗੜ੍ਹ ਤਾਂ ਵੈਸੇ ਹੀ ਘੇਰਿਆ ਜਾਣਾ। ਇਹਨਾਂ ਦਾ ਜਿਹੜਾ ਸੋਸ਼ਲ ਬਾਇਕਾਟ ਪੰਜਾਬ ਦੇ ਵਿੱਚ ਜਿਵੇਂ ਹੁਣ ਹੋ ਰਿਹਾ ਬੀਜੇਪੀ ਜਾਂ ਬਾਕੀਆਂ ਦਾ ਉਹ ਵੀ ਹੋ ਜਾਊਗਾ। ਤੇ ਇਨ ਦੈਟ ਕੇਸ ਇਹ ਪੋਸੀਬਲ ਹੈ ਕਿ ਇਹ ਸਰਕਾਰਾਂ ਅਗਰ ਸੂਬਾ ਸਰਕਾਰਾਂ ਦੇ ਕੋਲ ਜਾਂਦਾ ਹੈ ਤੇ ਇੱਕ ਪ੍ਰਕਾਰ ਦੀ ਵਿਨ ਵਿਨ ਸਿਚੁਏਸ਼ਨ ਹੋ ਸਕਦੀ ਹੈ। ਬਟ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਬਿਹਤਰ ਸਮਝਦੇ ਨੇ ਕਿਉਂਕਿ ਇਸ ਨੂੰ ਬਿਨਾਂ ਪੋਲਿਟਿਕਸ ਤੋਂ ਦੇਖਣਾ ਪੈਣਾ, ਕੋਈ ਵੱਡੀ ਚੀਜ਼ ਹੈ, ਇਸ ਨੂੰ ਸਮਝਣ ਦੀ ਵੀ ਲੋੜ ਹੈ। ਪਰ ਗੱਲ ਤਾਂ ਆਪਾਂ ਇਹ ਕਰ ਰਹੇ ਹਾਂ ਕਿ ਜੀ ਹੁਣ ਤੱਕ ਸੂਬਾ ਸਰਕਾਰਾਂ ਦਾ ਰੋਲ ਕੀ ਰਿਹਾ। ਖੱਟੜ ਸਰਕਾਰ ਦਾ ਆਪਣੇ ਸਾਹਮਣੇ ਹੀ ਹੈ ਕਿ ਕੀ ਰੋਲ ਆ ਤੇ ਕੈਪਟਨ ਸਾਹਿਬ ਦਾ ਕੀ ਰੋਲ ਆ ਇਹਦੇ ਵਿੱਚ ਹੁਣ ਤੱਕ। ਜੇ ਆਪਾਂ ਦੇਖਿਆ ਜਾਵੇ ਤਾਂ ਕਿਸ ਹਿਸਾਬ ਦੇ ਨਾਲ ਇਹਨਾਂ ਨੇ ਰਿਕੁਐਸਟਾਂ ਕੀਤੀਆਂ ਨੇ ਜਾਂ ਕੋਈ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੇਖੋ ਕਿਸਾਨਾਂ ਦੇ ਨਾਲ ਚਲੋ ਤਰੀਕੇ ਦੇ ਨਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਹੋਰ ਤਰੀਕੇ ਦੇ ਨਾਲ ਬੈਠਕ ਹੋ ਰਹੀ ਆ, ਪਰ ਐਜ਼ ਆ ਮੁੱਖ ਮੰਤਰੀ ਚੀਫ ਮਿਨਿਸਟਰ ਹੋਣ ਦੇ ਨਾਤੇ ਕੀ ਇਹਨਾਂ ਨੇ ਡਾਇਰੈਕਟਲੀ ਜਾ ਕੇ ਗਵਰਨਮੈਂਟ ਦੇ ਨਾਲ ਕੋਈ ਰਿਕੁਐਸਟ ਕੋਈ ਹੋਰ ਗੱਲਬਾਤ ਕੋਈ ਕਰਨ ਦੀ ਹੁਣ ਤੱਕ ਕੋਸ਼ਿਸ਼ ਕੀਤੀ ਹੈ ਜਾਂ ਨਹੀਂ ਕੀਤੀ ਹੈ? ਕਮਨ ਜੀ ਅਗਰ ਕਿਉਂਕਿ ਵੀ ਆਰ ਜਰਨਲਿਸਟ, ਸਾਨੂੰ ਉਸੇ ਅੱਖ ਨਾਲ ਦੇਖਣਾ ਪਏਗਾ। ਅਸੀਂ ਆਪਣੀ ਕ੍ਰਿਟੀਕਲ ਅੱਖ ਦੇ ਨਾਲ ਹੀ ਹਰ ਚੀਜ਼ ਨੂੰ ਇਵੈਲੂਏਟ ਕਰਦੇ ਹਾਂ। ਬਿਲਕੁਲ। ਅਗਰ ਸਿਰਫ ਪੰਜਾਬ ਦੀ ਅਗਰ ਆਪਾਂ ਗੱਲ ਕਰੀਏ ਤੇ ਇਸ ਵੇਲੇ ਕਿਤੇ ਨਾ ਕਿਤੇ ਜੋ ਕਿਸਾਨ ਜਥੇਬੰਦੀਆਂ ਤੇ ਕਿਸਾਨ ਨੇ ਉਹਨਾਂ ਦੇ ਲਈ ਜਿਹੜੀ ਮੌਜੂਦਾ ਸਰਕਾਰ ਹੈ, ਕੈਪਟਨ ਦੀ ਸਰਕਾਰ ਲਾ ਲਓ, ਕਾਂਗਰਸ ਦੀ ਸਰਕਾਰ ਲਾ ਲਓ, ਉਹ ਉਹਨਾਂ ਦੇ ਫਾਇਦੇ ਦੇ ਲਈ ਹੈ, ਪ੍ਰੋ ਹੈ ਇਸ ਚੀਜ਼ ਦੇ ਲਈ। ਤੇ ਜੋ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਸੀ, ਜਿੰਨਾ ਕੁ ਕਰ ਸਕਦੇ ਸੀ ਉਹਨਾਂ ਨੇ ਕਰ ਲਿਆ। ਉਹਨਾਂ ਦੇ ਹੱਥ ਵਾਸਤੇ ਜਿੰਨਾ ਕੁ ਸੀਗਾ, ਕਿਉਂਕਿ ਕੇਂਦਰੀ ਕਾਨੂੰਨ ਨੇ ਇਸ ਤੋਂ ਜ਼ਿਆਦਾ ਉਹ ਕਰ ਵੀ ਨਹੀਂ ਸਕਦੇ। ਲੈਟਰਾਂ ਭੇਜ ਸਕਦੇ ਨੇ, ਦਿੱਲੀ 'ਚ ਬੈਠੇ ਮੰਤਰੀਆਂ ਨੂੰ ਕਹਿ ਸਕਦੇ ਨੇ, ਮਿਲਣ ਦਾ ਸਮਾਂ ਮੰਗ ਸਕਦੇ ਆ। ਤੁਸੀਂ ਦੇਖਿਆ ਪਹਿਲੇ ਮਿਲਣ ਤੋਂ ਵੀ ਮਨਾ ਕਰ ਦਿੱਤਾ ਗਿਆ ਸੀਗਾ ਰੇਲ ਮੰਤਰੀ ਵੱਲੋਂ ਤੇ ਉਹਨਾਂ ਵੱਲੋਂ। ਸੋ ਜੋ ਉਹ ਕਰ ਸਕਦੇ ਆ ਸੂਬਾ ਸਰਕਾਰ ਉਹਨੇ ਕਰ ਲਿੱਤਾ ਹੈਗਾ। ਜਿਹੜੇ ਇਹਨਾਂ ਨੇ ਵਿਧਾਨ ਸਭਾ ਸੈਸ਼ਨ ਬੁਲਾਉਣਾ ਸੀਗਾ ਉਸ 'ਚ ਇਹਨਾਂ ਨੇ ਜੋ ਕੀਤਾ ਉਹ ਜਿਹੜੇ ਹੈ ਕਾਨੂੰਨੀ ਮਾਹਰ ਦੱਸ ਸਕਣਗੇ, ਪਰ ਜਿੰਨੇ ਕਿ ਸਰਕਾਰ ਕਰ ਸਕਦੀ ਸੀ, ਜਿਨ੍ਹਾਂ ਦੇ ਇਹਨਾਂ ਦੇ ਹੱਥ ਪੱਲੇ ਸੀਗਾ, ਇਹਨਾਂ ਦੇ ਵਾਸਤੇ ਸੀਗਾ, ਉਹ ਇਹਨਾਂ ਨੇ ਕਰਤਾ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਅਗਰ ਸਪੋਜ਼ ਇਹ ਇਖਤਿਆਰ ਸੂਬਾ ਸਰਕਾਰਾਂ ਨੂੰ ਹੁੰਦੇ ਆ ਤੇ ਸੂਬਾ ਸਰਕਾਰ ਨੂੰ ਪਤਾ ਕਿ ਅਗਲੀ ਵਾਰ ਸਰਕਾਰ ਤਾਂ ਬਣਾ ਪਾਵਾਂਗੇ ਜੇ ਸਾਰਿਆਂ ਦੀ ਵੋਟਾਂ ਸਾਨੂੰ ਮਿਲਣਗੀਆਂ, ਤੇ ਵੋਟਾਂ ਤਾਂ ਹੀ ਮਿਲਣਗੀਆਂ ਜੇ ਸੂਬੇ ਦੇ ਲੋਕ ਜਿਹੜੇ ਆ ਖੁਸ਼ ਹੋਣਗੇ। ਤੇ ਜੇ ਉਹ ਪ੍ਰੋਟੈਸਟ ਦੇ ਰਸਤੇ 'ਚ ਬੈਠਣਗੇ ਜਿਸ ਤਰੀਕੇ ਦਾ ਹੁਣ ਪ੍ਰੋਟੈਸਟ ਹੈ, ਸਰਕਾਰ ਕਿਸੇ ਦੀ ਨਹੀਂ ਬਣਦੀ। ਸੋ ਇਸ ਕਰਕੇ ਉਹਨਾਂ ਨੂੰ ਲੋਕ ਹਿੱਤ ਦੇ ਵਿੱਚ ਹੀ ਫੈਸਲੇ ਲੈਣੇ ਪੈਣਗੇ। ਬਿਲਕੁਲ। ਸੋ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਬੇਸਿੱਟਾ ਰਹੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਸੋ ਅਗਲੀ ਮੀਟਿੰਗ ਆ 8 ਜਨਵਰੀ ਨੂੰ ਫੇਰ ਰੱਖਤੀ ਆ। ਸੋ ਕਨਕਲੂਜਨ ਦੇ ਤੌਰ ਤੇ ਗੌਰਵ ਜੀ ਤੁਹਾਨੂੰ ਕੀ ਲੱਗਦਾ ਕਿ ਹੁਣ ਆਉਣ ਵਾਲਾ ਸਟੈਪ ਕਿਸ ਤਰ੍ਹਾਂ ਦੇ ਨਾਲ ਲੱਗਦਾ, ਜਾਂ ਕਿਸੇ ਕਿਸਾਨ ਆਗੂ ਦਾ ਹੁਣ ਤੱਕ ਕੋਈ ਬਿਆਨ ਇਸ ਦੇ ਬਾਰੇ ਆਇਆ ਕਿ ਅਗਲੀ ਸਟ੍ਰੈਟਜੀ ਬਾਰੇ ਜਾਂ ਨਹੀਂ? ਹਜੇ ਸਿਰਫ ਉਹਨਾਂ ਨੇ ਇਹ ਮੀਟਿੰਗ ਬਾਰੇ ਦੱਸਿਆ ਕਿ ਵੀ ਕੀ ਆ। ਸੋ ਕੀ ਕੋਈ ਨੈਕਸਟ ਸਟੈਪ ਦੀ ਗੱਲਬਾਤ ਹੋਈ ਹੈ? ਨੈਕਸਟ ਸਟੈਪ ਦੀ ਗੱਲ ਕਮਨ ਜੀ 6 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਹੈਗਾ ਜਿਹੜਾ ਕਿ ਪੋਸਟਪੋਨ ਕਰ ਦਿੱਤਾ ਸੀਗਾ, ਹੁਣ ਉਸ ਦੇ ਬਾਰੇ ਕੱਲ ਰੂਪਰੇਖਾ ਤਿਆਰ ਹੋਏਗੀ ਜੀ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਉਹ ਟਰਾਲੀਆਂ ਨੇ, ਉਹਨਾਂ ਦਾ ਮਾਰਚ ਜਿਹੜਾ ਹੈਗਾ 6 ਤਰੀਕ ਨੂੰ ਨਿਕਲਣਾ ਹੈਗਾ। 8 ਤਰੀਕ ਨੂੰ ਬੈਠੇਗਾ, ਉਸ ਤੋਂ ਪਹਿਲੇ ਉਹ ਨਿਕਲਣਾ ਹੈ। ਠੀਕ ਹੈ। ਉਸ ਨੂੰ ਲੈ ਕੇ ਜਿਹੜੀ ਰਣਨੀਤੀ ਘੜੀ ਜਾਣੀ ਹੈ ਉਹ ਕੱਲ ਹੋਣੀ ਹੈ। ਕੱਲ ਬੈਠਕਾਂ ਹੋਣਗੀਆਂ ਕਿਸਾਨ ਜਥੇਬੰਦੀਆਂ ਦੀ, ਉਸ 'ਚ ਵਿਚਾਰਿਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਦਿੱਲੀ ਨੂੰ ਪੂਰਾ ਘੇਰਾ ਪਾਉਣਾ, ਟਰੈਕਟਰ ਮਾਰਚ ਕੱਢਿਆ ਜਾਣਾ, ਜ਼ਿਆਦਾ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਕਿਸਾਨ ਅਤੇ ਲੋਕਾਂ ਦੀ ਪਾਰਟਿਸਿਪੇਸ਼ਨ, ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਸ ਨੂੰ ਯਕੀਨੀ ਬਣਾਇਆ ਜਾਵੇ।
ਦੂਜੇ ਪਾਸੇ ਜਿਹੜੀ ਤੁਸੀਂ 8 ਤਰੀਕ ਦੀ ਰਣਨੀਤੀ ਦੀ ਗੱਲ ਕਰ ਰਹੇ ਹੋ, ਰਣਨੀਤੀ ਇੱਥੇ ਸਰਕਾਰ ਨੇ ਬਣਾਣੀ ਹੈ। ਕਿਸਾਨਾਂ ਵਾਲੀ ਰਣਨੀਤੀ ਖਤਮ ਹੋ ਚੁੱਕੀ ਹੈ। ਉਹਨਾਂ ਨੇ ਕਿਸਾਨਾਂ ਨੇ ਆਪਣੇ ਵੱਲੋਂ 4 ਸੂਤਰੀ ਏਜੰਡਾ ਜਿਹੜਾ ਸੀਗਾ ਉਹ ਦੇ ਦਿੱਤਾ। ਉਸ ਦੇ ਉੱਪਰ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਅਸੀਂ ਇਹਨਾਂ ਨੂੰ ਤਿੰਨੋਂ ਜਿਹੜੇ ਫਾਰਮ ਲਾਜ਼ ਨੇ ਇਹਨਾਂ ਨੂੰ ਰਿਪੀਲ ਕਰਾਉਣਾ ਯਾਨੀ ਰੱਦ ਕਰਵਾਉਣਾ ਹੈਗਾ, ਸਾਡੇ ਵੱਲੋਂ ਕਲੀਅਰ ਕੱਟ ਹੈਗਾ। ਦੂਜੇ ਪਾਸੇ ਹੁਣ ਸਰਕਾਰ ਤੇ ਦਬਾਅ ਬਣਾਉਣਾ, ਉਸ ਦੀ ਰਣਨੀਤੀ ਜਿਹੜੀ ਹੈਗੀ ਹੈ ਪਹਿਲੇ 6 ਤਰੀਕ ਹੈਗੀ ਹੈ ਤੇ ਉਸ ਤੋਂ ਬਾਅਦ ਸਿੱਧਾ ਨਿਸ਼ਾਨਾ ਜਿਹੜਾ ਆਪਾਂ ਕਹਿੰਦੇ ਆ ਨਾ ਮੱਛੀ ਦੀ ਅੱਖ ਦਾ, ਉਹ ਹੈਗਾ 26 ਜਨਵਰੀ ਦਾ। 26 ਜਨਵਰੀ ਨੂੰ ਕਿਸ ਤਰੀਕੇ ਦੇ ਨਾਲ ਵਰਲਡ ਲੈਵਲ ਦੇ ਉੱਪਰ ਇਸ ਪ੍ਰੋਟੈਸਟ ਨੂੰ, ਇਸ ਮੂਵਮੈਂਟ ਨੂੰ ਦਰਜ ਕਰਾਇਆ ਜਾ ਸਕੇ ਤੇ ਵੱਡੇ ਪੈਮਾਨੇ ਦੇ ਉੱਪਰ ਦੁਨੀਆ ਦੇ ਸਾਹਮਣੇ ਇਹ ਚੀਜ਼ ਜਾ ਸਕੇ, ਇਹ ਮੈਸੇਜ ਜਾ ਸਕੇ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਇਕੱਠੇ ਨੇ ਆਪਣੇ ਹੱਕਾਂ ਦੇ ਲਈ, ਪੀਸਫੁਲੀ ਜਿਹੜਾ ਹੈ ਉਹ ਮੂਵਮੈਂਟ ਦਾ ਇੱਕ ਹਿੱਸਾ ਬਣੇ ਨੇ, ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਕਿਤੇ ਨਾ ਕਿਤੇ ਜਾ ਕੇ ਇੱਕ ਚੀਜ਼ ਥੋੜੀ ਜਿਹੀ ਮੈਂ ਨਾਲ ਕਨੈਕਟ ਕਰਨੀ ਚਾਹੂੰਗਾ, ਔਰ ਵਾਕਿਆ ਹੀ ਜਿਹੜੀ ਹੈਗੀ ਹੈਗਾ ਅਗਲੀ ਰਣਨੀਤੀ ਆ ਉਹ ਤਾਂ ਤਿਆਰ ਡੈਫੀਨਿਟਲੀ ਕਰਨੀ ਪਊਗੀ ਔਰ ਸਟਰੋਂਗ ਤਰੀਕੇ ਦੇ ਨਾਲ ਕਰਨੀ ਪਊਗੀ, ਕਿਉਂਕਿ ਸੌਫਟ ਤਰੀਕੇ ਦੇ ਨਾਲ ਹੁਣ ਤੱਕ ਜਿੰਨੀਆਂ ਗੱਲਾਂ ਬਾਤਾਂ ਕਰਕੇ ਦੇਖ ਲਈਆਂ ਨੇ ਉਹਦਾ ਰਿਜ਼ਲਟ ਸਾਡੇ ਸਾਹਮਣੇ ਆ ਕਿ ਉਹੀ ਗੱਲਬਾਤ ਆ ਜਿਹੜੀ ਕਰਦੇ ਆ ਦੁਬਾਰਾ ਤੋਂ ਫਿਰ ਉਹੀ ਕਰਕੇ ਰਿਪੀਟ ਕਰਕੇ ਤੇ ਉਸਨੂੰ ਠੱਪ ਕਰ ਦਿੱਤਾ ਜਾਂਦਾ, ਅਗਲੀ ਤਰੀਕ ਪਾ ਦਿੱਤੀ ਜਾਂਦੀ ਆ। ਸੋ ਜਿਸ ਹਿਸਾਬ ਦੇ ਨਾਲ ਆਪਾਂ ਅਦਾਲਤਾਂ ਦੀਆਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀਗੇ ਤਰੀਕ ਤੇ ਤਰੀਕ ਮਿਲਦੀ ਜਾਂਦੀ ਆ, ਸੋ ਉਹੀ ਹਾਲ ਹੁਣ ਵੀ ਹੋਇਆ ਕਿ ਤਰੀਕਾਂ ਤੇ ਤਰੀਕਾਂ ਕਰੀ ਜਾਂਦੇ ਨੇ, ਮੀਟਿੰਗਸ ਤੇ ਮੀਟਿੰਗਸ ਕਰੀ ਜਾਂਦੇ ਨੇ, ਪਰ ਰਿਜ਼ਲਟ ਆ ਜਿਹੜਾ ਉਹ ਸਾਡੇ ਸਾਹਮਣੇ ਆ ਕਿ ਜ਼ੀਰੋ ਆ। ਤੇ ਕਿਤੇ ਨਾ ਕਿਤੇ ਜਾ ਕੇ ਇਸ ਨੂੰ ਥੋੜਾ ਜਿਹਾ ਸਟਰੋਂਗ ਤਾਂ ਮੂਵਮੈਂਟ ਨੂੰ ਨਾਟ ਹਿੰਸਕ ਪਰ ਕਿਤੇ ਨਾ ਕਿਤੇ ਜਾ ਕੇ ਸਟਰੋਂਗ ਆ ਜਿਹੜਾ ਉਹ ਕਰਨਾ ਪਊਗਾ, ਕਿਉਂਕਿ ਅਗਰ ਇਹ ਸਟਰੋਂਗ ਨਹੀਂ ਹੋਏਗੀ ਤਾਂ ਇਹਨਾਂ ਦੇ ਜਿਹੜੇ ਕੰਨਾਂ ਦੇ ਉੱਤੇ ਜ਼ੂਮ ਕਿਤੇ ਨਾ ਕਿਤੇ ਜਾ ਕੇ ਤਾਂ ਸਰਕ ਸਕਦੀ ਆ ਅਗਰ ਇਹ ਮੂਵਮੈਂਟਸ ਕਿਤੇ ਤਿੱਖੀਆਂ ਹੋਣਗੀਆਂ। ਹੁਣ ਮੂਵਮੈਂਟ ਤਿੱਖੀ ਕਰਨ ਦੀ ਗੱਲ ਕਰਦੇ ਆ, ਪਰ ਕਿਤੇ ਨਾ ਕਿਤੇ ਜਾ ਕੇ ਤੁਸੀਂ ਮੈਂ ਤੁਹਾਡੇ ਵਿਊਜ਼ ਨੇ ਇਹਦੇ ਬਾਰੇ ਜ਼ਰੂਰ ਲੈਣੇ ਚਾਹੂੰਗਾ ਕਿ ਠੀਕ ਆ ਸੋਸ਼ਲ ਮੀਡੀਆ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਇਫੈਕਟਿਵ ਆ, ਔਰ ਕਿਤੇ ਨਾ ਕਿਤੇ ਜਾ ਕੇ ਜਦੋਂ ਜਿਹੜੇ ਮੇਨ ਚੈਨਲ ਨੇ, ਮੇਨ ਸਟ੍ਰੀਮ ਮੀਡੀਆ, ਨੈਸ਼ਨਲ ਮੀਡੀਆ ਉਹ ਨਹੀਂ ਦਿਖਾਉਂਦਾ ਤਾਂ ਉੱਥੇ ਸੋਸ਼ਲ ਮੀਡੀਆ ਕੰਮ ਆਉਂਦਾ, ਜਾਂ ਜਿਹੜੇ ਲੋਕਲ ਚੈਨਲਸ ਨੇ ਉਹ ਕਿਤੇ ਨਾ ਕਿਤੇ ਜਾ ਕੇ ਕੰਮ ਆਉਂਦੇ ਨੇ। ਸੋ ਬਹੁਤ ਜਿਹੜੇ ਲੋਕਲ ਚੈਨਲਸ ਨੇ ਔਰ ਹਰ ਬੰਦੇ ਦੇ ਹੱਥ ਦੇ ਵਿੱਚ ਫੋਨ ਆ, ਤਕਰੀਬਨ ਹਰ ਬੰਦਾ ਹੀ ਆਪਾਂ ਕਹਿ ਸਕਦੇ ਹਾਂ ਅੱਜ ਦੀ ਡੇਟ ਦੇ ਵਿੱਚ ਜਰਨਲਿਸਟ ਹੈਗਾ। ਸੋ ਕਾਫੀ ਵੀਡੀਓਜ਼ ਇਸ ਟਾਈਪ ਦੀਆਂ ਆਉਂਦੀਆਂ ਨੇ, ਬਿਆਨਬਾਜ਼ੀਆਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਦੀਪ ਸਿੱਧੂ ਦੇ ਤੇ ਲੱਖੇ ਸਿਧਾਣੇ ਦੀ, ਕਿ ਜਦੋਂ ਉੱਦਾਂ ਦੀਆਂ ਵੀਡੀਓਜ਼ ਉਹ ਸਟੇਜ ਦੇ ਉੱਤੇ ਹੀ ਨਜ਼ਰ ਆਉਂਦਾ ਹੁੰਦਾ ਕਿਤੇ ਨਾ ਕਿਤੇ ਜਦੋਂ ਗੱਲ ਕਰਦੇ ਆ, ਕਿਉਂਕਿ ਲੱਖੇ ਸਿਧਾਣੇ ਦੀ ਮੈਂ ਵੀਡੀਓ ਦੀ ਗੱਲ ਕਰਦਾ ਕਿ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ। ਜਦੋਂ ਇਦਾਂ ਦੀਆਂ ਵੀਡੀਓਜ਼ ਜਿਹੜੀਆਂ ਬਾਹਰ ਆਉਂਦੀਆਂ ਨੇ ਤਾਂ ਜਿਹੜੀ ਇਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਫੁੱਟ ਆ ਉਹ ਵੀ ਨਜ਼ਰ ਆਉਂਦੀ ਆ। ਜੇ ਸਾਡੇ ਸਾਹਮਣੇ ਉਹ ਨਜ਼ਰ ਆਉਂਦੀ ਆ, ਅਸੀਂ ਦੇਖਦੇ ਆ, ਤਾਂ ਡੈਫੀਨਿਟਲੀ ਗਵਰਨਮੈਂਟ ਕਿੱਥੋਂ ਨਹੀਂ ਦੇਖਦੇ ਹੋਣਗੇ, ਜਿਹੜੇ ਇਹਨਾਂ ਦੇ ਕਰਿੰਦੇ ਨੇ, ਇਹਨਾਂ ਦੇ ਜਿਹੜੇ ਲੋਕ ਸਾਰੀਆਂ ਗੱਲਾਂ ਪਹੁੰਚਾਉਂਦੇ ਨੇ ਉਹ ਕਿਵੇਂ ਨਹੀਂ ਦੇਖਦੇ ਹੋਣਗੇ। ਸੋ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਜਾ ਕੇ ਅਫੈਕਟ ਕਰ ਰਹੀਆਂ ਨੇ ਇਸ ਮੂਵਮੈਂਟ ਦੇ ਉੱਤੇ, ਕਿਉਂਕਿ ਗਵਰਨਮੈਂਟ ਇਹ ਚੀਜ਼ ਚਾਹੁੰਦੀ ਆ। ਦੇ ਆਰ ਵੇਟ ਐਂਡ ਵਾਚ ਦਾ ਮਤਲਬ ਹੀ ਇਹੀ ਆ ਕਿ ਉਹ ਇਹ ਚੀਜ਼ ਨੂੰ ਦੇਖ ਰਹੇ ਨੇ ਕਿ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੇ ਵਿੱਚ ਡਿਫਰੈਂਸਿਸ ਨੇ ਜਿਹੜੇ ਉਹ ਖੜੇ ਹੋਣ, ਕਿਉਂਕਿ ਜਿਸ ਦਿਨ ਇਹਨਾਂ ਦੇ ਵਿੱਚ ਡਿਫਰੈਂਸਿਸ ਖੜੇ ਹੋ ਗਏ ਇਸ ਮੂਵਮੈਂਟ ਦੇ ਵਿੱਚ ਤਾਂ ਡੈਫੀਨਿਟਲੀ ਇਸ ਮੂਵਮੈਂਟ ਨੂੰ ਢਾਹ ਜਿਹੜੀ ਲੱਗਣੀ ਆ ਉਹ ਸ਼ੁਰੂ ਹੋਣੀ ਆ। ਸੋ ਇਹਨਾਂ ਚੀਜ਼ਾਂ ਤੋਂ ਵੀ ਕਿਤੇ ਨਾ ਕਿਤੇ ਜਾ ਕੇ ਬਚਾਅ ਕਰਨ ਦੀ ਜ਼ਰੂਰਤ ਆ, ਜਿੱਥੇ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਬਾਕੀ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਹਰ ਬੰਦੇ ਨੂੰ ਨਾਲ ਲੈ ਕੇ ਚੱਲਣ ਦੇ ਵਿੱਚ ਕੋਈ ਇਤਰਾਜ਼ ਨਹੀਂ, ਪਰ ਗੱਲਬਾਤ ਆ ਜਿਹੜੀ ਬੈਠ ਕੇ ਪਹਿਲਾਂ ਸੋਲਵ ਕਰ ਲੈਣੀ ਚਾਹੀਦੀ ਆ, ਨਾ ਕਿ ਸਟੇਜਾਂ ਦੇ ਉੱਪਰ ਜਾਂ ਜਿੰਨੇ ਵੀ ਚਾਹੇ ਉਹਦਾ ਨਿਊਜ਼ ਚੈਨਲ ਨੇ, ਚਾਹੇ ਕੋਈ ਬੰਦੇ ਆਪ ਜਿਹੜੇ ਵੀਡੀਓਜ਼ ਨੇ ਉਹ ਬਣਾ ਰਹੇ ਨੇ, ਸੋ ਉਹਨਾਂ ਦੇ ਉੱਤੇ ਜਿਹੜੀਆਂ ਬਿਆਨਬਾਜ਼ੀ ਕਰਨ ਤੋਂ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ, ਚਾਹੇ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਵੀ ਗਰੇਜ਼ ਕਰਨਾ ਚਾਹੀਦਾ ਹੈ ਜੀ ਬਿਆਨਬਾਜ਼ੀ ਤੋਂ। ਬਿਲਕੁਲ ਕਮਲ ਜੀ, ਇਹਦੇ 'ਚ ਆਪਾਂ ਜਿਸ ਤਰੀਕੇ ਨਾਲ ਸਿਚੁਏਸ਼ਨ ਨੂੰ ਸਮਝ ਰਹੇ ਹਾਂ, ਦੇਖੋ ਲੱਖਾ ਸਿਧਾਣਾ ਹੋਵੇ ਜਾਂ ਦੀਪ ਸਿੱਧੂ ਹੋਣ, ਕੋਈ ਵੀ ਹੋਵੇ, ਗੱਲ ਇਹ ਹੈ ਕਿ ਇਸ ਵੇਲੇ ਇਹਨਾਂ ਸਾਰਿਆਂ ਨੇ ਬਹੁਤ ਹੀ ਸਮਝਦਾਰੀ ਦਾ ਜਿਹੜਾ ਹੈਗਾ ਸਬੂਤ ਦਿੱਤਾ। ਸਾਰੇ ਸਮਝਦਾਰ ਨੇ, ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਇਹ ਸਿਆਣੇ ਨੇ। ਇਸੇ ਕਰਕੇ ਅੱਜ ਤੱਕ ਉਹ ਇਹਨਾਂ ਛੋਟੀਆਂ ਗੱਲਾਂ ਨੂੰ ਪਾਸੇ ਰੱਖ ਕੇ ਇਸ ਮੂਵਮੈਂਟ ਦੀ ਕਾਮਯਾਬੀ ਦੇ ਵਾਲੇ ਪਾਸੇ ਜਿਹੜਾ ਹੈ ਲੱਗੇ ਹੋਏ ਨੇ। ਮਨਾਂ ਦੇ ਵਿੱਚ, ਦਿਲਾਂ ਦੇ ਵਿੱਚ ਕੜੱਤਨ ਹੋ ਸਕਦੀ ਹੈ, ਗੱਲਾਂ ਹੋ ਸਕਦੀਆਂ ਕਿ ਉਹਨਾਂ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਜਾਂ ਕੋਈ ਡਿਸੀਜਨ ਮੇਕਿੰਗ ਦੇ ਵਿੱਚ ਉਹਨਾਂ ਨੂੰ ਇਨਵੋਲਵ ਨਹੀਂ ਕੀਤਾ ਜਾ ਰਿਹਾ। ਇਹ ਅਜਿਹੀਆਂ ਚੀਜ਼ਾਂ ਨੇ ਕਿ ਇਸ ਦੇ ਨਾਲ ਕਿਤੇ ਨਾ ਕਿਤੇ ਮੂਵਮੈਂਟ ਨੂੰ ਜਿਹੜੀ ਹੈ ਢਾਲ ਲੱਗ ਸਕਦੀ ਹੈ, ਮੂਵਮੈਂਟ ਤਾਰ-ਪੀੜ ਹੋ ਸਕਦੀ ਹੈ। ਕੇਂਦਰੀ ਏਜੰਸੀਆਂ ਦੀ ਨਿਗਾਹ ਇਹਨਾਂ ਦੇ ਉੱਪਰ ਹੁੰਦੀ ਹੈ, ਉਹਨਾਂ ਦੇ ਏਜੰਟ ਵੀ ਵਿੱਚ ਛੱਡੇ ਹੁੰਦੇ ਆ ਐਸੇ ਮੂਵਮੈਂਟਾਂ ਦੇ ਵਿੱਚ, ਪਰ
ਇਹ ਸਾਰੇ ਲੋਕ ਹੁਣ ਇੰਨੇ ਕੁ ਸਮਝਦਾਰ ਨੇ ਕਿ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਕਈ ਵਾਰ ਚੀਜ਼ਾਂ ਦਿਖਾਈ ਜ਼ਰੂਰ ਦੇ ਜਾਂਦੀਆਂ ਨੇ, ਪਰ ਉਹਨਾਂ ਨੂੰ ਕਿਤੇ ਨਾ ਕਿਤੇ ਅੱਜ ਇੰਨੀ ਜ਼ਰੂਰ ਸਮਝ ਹੈ ਕਿ ਅਗਰ ਇੱਕ ਦੋ ਬੰਦੇ ਵੀ ਅਜਿਹੇ ਹੋਏ ਜਿਨ੍ਹਾਂ ਨੇ ਕੁਝ ਸੈਪਰੇਟਿਸਟ ਵਾਲੀਆਂ ਗੱਲਾਂ ਕੀਤੀਆਂ, ਵੱਖਵਾਦੀਆਂ ਲਈ ਗੱਲਾਂ ਕੀਤੀਆਂ, ਹੁਣ ਤੱਕ ਦੀ ਸਾਰੀ ਮਿਹਨਤ ਖਰਾਬ ਹੋ ਜਾਏਗੀ, ਖਤਮ ਹੋ ਜਾਏਗੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ 10-10 ਕਿਲੋਮੀਟਰ 20-20 ਕਿਲੋਮੀਟਰ ਦਾ ਆਪਾਂ ਗੱਲ ਕਰਦੇ ਨਾ ਲੰਬਾ, ਜਿਹੜਾ ਉਸ ਵੇਲੇ ਜਿਹੜਾ ਉੱਥੇ ਕਾਫਲਾ ਆ ਕਾਰਵਾਂ ਜਿਹੜਾ ਬਣਿਆ ਹੋਇਆ ਉਸ ਨੂੰ ਬਿਖਰਦੇ ਹੋਏ, ਉਸ ਨੂੰ ਢਹਿੰਦੇ ਹੋਏ ਜਾਂ ਸਾਈਡ ਲਾਈਨ ਕਰਦੇ ਹੋਏ ਕੇਂਦਰੀ ਏਜੰਸੀਆਂ ਨੂੰ, ਫੋਰਸਿਸ ਨੂੰ ਮਿੰਟ ਨਹੀਂ ਲੱਗਣੇ। ਬਿਲਕੁਲ ਟਰੂ, ਤੁਸੀਂ ਸਮਝ ਰਹੇ ਹੋ ਆਈ ਗੈਸ ਕਿ ਕਿਸ ਤਰੀਕੇ ਦੇ ਨਾਲ। ਦੇਖੋ ਜਦੋਂ ਇੰਨੀ ਵੱਡੀ ਮੂਵਮੈਂਟ ਜਦੋਂ ਸਿਰਜੀ ਹੁੰਦੀ ਹੈ ਤੇ ਸਾਰਿਆਂ ਦੇ ਉੱਪਰ ਇੱਕ ਪ੍ਰੈਸ਼ਰ ਹੁੰਦਾ, ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ, ਤੇ ਉਸ ਜ਼ਿੰਮੇਵਾਰੀ ਦੇ ਅਹਿਸਾਸ ਦੇ ਨਾਲ ਹੀ ਹਰ ਕਿਸੇ ਨੂੰ ਆਪਣੀ ਭੂਮਿਕਾ ਜਿਹੜੀਆਂ ਨਿਭਾਉਣੀ ਪੈਂਦੀ ਹੈ। ਭਾਵੇਂ ਉਹ ਕੋਈ ਛੋਟਾ ਬੱਚਾ ਹੈ, ਚਾਹੇ ਉਹ ਲੰਗਰ 'ਚ ਸੇਵਾ ਕਰ ਰਿਹਾ ਹੈ, ਜਾਂ ਕੋਈ ਬਜ਼ੁਰਗ ਹੈਗਾ, ਜਾਂ ਕੋਈ ਮਿਡਲ ਏਜਡ ਹੈ, ਕੋਈ ਯੰਗ ਹੈ, ਨੌਜਵਾਨ ਹੈ, ਹਰ ਕਿਸੇ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ ਕਿ ਸਾਰੇ ਆਪਣੇ ਆਪ ਨੂੰ ਜਿਹੜਾ ਹੈਗਾ ਪ੍ਰੋਟੋਕਾਲ 'ਚ ਬੰਨ੍ਹ ਕੇ ਡਿਸਿਪਲਿਨਡ ਤਰੀਕੇ ਦੇ ਨਾਲ ਜਿਹੜਾ ਹੈ ਅੱਗੇ ਵਧਣ, ਤਾਂ ਜੋ ਕਿਸੇ ਨੂੰ ਅੰਦਰ ਆਉਣ ਦੀ ਸਪੇਸ ਹੀ ਨਾ ਮਿਲੇ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ। ਉਸੇ ਤਰੀਕੇ ਦੇ ਨਾਲ ਜਿਹੜੀ ਮੂਵਮੈਂਟ ਹੈ ਅੱਗੇ ਜਾ ਸਕਦੀ ਹੈ, ਬਹੁਤ ਵਧੀਆ ਤਰੀਕੇ ਦੇ ਨਾਲ ਜਾ ਵੀ ਰਹੀ ਹੈ। ਪਰ ਇੱਥੇ ਜਿਹੜੀ ਕਮੀ ਹੈ, ਜਿਹੜੀ ਤੁਸੀਂ ਜਿਵੇਂ ਗੱਲ ਕਰ ਰਹੇ ਸੀ, ਕਮੀ ਜਿਹੜੀ ਦਿਖਾਈ ਜਾਂਦੀ ਹੈ ਰਾਈਟ ਫਰੋਮ ਡੇ 1 ਵੀ ਆਰ ਡਿਸਕਸਿੰਗ ਦਿਸ ਥਿੰਗ ਕਿ ਆਖਿਰ ਉਹ ਕਮੀ ਕਿੱਥੇ ਹੈਗੀ ਹੈ। ਕਮੀ ਇਹ ਹੈ ਕਿ ਅਗਰ ਸਾਡੇ ਪੰਜਾਬ ਦਾ ਸੋਸ਼ਲ ਮੀਡੀਆ ਦਿਖਾ ਰਿਹਾ, ਵਰਲਡ ਵਾਈਡ ਦਿਖਾ ਰਿਹਾ ਹੈ, ਪਰ ਉਸ ਕਮਿਊਨਿਟੀ ਨੂੰ ਦਿਖਾ ਰਿਹਾ ਜਿਨ੍ਹਾਂ ਦੇ ਜ਼ਿਆਦਾਤਰ ਲੋਕ ਉੱਥੇ ਬੈਠੇ ਹੋਏ ਨੇ। ਤੁਸੀਂ ਸਮਝੋ ਸਾਡੀ ਮਾਂ ਬੋਲੀ ਪੰਜਾਬੀ ਹੈ, ਸਾਡੇ ਜ਼ਿਆਦਾਤਰ ਪੰਜਾਬੀ ਲੋਕ ਦੇਖ ਰਹੇ ਨੇ, ਬਟ ਰੈਸਟ ਆਫ ਦਾ ਇੰਡੀਆ ਡਜ਼ਨਟ ਅੰਡਰਸਟੈਂਡ ਪੰਜਾਬੀ, ਉਹ ਨਹੀਂ ਸਮਝ ਪਾਉਂਦੇ। ਤੇ ਹੁਣ ਉਹ ਜਦੋਂ ਪੰਜਾਬੀ ਸਾਡਾ ਮੀਡੀਆ ਚਲਾ ਰਿਹਾ ਕੋਈ ਚੀਜ਼ ਉਹ ਨਹੀਂ ਸਮਝ ਪਾਣਗੇ, ਉਹਨਾਂ ਤੱਕ ਜਿਹੜਾ ਇੱਕ ਮੇਨ ਸਟ੍ਰੀਮ ਮੀਡੀਆ ਜਾਂ ਉਧਰ ਦਾ ਸੋਸ਼ਲ ਮੀਡੀਆ ਜੋ ਚਲਾ ਰਿਹਾ ਹੋਏਗਾ ਉਹਨਾਂ ਨੂੰ ਉਹੀ ਚੀਜ਼ ਸਮਝ ਪੈਣੀ ਹੈ। ਤੇ ਉਹ ਕਿਹੜੀ ਬੋਲੀ ਇਸ ਵੇਲੇ ਬੋਲ ਰਿਹਾ ਤੁਸੀਂ ਵੀ ਜਾਣਦੇ ਹੋ, ਦਰਸ਼ਕ ਵੀ ਜਾਣਦੇ, ਇਸ ਕਰਕੇ ਉਹਨਾਂ ਦਾ ਵੀ ਨਾਲ ਹੋਣਾ ਬਹੁਤ ਲਾਜ਼ਮੀ ਹੈ। ਕਿਸਾਨਾਂ ਦੀ ਜਿਹੜੀ ਸਟ੍ਰੈਟਜੀ ਹੈ ਕਿ ਕਿਤੇ ਨਾ ਕਿਤੇ ਉਹ ਮਲਟੀ ਪੁਆਇੰਟ ਹੋਣੀ ਚਾਹੀਦੀ ਹੈ, ਵੱਖ-ਵੱਖ ਸੂਬਿਆਂ ਦੀਆਂ ਜਥੇਬੰਦੀਆਂ ਇਕੱਠੀਆਂ ਹੋਣ, ਵੱਡਾ ਪ੍ਰੈਸ਼ਰ ਪਵੇ, ਤੇ ਉਸ ਤੋਂ ਬਾਅਦ ਜਾ ਕੇ ਤੁਸੀਂ ਟੇਬਲ ਦੇ ਉੱਪਰ ਹਾਰਡ ਟਾਕ ਕਰ ਸਕਦੇ ਹੋ। ਅਜੇ ਤੱਕ ਹਾਰਡ ਟਾਕ ਕਰਨ ਵਾਲੀ ਸਿਚੁਏਸ਼ਨ 'ਚ ਨਹੀਂ ਹੈ ਜਿਵੇਂ ਅਸੀਂ ਪਹਿਲੇ ਕਿਹਾ ਸੀਗਾ। ਬਿਲਕੁਲ 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 ਉਹ ਨਹੀਂ ਹੈਗੀ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਜੀ, ਚਾਹੇ ਕੋਈ ਆਗੂ ਆ, ਛੋਟਾ ਆਗੂ ਆ, ਵੱਡਾ ਆਗੂ ਆ, ਚਾਹੇ ਮੇਨ ਸਟ੍ਰੀਮ ਮੀਡੀਆ ਦੀ ਆਪਾਂ ਗੱਲ ਕਰਦੇ ਆ ਕਿ ਮੇਨ ਸਟ੍ਰੀਮ ਮੀਡੀਆ ਵਾਕਈ ਅਗੇਂਸਟ ਖਬਰਾਂ ਦਿਖਾਉਂਦਾ ਜਾਂ ਕੁਝ ਵੀ ਆ, ਪਰ ਫਿਰ ਵੀ ਐਟਲੀਸਟ ਉਹਨਾਂ ਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਜਿਹੜੀ ਕਵਰੇਜ ਆ ਉਹ ਜ਼ਰੂਰ ਕਰਵਾਉਣੀ ਚਾਹੀਦੀ ਹੈ, ਕਿਉਂਕਿ ਫਿਰ ਵੀ ਜਦੋਂ ਗੱਲ ਬਾਹਰ ਨਿਕਲੂਗੀ ਤਾਂ ਲੋਕਾਂ ਨੂੰ ਤੱਕ ਤਾਂ ਐਟਲੀਸਟ ਪਹੁੰਚੂਗੀ ਨਾ। ਜਿਵੇਂ ਤੁਸੀਂ ਗੱਲ ਕੀਤੀ ਹੈ, ਕਮਿਊਨੀਕੇਸ਼ਨ ਇੱਕ ਗੈਪ ਆ। ਜੇ ਹੁਣ ਪੰਜਾਬ ਦੇ ਵਿੱਚ ਆ ਜਾਂ ਪੰਜਾਬੀ ਲੋਕ ਹੀ ਦੇਖ ਰਹੇ ਨੇ ਤਾਂ ਉਹਦਾ ਕੋਈ ਜ਼ਿਆਦਾ ਬੈਨੀਫਿਟ ਨਹੀਂ ਜਦ ਤੱਕ ਉਹ ਪੂਰੇ ਭਾਰਤ ਦੇ ਵਿੱਚ ਨਹੀਂ ਫੈਲਦਾ ਔਰ ਪੂਰੇ ਵਰਲਡ ਦੇ ਵਿੱਚ ਨਹੀਂ ਫੈਲਦਾ ਹੈਗਾ। ਸੋ ਹਰ ਜਗ੍ਹਾ ਦੇ ਉੱਤੇ ਜਿਹੜਾ ਇਹ ਖਬਰ ਆ ਜਾਂ ਜਿਹੜੀ ਗੱਲ ਆ ਉਹ ਪਹੁੰਚਾਉਣੀ ਕਿਤੇ ਨਾ ਕਿਤੇ ਜਾ ਕੇ ਬਹੁਤ ਜ਼ਿਆਦਾ ਜ਼ਰੂਰਤ ਆ, ਕਿਉਂਕਿ ਜਦ ਤੱਕ ਉਹ ਹਰ ਘਰ ਦੇ ਵਿੱਚ ਹਰ ਬੰਦੇ ਦੇ ਕੋਲੇ ਨਹੀਂ ਪਹੁੰਚਦੀ ਉਨੀ ਦੇਰ ਤੱਕ ਇਹ ਸੰਘਰਸ਼ ਨੂੰ ਜਿਹੜਾ ਤਿੱਖਾ ਕਰਨਾ, ਹਾਰਡ ਕਰਨਾ ਜਾਂ ਪ੍ਰੈਸ਼ਰ ਬਣਾ ਕੇ ਰੱਖਣਾ ਉਹ ਕਿਤੇ ਨਾ ਕਿਤੇ ਜਾ ਕੇ ਜਿਹੜਾ ਮੁਸ਼ਕਿਲ, ਕਿਉਂਕਿ ਜੇ ਇੰਨਾ ਪ੍ਰੈਸ਼ਰ ਗਵਰਨਮੈਂਟ ਦੇ ਉੱਤੇ ਬਣਿਆ ਹੁੰਦਾ ਜਿਸ ਹਿਸਾਬ ਦੇ ਨਾਲ ਨਾਰਮਲ ਗੱਲਾਂ ਬਾਤਾਂ ਹੁੰਦੀਆਂ ਨੇ, ਤਾਂ ਮੈਨੂੰ ਲੱਗਦਾ ਕਿ ਹੁਣ ਤੱਕ ਕੋਈ ਨਾ ਕੋਈ ਜਿਹੜਾ ਰਿਜ਼ਲਟ ਆ ਉਹ ਸਾਡੇ ਸਾਹਮਣੇ ਆਉਣਾ ਚਾਹੀਦਾ ਸੀ। 7 ਮੀਟਿੰਗਾਂ ਹੋਣ ਤੋਂ ਬਾਅਦ, ਇੰਨੇ ਮਹੀਨੇ ਬੀਤਣ ਤੋਂ ਬਾਅਦ, 60 ਲੋਕਾਂ ਦੀ ਜਾਣ ਤੋਂ ਬਾਅਦ ਅਗਰ ਹਜੇ ਟੱਸ ਤੋਂ ਮਸ ਗਵਰਨਮੈਂਟ ਨਹੀਂ ਹੋ ਰਹੀ, ਸੋ ਉਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਕੁ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਜਾਂ ਦਬਾਅ ਬਣਿਆ ਹੋਇਆ। ਨਾਲੇ ਦੇਖੋ ਤੁਸੀਂ ਇੱਕ ਪ੍ਰੈਸ਼ਰ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਦੇਖੋ ਅਗਰ ਜਿਹੜਾ ਆਪਣਾ ਚੌਥਾ ਸਤੰਭ ਜਿਹੜਾ ਹੈਗਾ ਲੋਕਤੰਤਰ ਦਾ ਕਿਹਾ ਜਾਂਦਾ ਮੀਡੀਆ ਹੁੰਦਾ, ਬਿਲਕੁਲ, ਤੇ ਹੁਣ ਉਹ ਮੀਡੀਆ ਇੱਕ ਨੈਸ਼ਨਲ ਮੇਨ ਸਟ੍ਰੀਮ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਸਪੋਜ਼ ਭਾਰਤ ਦੀ ਜਿਹੜੀ ਮੇਨ ਲੈਂਗੁਏਜ ਹਿੰਦੀ ਹੈਗੀ ਹੈ ਅਦਰ ਦੈਨ ਇੰਗਲਿਸ਼। ਹੁਣ ਅਗਰ ਹਿੰਦੀ ਚੈਨਲ ਸਪੋਜ਼ ਦੇਸ਼ ਦੇ ਵਿੱਚ 12 ਕੁ ਚੈਨਲ ਜਿਹੜੇ ਆਪਰੇਟ ਕਰਦੇ ਨੇ, ਜਿਹੜੇ ਟੌਪ ਦੇ ਨੇ, ਅਗਰ ਉਹ 12 ਦੇ 12 ਚੈਨਲ ਜਿਹੜੇ ਨੇ ਉਹ ਨਿਰਪੱਖਤਾ ਦੇ ਨਾਲ ਪ੍ਰੋਪਰਲੀ ਇਸ ਮੂਵਮੈਂਟ ਨੂੰ ਦਿਖਾਣ, ਪ੍ਰੋਪਰਲੀ ਜਿਹੜਾ ਹੈ ਸਾਰਾ ਦਿਨ ਜਿਹੜਾ ਹੈ ਸਰਕਾਰ ਦੀ ਮੂਵਮੈਂਟ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ, ਤੇ ਪੂਰੇ ਦੇਸ਼ ਦੇ ਵਿੱਚ ਇੱਕ ਸਾਰੇ ਚੈਨਲ ਅਗਰ ਨਿਰਪੱਖਤਾ ਦੇ ਨਾਲ ਕਰਨ, ਇੱਕ ਹੀ ਮੈਸੇਜ ਜਾਵੇ, ਤਾਂ ਪ੍ਰੈਸ਼ਰ ਆਪਣੇ ਆਪ ਬਿਲਡ ਹੋ ਜਾਂਦਾ, ਆਪਣੇ ਆਪ ਬਿਲਡ ਹੋ ਜਾਂਦਾ। ਬਿਲਕੁਲ ਬਿਲਕੁਲ ਉਹੀ ਪ੍ਰੈਸ਼ਰ ਬਿਲਡ ਕਰਨ ਦੀ ਜ਼ਰੂਰਤ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਵੇ। ਔਰ ਜਦ ਤੱਕ ਪ੍ਰੈਸ਼ਰ ਪ੍ਰੋਪਰਲੀ ਬਿਲਡ ਨਹੀਂ ਹੁੰਦਾ, ਉਹ ਚਾਹੇ ਭਾਰਤ ਦੇ ਲੋਕਲ ਜਿਹੜੇ ਸਾਰੇ ਬਾਕੀ ਰਾਜ ਨੇ ਉਹਨਾਂ ਦੇ ਵਿੱਚੋਂ, ਔਰ ਨਾਲ ਦੀ ਨਾਲ ਜਿਹੜੇ ਹੈਗੇ ਨੇ ਜੀ ਵਰਲਡ ਲੈਵਲ ਦੇ ਉੱਤੇ ਬਾਕੀ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜਾ ਕੇ ਇਸ ਚੀਜ਼ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਂਦਾ, ਤੇ ਉਨੀ ਦੇਰ ਤੱਕ ਮੈਨੂੰ ਲੱਗਦਾ ਇਸ ਚੀਜ਼ ਦਾ ਜਿਹੜਾ ਹੱਲ ਆ ਉਹ ਕਿਤੇ ਨਾ ਕਿਤੇ ਜਾ ਕੇ ਨਜ਼ਰ ਨਹੀਂ ਆ ਰਿਹਾ। ਸੋ ਬਾਕੀ ਇਹੀ ਅਸੀਂ ਤਾਂ ਅਰਦਾਸ ਕਰਦੇ ਹਾਂ ਜੀ
ਪ੍ਰਮਾਤਮਾ ਅੱਗੇ ਕਿ ਇੰਨੇ ਲੋਕ ਜਿਹੜੇ ਉੱਥੇ ਗਏ ਹੋਏ ਨੇ ਜੀ, ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਔਰ ਸਾਡੇ ਨਾਲ ਮਿਸ਼ੀਗਨ ਤੋਂ ਇੱਕ ਕਾਲ ਆ ਜੀ, ਆਪਾਂ ਉਹਨਾਂ ਨੂੰ ਵੀ ਔਨ ਏਅਰ ਕਰ ਦਿੰਦੇ ਹਾਂ। ਸ਼ਾਇਦ ਸੰਧੂ ਸਾਹਿਬ ਨੇ। ਸੰਧੂ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਸਫਰ ਟੀਵੀ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀ ਮੁਬਾਰਕ ਤੇ ਸਤਿ ਸ਼੍ਰੀ ਅਕਾਲ ਜੀ। ਮੈਂ ਵੀ ਕੁਝ ਵਿਚਾਰ ਤੁਹਾਡੇ ਨਾਲ, ਜੇ ਤੁਸੀਂ ਜੀ ਬਿਲਕੁਲ 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 ਜੀ ਜੀ ਜੀ। ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈ ਕਿ ਵੀ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਨੇ, ਅਸੀਂ ਇਹਨਾਂ ਨੂੰ ਦਰੁਸਤ ਕਿਵੇਂ ਕਰ ਸਕਦੇ ਹਾਂ? ਸਾਡੇ ਲਈ ਸਭ ਤੋਂ ਵੱਡਾ ਸਵਾਲ ਹੋਣਾ ਚਾਹੀਦਾ ਹੈ ਕਿ ਅਸੀਂ ਰਵਾਇਤੀ ਪਾਰਟੀਆਂ ਦੇ, ਜਿਹੜਾ ਕਿ ਮੈਂ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਦੀ ਜਦੋਂ ਵੀ ਕਦੇ ਕੋਈ ਗੱਲਬਾਤ ਹੁੰਦੀ ਹੈ ਜੀ, ਮੈਂ ਇਹੀ ਕਹਿਣਾ ਵੀ ਇਹ ਇੱਕ ਸਾਨੂੰ ਸੌਫਟ ਡਿਕਟੇਟਰਸ਼ਿਪ ਮਿਲੀ ਹੋਈ ਹੈ ਜੀ। ਉਹ ਸੌਫਟ ਡਿਕਟੇਟਰਸ਼ਿਪ ਦਾ ਮਤਲਬ ਇਹ ਹੈ ਕਿ ਵੀ ਕਾਂਗਰਸ ਟਿਕਟ ਪ੍ਰਥਾ ਹੈ ਜਿਹੜੀ, ਬਈ ਇਹ ਬੰਦੇ ਨੂੰ ਟਿਕਟ ਦੇਣੀ ਹੈ ਜੀ। ਉਹ ਕੋਈ ਚੋਰ, ਡਾਕੂ, ਲੁਟੇਰਾ ਹੋ ਸਕਦਾ ਜੀ। ਬੀਜੇਪੀ ਜਾਂ ਅਕਾਲੀ ਦਲ ਵੀ ਨੋਮੀਨੇਟ ਕਰਦੇ ਨੇ ਬੰਦਾ, ਸਾਨੂੰ ਸਾਡੇ ਤੇ ਥੋਪ ਦਿੰਦੇ ਨੇ ਜੀ। ਸਾਡੇ ਕੋਲੇ ਚੋਇਸ ਕੀ ਹੈ? ਅਸੀਂ 3 ਡਾਕੂਆਂ ਜਾਂ 4 ਡਾਕੂਆਂ ਦੇ ਵਿੱਚੋਂ ਚੂਜ਼ ਕਰਨਾ ਹੈ ਵੀ ਕਿਹੜਾ ਡਾਕੂ ਸਾਨੂੰ ਬੈਸਟ ਲੁੱਟੂਗਾ, ਕਿਹਦੇ ਤੋਂ ਲੁਟਾ ਹੋਣਾ, ਕਿਹਦੇ ਤੋਂ ਲੁਟਾ ਹੋਣਾ। ਬਿਲਕੁਲ, ਗੱਲ ਅਸੀਂ ਡੈਮੋਕ੍ਰੇਸੀ ਦੀ ਕਰਦੇ ਹਾਂ, ਇਹ ਸਾਡੀ ਤਰਾਸਦੀ ਹੈ। ਬਿਲਕੁਲ। ਹੁਣ ਗੱਲ ਇਹ ਵੀ ਅਵੇਅਰਨੈਸ ਦੀ, ਜਦੋਂ ਤੱਕ ਤੁਸੀਂ ਅਵੇਅਰਨੈਸ ਗਰਾਊਂਡ ਲੈਵਲ ਤੋਂ ਨਹੀਂ ਆਉਂਦੀ, ਗ੍ਰਾਮ ਪੰਚਾਇਤਾਂ ਤੋਂ ਨਹੀਂ ਆਉਂਦੀ ਜੀ, ਗ੍ਰਾਮ ਸਭਾਵਾਂ ਤੋਂ ਨਹੀਂ ਅਵੇਅਰਨੈਸ ਕ੍ਰੀਏਟ ਕੀਤੀ ਜਾਂਦੀ, ਜਦੋਂ ਸਾਨੂੰ ਅੱਜ ਤੱਕ ਕਨਸਟੀਟਿਊਸ਼ਨ ਨਹੀਂ ਪੜਾਇਆ ਜਾਂਦਾ 10ਵੀਂ 11ਵੀਂ 12ਵੀਂ ਤੱਕ, ਸਾਨੂੰ ਇਹੀ ਨਹੀਂ ਪਤਾ ਸਾਡੇ ਹੱਕ ਕੀ ਨੇ ਜੀ ਤੇ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ। ਬਿਲਕੁਲ। ਇਹਦੇ ਤੋਂ ਅਸੀਂ ਕੰਪਲੀਟਲੀ ਸਾਨੂੰ ਮਹਿਰੂਮ ਰੱਖਿਆ ਜਾਂਦਾ, ਤਾਂ ਕਿ ਜਿਹੜੀਆਂ, ਮੈਂ ਇਹਨੂੰ ਕਹਿੰਦਾ ਵੀ ਇਟਸ ਪਾਵਰਟੀ ਬਾਈ ਡਿਜ਼ਾਈਨ ਜੀ। ਇੰਡੀਆ ਜਿਹੜਾ ਪਾਵਰਟੀ, ਇੰਡੀਆ ਬਹੁਤ ਰਿਚ ਕੰਟਰੀ ਹੈ, ਬਹੁਤ ਅਮੀਰ ਕੰਟਰੀ ਹੈ। ਤੁਸੀਂ ਦੇਖੋ ਨਾ, ਲੱਖਾਂ ਲੋਕ ਉੱਥੇ ਭੋਜਨ ਛਕ ਰਹੇ ਨੇ ਤੇ ਕੋਈ ਕਮੀ ਨਹੀਂ ਆ ਰਹੀ। ਬਿਲਕੁਲ। ਵਿਵਸਥਾ ਦੀ ਪ੍ਰੋਬਲਮ ਹੈ ਉੱਥੇ, ਅਰੇਂਜਮੈਂਟ ਦੀ ਪ੍ਰੋਬਲਮ ਹੈ, ਮਾਲ ਸਭ ਅਵੇਲੇਬਲ ਹੈ, ਉਹਨੂੰ ਕਿਵੇਂ ਵੰਡਿਆ ਜਾਵੇ, ਕਿਵੇਂ ਉਹਨੂੰ ਡਿਸਟ੍ਰੀਬਿਊਸ਼ਨ ਹੋਵੇ, ਵੈਲਥ ਦੀ ਡਿਸਟ੍ਰੀਬਿਊਸ਼ਨ ਕਿਵੇਂ ਹੋਵੇ ਜੀ, ਤੁਹਾਡੇ ਹਕੂਕ ਦੀ ਡਿਸਟ੍ਰੀਬਿਊਸ਼ਨ ਕਿਵੇਂ ਹੋਵੇ, ਲੋਕਾਂ 'ਚ ਅਵੇਅਰਨੈਸ ਕਿਵੇਂ ਪਾਈ ਜਾਵੇ ਤਾਂ ਕਿ ਲੋਕ ਜਾਗਰੂਕ ਹੋਣ ਤੇ ਉਹ ਆਪਦਾ ਫਾਇਦਾ ਆਪ ਹੀ ਕਰ ਸਕਦੇ ਹੋ, ਉਹ ਸਾਡੇ ਲੀਡਰਾਂ ਨੂੰ ਕੁਐਸਚਨ ਕਰ ਸਕਦੇ ਹੋ ਜੀ। ਪਰ ਸਾਨੂੰ ਉੱਥੋਂ ਮਹਿਰੂਮ ਤਾਂ ਰੱਖਿਆ ਜਾਂਦਾ ਕਿਉਂਕਿ ਉਹ ਸਾਨੂੰ ਚਾਹੁੰਦੇ ਨੇ ਕਿ ਅਸੀਂ ਗਰੀਬ ਰਹੀਏ, ਬਿਲਕੁਲ ਬਿਲਕੁਲ ਰਹੀਏ ਤੇ ਅਵੇਅਰਨੈਸ ਨਾ। ਰਿਐਲਿਟੀ ਇਹੀ ਹੈ, ਰਿਐਲਿਟੀ। ਸੰਧੂ ਸਾਹਿਬ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ, ਮੈਂ ਰਿਐਲਿਟੀ ਇਹੀ ਆ ਕਿਉਂਕਿ ਅਸਲ ਦੇ ਵਿੱਚ ਜਦੋਂ ਲੋਕ ਜਾਗਰੂਕ ਹੋ ਗਏ, ਫਿਰ ਜਿਵੇਂ ਤੁਸੀਂ ਗੱਲ ਕੀਤੀ, ਤੁਸੀਂ ਵਰਡ ਯੂਜ਼ ਕੀਤਾ ਕਿ ਸਾਡੇ ਕੋਲੇ 4 ਜਾਂ 5 ਗੁੰਡਾ ਅਨਸਰ ਹੀ ਨੇ, ਸਾਨੂੰ ਉਹਨਾਂ ਦੇ ਵਿੱਚੋਂ ਹੀ ਸਿਲੈਕਟ ਕਰਨਾ ਪੈਣਾ, ਸਾਡੇ ਕੋਲੇ ਹੋਰ ਕੋਈ ਚੁਆਇਸ ਹੀ ਨਹੀਂ ਹੈਗੀ। ਫਿਰ ਸੋ ਇਹਨਾਂ ਲੋਕਾਂ ਨੇ ਜਦੋਂ ਉੱਥੇ ਜਾ ਕੇ ਪਹੁੰਚਣਾ, ਸੋ ਇਹਨਾਂ ਤੋਂ ਅਸੀਂ ਆਹੀ ਉਮੀਦ ਲਾ ਸਕਦੇ ਹਾਂ ਜੋ ਅੱਜ ਸਾਡੇ ਸਾਹਮਣੇ ਚੱਲ ਰਹੀ ਹੈ। ਕੀ ਸਿਚੁਏਸ਼ਨ ਹੈ? ਹੁਣ ਜਿਹੜਾ ਕਾਂਗਰਸ ਦਾ ਇੱਕ ਬੰਦਾ ਟਿਕਟ ਲੈਂਦਾ ਐਮਐਲਏ ਦੀ ਜੀ, ਉਹ 2-4 ਕਰੋੜ ਰੁਪਇਆ ਦੇ ਕੇ ਲੈਂਦਾ। ਬਿਲਕੁਲ। ਬੇਸ਼ੱਕ ਉਹ ਅਕਾਲੀ ਦਲ ਦਾ ਕੋਈ ਕੈਂਡੀਡੇਟ ਹੈ, ਉਹ ਵੀ ਅੱਗੇ ਰਿਸ਼ਵਤ ਦਿੰਦਾ, ਲੀਡਰਾਂ ਨੂੰ ਪੈਸੇ ਦਿੰਦਾ ਤੇ ਉਹ ਆਪਦੀ ਨੋਮੀਨੇਸ਼ਨ ਲੈਂਦਾ ਤੇ ਉਹ ਫਿਰ ਤੁਹਾਨੂੰ ਕੀ ਲੱਗਦਾ ਵੀ ਉਹ ਆਪਦੇ ਪੈਸੇ ਪੂਰੇ ਨਹੀਂ ਕਰੂਗਾ? ਬਿਲਕੁਲ, ਡੈਫੀਨਿਟਲੀ। ਉਹਦੇ ਲਈ ਤਾਂ ਇੱਕ ਬਿਜ਼ਨਸ ਹੈ। ਬਿਲਕੁਲ। ਹੁਣ ਗੱਲ ਇਹ ਹੈ ਵੀ ਸਾਡੀ ਬੇਵਕੂਫੀ ਕਹਾਂ, ਇਹਨੂੰ ਮੈਂ ਤਰਾਸਦੀ ਕਹਾਂ, ਸਾਡਾ ਦੁਖਾਂਤ ਕਹਾਂ, ਕੀ ਵਰਡ ਇਹਦੇ ਲਈ ਯੂਜ਼ ਕੀਤਾ ਜਾਵੇ ਕਿ ਅਸੀਂ ਇਹ ਸੋਚ ਕੇ ਐਮਐਲਏ ਨੂੰ ਜਾਂ ਲੀਡਰ ਨੂੰ ਚੁਣ ਲੈਂਦੇ ਆ, ਉਹਨੂੰ ਐਕਸੈਪਟ ਕਰ ਲੈਂਦੇ ਆ, ਬਰਦਾਸ਼ਤ ਕਰਦੇ ਆ ਫਿਰ ਕਿ ਇਹਦਾ ਦਾਦਾ ਵੀ ਐਮਐਲਏ ਹੁੰਦਾ ਸੀ, ਇਹਦਾ ਪਿਓ 5 ਵਾਰੀ ਦਾ ਮੁੱਖ ਮੰਤਰੀ ਰਿਹਾ ਹੈ, ਹੁਣ ਇਹਦਾ ਪੁੱਤ ਡਿਜ਼ਰਵ ਕਰਦਾ ਹੈ। ਵਾਏ ਅਸੀਂ ਕਿਉਂ ਚੂਜ਼ ਕਰ ਰਹੇ ਹਾਂ ਉਹਨੂੰ? ਬਿਲਕੁਲ ਸਹੀ ਹੈ। ਅਸੀਂ ਇੰਨੇ ਬਲਾਈਂਡ ਕਿਉਂ ਆ? ਕਿਉਂਕਿ ਸਾਡੇ 'ਚ ਅਵੇਅਰਨੈਸ ਨਹੀਂ। ਬਿਲਕੁਲ ਸਹੀ। ਹੁਣ ਗਿੱਲ ਸਾਹਿਬ, ਮੈਂ ਕਈ ਵਾਰੀ ਮੈਂ ਇੱਕ ਵਾਰੀ ਖਹਿਰਾ ਸਾਹਿਬ ਨਾਲ ਵੀ ਡਿਸਕਸ਼ਨ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਮੈਨੂੰ ਗੱਲ ਜ਼ੁਬਾਨ ਮੇਰੀ ਬੰਦ ਕਰਵਾਤੀ ਜੀ। ਮੈਂ ਉਹਨਾਂ ਨੂੰ ਵੀ ਇਹ ਕਿਹਾ ਸੀ, ਮੈਂ ਕਿਹਾ ਕਿਉਂ ਨਹੀਂ ਅਸੀਂ ਪੰਚਾਇਤ ਲੈਵਲ ਤੋਂ ਕੈਂਡੀਡੇਟਸ ਦੀ 2 ਸਾਲ ਪਹਿਲਾਂ ਤੋਂ ਡਿਬੇਟਸ ਕਰਾਉਣੀਆਂ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਪਬਲਿਕ ਦੇ ਵਿੱਚ ਆ ਕੇ ਉਹ ਦੱਸਣ ਵੀ ਉਹਨਾਂ ਨੇ ਹੁਣ ਤੱਕ ਕੀਤਾ ਕੀ ਹੈ ਪਬਲਿਕ ਲਈ। ਬਿਲਕੁਲ। अब 2 साल पहला तो डिबेट्स होंदियां जान, एक कॉन्स्टिट्यूएंसी दे 10, 15, 20 ਬੰਦੇ ਜਿਹੜੇ ਨੇ ਉਹ ਕਹਿੰਦੇ ਨੇ ਵੀ ਅਸੀਂ ਐਮਐਲਏ ਦੇ ਉਮੀਦਵਾਰ ਆ ਜੀ, ਉਹਨਾਂ ਨੂੰ ਪਬਲਿਕ ਦੇ ਵਿੱਚ ਲਿਆ ਕੇ 10 ਬੰਦਿਆਂ ਦੇ ਸਾਹਮਣੇ, 100 ਬੰਦਿਆਂ ਦੇ ਸਾਹਮਣੇ, 500 ਬੰਦਿਆਂ ਦੇ ਸਾਹਮਣੇ ਉਹਨਾਂ ਨੂੰ ਸਵਾਲ ਕਰੋ, ਕੁਐਸਚਨ ਕਰੋ, ਕੀ ਕੀਤਾ ਅਜੇ ਤੱਕ ਤੋਂ, ਲੋਕਾਂ ਦੇ ਵਿੱਚ ਅਵੇਅਰਨੈਸ ਆਵੇ, ਉਹਦੀ ਕੁਆਲੀਫਿਕੇਸ਼ਨ ਕੀ ਹੈ। ਬਿਲਕੁਲ ਸਰ, ਮੈਂ ਇੱਥੇ ਥੋੜਾ ਇਨਵੋਲਵ ਸੀਗਾ ਕੈਨੇਡਾ ਦੇ ਵਿੱਚ, ਕਿਚਨਰ ਵਾਟਰਲੂ ਨਾਰਥ ਜੀ ਜੀ
ਇੱਕ ਨੋਮੀਨੇਸ਼ਨ ਲਈ ਮੈਂ ਕਾਫੀ ਇਨਵੋਲਵ ਰਿਹਾ, ਕਲੋਜ਼ਲੀ ਵਾਚ ਕੀਤਾ। ਠੀਕ ਹੈ ਜੀ। ਉੱਥੇ 4 ਕੈਂਡੀਡੇਟ ਸੀ ਜੀ, ਇੱਕ ਆਪਣਾ ਪੰਜਾਬੀ ਸੀ ਤੇ 3 ਗੋਰੇ ਸੀ ਜੀ। ਇੱਕ ਗੋਰਾ ਜਿਹੜਾ ਸੀ ਹੀ ਵਾਸ ਅ ਡੈਂਟਿਸਟ ਐਂਡ ਹੀ ਵਾਸ ਫਰਮ ਆਊਟ ਆਫ ਟਾਊਨ, ਪਰ ਉਹਦੀ ਪ੍ਰੈਕਟਿਸ ਗੋਲਫ ਦੇ ਵਿੱਚ ਸੀ, ਕਿਚਨਰ ਦੇ ਵਿੱਚ ਨਹੀਂ ਸੀ, ਵਾਟਰ ਵਿੱਚ ਨਹੀਂ ਸੀ, ਜੀ ਜੀ, ਗੋਲਫ 'ਚ ਸੀ, ਨੇਬਰਿੰਗ ਸਿਟੀਜ਼। ਜੀ। ਪਬਲਿਕ ਨੇ ਉਹਨੂੰ ਇਹ ਕੁਐਸਚਨ ਕੀਤਾ ਵੀ ਜਦੋਂ ਤੂੰ ਇਸ ਸਿਟੀ ਦੇ ਵਿੱਚ ਰਹਿੰਦਾ ਨਹੀਂ, ਜਦੋਂ ਤੂੰ ਇਸ ਸਿਟੀ ਦੇ ਇਸ ਕਨਸਟੀਟੂਐਂਸੀ ਦੇ ਵਿੱਚ ਤੇਰੀ ਕੋਈ ਇਨਵੋਲਵਮੈਂਟ ਨਹੀਂ ਹੈ, ਤੇਰੀ ਅਟੈਚਮੈਂਟ ਨਹੀਂ ਹੈ, ਤੇਰੀ ਕੋਈ ਇਨਵੈਸਟਮੈਂਟ ਨਹੀਂ ਹੈ ਇਸ ਕਮਿਊਨਿਟੀ ਦੇ ਵਿੱਚ, ਜੀ, why are you fighting the election from here? Why do you want to become a member of parliament? ਬਿਲਕੁਲ ਠੀਕ ਹੈ। ਯਾ ਉਹਦੇ ਕੋਲੇ ਜਵਾਬ ਨਹੀਂ ਸੀ ਤੇ ਉਹਨੂੰ ਸਿਰਫ ਇੰਨਾ ਕਹਿ ਕੇ ਉਹਨੇ ਵਿਚਾਰੇ ਨੇ ਆਪਣਾ ਖੜਾ ਛੁਡਾਇਆ, ਉਹਨੂੰ ਨੋਮੀਨੇਟ ਨਹੀਂ ਸੀ ਹੋਇਆ, ਨੋਮੀਨੇਸ਼ਨ ਵਿਨ ਨਹੀਂ ਸੀ ਕਰ ਸਕਿਆ। ਉਹਨੂੰ ਇਹ ਕਹਿ ਕੇ ਖੜਾ ਛੁਡਾਉਣਾ ਪਿਆ ਕਿ ਮੇਰੀ ਜਿਹੜੀ ਡੈਂਟਿਸਟ ਦੀ ਪ੍ਰੈਕਟਿਸ ਹੈ ਉਹ ਗੋਲਫ 'ਚ ਹੈ ਤੇ ਮੇਰੇ ਕੋਲੇ ਬਹੁਤ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਕਿਚਨਰ ਵਾਟਰਲੂ ਤੋਂ ਵੀ ਆਉਂਦੇ। ਬਿਲਕੁਲ, ਪਰ ਦੈਟ ਵਾਸ ਨਾਟ ਇਨਫ। ਦੈਟਸ ਨਾਟ ਇਨਫ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਕਿਉਂਕਿ ਇੱਥੇ ਲੋਕ ਕੁਐਸਚਨ ਕਰਦੇ ਆ ਨਾ ਸੰਧੂ ਸਾਹਿਬ, ਰੀਜ਼ਨ ਤਾਂ ਇਹੀ ਹੈ ਕਿ ਇੱਥੇ ਲੋਕ ਕੁਐਸਚਨ ਕਰਦੇ ਆ, ਉੱਥੇ ਕੁਐਸਚਨ ਨਹੀਂ ਕਰਦਾ ਕੋਈ। ਪਰ ਕੁਐਸਚਨ ਕਰਨ ਜੋਗੇ ਕਿਵੇਂ ਕਰਾਂਗੇ ਅਸੀਂ ਉਹਨਾਂ ਨੂੰ? ਜੀ, ਅਸੀਂ ਉਹਨਾਂ ਨੂੰ ਸਿਰਫ ਤਾਂ ਕਰ ਸਕਦੇ ਹਾਂ ਵੀ ਚਲੋ ਠੀਕ ਹੈ, ਸਾਨੂੰ ਸਰਕਾਰ ਨਹੀਂ ਸਾਨੂੰ ਐਜੂਕੇਸ਼ਨ ਦੇ ਰਹੀ, ਉਹ ਸਾਡੇ ਕਿੰਨੇ ਨੌਜਵਾਨ ਬੈਚਲਰਸ ਡਿਗਰੀ ਕਰਕੇ, ਮਾਸਟਰਸ ਡਿਗਰੀ ਕਰਕੇ, ਕੁਝ ਈਵਨ ਪੋਸਟ ਮਾਸਟਰਸ ਡਿਗਰੀ, PhD ਨਹੀਂ ਤਾਂ MPhil ਕਰਕੇ ਉਹ ਪਿੰਡਾਂ ਦੇ ਵਿੱਚ ਯਾਰ ਵਿਹਲੇ ਤੁਰੇ ਫਿਰਦੇ ਨੇ, ਉਹ ਕੋਲੇ ਕੱਛਦੇ ਨੇ, ਜਾ ਕੇ MA ਪਾਸ ਮੁੰਡੇ ਬਜ਼ੁਰਗਾਂ ਨਾਲ ਬੈਠ ਕੇ ਤਾਸ਼ ਖੇਡ ਕੇ ਘਰ ਨੂੰ ਮੁੜੇ ਆਉਂਦੇ ਨੇ। ਮੈਨੂੰ ਇੱਕ ਪਾਕਿਸਤਾਨੀਆਂ ਦਾ ਬੜਾ ਹਾਸੇ ਵਾਲੀ ਗੱਲ ਯਾਦ ਆ ਜਾਂਦੀ ਹੈ, ਉਹ ਕਿੱਧਰੋਂ ਆਇਆ ਰੋਟੀ ਖਾ ਕੇ, ਕਿੱਧਰ ਚੱਲਿਆ ਰੋਟੀ ਖਾਣ, ਤੇ ਅੱਜ ਕੀ ਕੀਤਾ, ਰੋਟੀ ਖਾਧੀ। ਤੁਸੀਂ ਯਾਰ ਨੌਜਵਾਨ ਹੋ, ਤੁਹਾਡੀ ਇੰਨੀ ਐਜੂਕੇਸ਼ਨ ਆ, ਤੁਸੀਂ ਆਪਦੇ ਬੱਚਿਆਂ ਨੂੰ ਸ਼ਾਮ ਨੂੰ ਇਕੱਠੇ ਹੋ ਕੇ ਟਿਊਸ਼ਨ ਨਹੀਂ ਪੜ੍ਹਾ ਸਕਦੇ? ਕਿਉਂ ਜ਼ੀ ਵਾਲੇ ਆ ਕੇ ਸਾਡੇ ਪਿੰਡਾਂ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਆ ਕੇ ਹਿੰਦੀ ਮਾਧਿਅਮ ਦੇ ਸਕੂਲ ਕਿਉਂ ਖੋਲ ਰਹੇ ਨੇ? ਜੀ 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 ਜੀ। ਆਰ ਵੀ ਬਲਾਈਂਡ? Can't we see the design? Yes. ਸੱਚੀ ਬਲਾਈਂਡ ਆ ਡਿਜ਼ਾਈਨ ਦਾ, ਸਾਨੂੰ ਸਮਝ ਨਹੀਂ ਲੱਗ ਰਿਹਾ। ਬਹੁਤ ਸੋਚਣ ਵਾਲੀ। ਜੀ ਜੀ ਤੇ ਲਿਖਿਆ ਹੋਇਆ ਤੁਹਾਡੀ ਬੋਲੀ ਚੇਂਜ ਕੀਤੀ ਜਾ ਰਹੀ ਹੈ, ਸੀ ਦਾ ਕੋਈ ਮਤਲਬ ਹੈ ਤੁਹਾਡੇ ਪੰਜਾਬ ਦੇ ਵਿੱਚ ਆ ਕੇ ਉਹ ਸਕੂਲ ਖੋਲ੍ਹਣਾ ਤੇ ਤੁਹਾਡੇ ਨੌਜਵਾਨ ਜੀ ਅਨਐਜੂਕੇਟਡ ਮਤਲਬ ਅਨਐਮਪਲੋਇਡ ਤੁਰੇ ਫਿਰਦੇ ਨੇ, ਉਹ ਆਪਦਾ ਸਕੂਲ ਵੀ ਨਹੀਂ ਖੋਲ ਸਕਦੇ ਯਾਰ ਪਿੰਡ 'ਚ। ਬਿਲਕੁਲ ਬਿਲਕੁਲ ਸਹੀ ਹੈ ਜੀ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ, ਅਗਰ ਮੈਂ ਭਾਵੁਕ ਹੋ ਜਾਣਾ। ਹਾਂਜੀ ਹਾਂਜੀ, ਨਹੀਂ ਕੋਈ ਗੱਲ ਨਹੀਂ ਜੀ। ਸਾਡੇ ਐਡੀਆਂ ਗੁਰਦੁਆਰਾ ਸਾਹਿਬ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ ਬਣਾਤੀਆਂ, ਜਪਜੀ ਸਾਹਿਬ ਨੂੰ ਸਵੇਰੇ 20 ਮਿੰਟ ਲੱਗਦੇ ਨੇ ਜੀ, ਰਹਿਰਾਸ ਸਾਹਿਬ ਨੂੰ ਸ਼ਾਮ ਨੂੰ 20 ਮਿੰਟ ਲੱਗਦੇ ਨੇ ਜੀ, ਬਾਕੀ ਦਾ ਟਾਈਮ ਉਹ ਗੁਰਦੁਆਰਾ ਸਾਹਿਬ ਨੂੰ ਤੁਸੀਂ ਐਜ਼ ਏ ਸਕੂਲ ਕਿਉਂ ਨਹੀਂ ਯੂਜ਼ ਕਰ ਸਕਦੇ? ਬਿਲਕੁਲ, ਕਿਉਂ ਨਹੀਂ ਤੁਸੀਂ ਉੱਥੇ ਬੱਚਿਆਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਰਿਕੁਐਸਟ ਕਰੋ, ਯਾਰ ਤੁਸੀਂ ਇਹਨਾਂ ਨੂੰ ਮੈਥ ਪੜਾਓ, ਕੋਈ ਮੈਥ ਦੀ MA ਕੀਤੀ ਹੋਈ ਹੈ, ਕਿਸੇ ਨੇ ਸਾਇੰਸ BSc ਕੀਤੀ ਹੋਈ, MSc ਕੀਤੀ ਹੋਈ ਹੈ, ਯਾਰ ਤੁਸੀਂ ਸਾਇੰਸ ਪੜਾਓ ਬੱਚਿਆਂ ਨੂੰ, ਤੁਸੀਂ ਵਿਹਲੇ ਹੋ, ਕੁਛ ਨਹੀਂ ਕਰਦੇ। ਬਿਲਕੁਲ, ਗੁਰਦੁਆਰਾ ਸਾਹਿਬ ਆਓ, ਨਾਲੇ ਤੁਸੀਂ ਇਹਨਾਂ ਬੱਚਿਆਂ ਨੂੰ ਪੜਾਓ ਇੱਥੇ, ਤੇ ਨਾਲੇ ਤੁਸੀਂ ਆਪਦਾ ਪ੍ਰਸ਼ਾਦਾ ਪਾਣੀ ਇੱਥੇ ਛਕੋ ਗੁਰਬਾਣੀ ਦੀ ਜਾਂ ਆਪਣੇ ਧਰਮ ਦੀ। ਮੈਂ ਪਰਸਨਲੀ ਬਹੁਤ ਧਾਰਮਿਕ ਬੰਦਾ ਨਹੀਂ ਹਾਂ ਜੀ, ਪਰ ਮੈਂ ਕਹਿੰਦਾ ਵੀ ਚਲੋ ਇਨਸੈਂਟਿਵ ਦਿਓ ਤਾਂ ਕਿ ਉਹ ਇਨਵੋਲਵ ਹੋਣ ਤੇ ਸਾਡੀ ਕੁਝ ਕੰਟਰੀਬਿਊਸ਼ਨ ਤੇ ਕਰਨ। ਐਨੀਵੇਜ਼ ਵੈਰੀ ਨਾਈਸ ਪ੍ਰੋਗਰਾਮ। ਥੈਂਕ ਯੂ, ਬੜੇ ਨੌਲੇਜਬਲ ਸੰਧੂ ਸਾਹਿਬ, ਬਹੁਤ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਜਦੋਂ ਤੁਸੀਂ ਕੋਈ ਗੱਲਬਾਤ ਸਾਂਝੀ ਕਰਦੇ ਹੋ, ਔਰ ਚੰਗਾ ਲੱਗਦਾ ਜੀ, ਕਿਉਂਕਿ ਰੀਜ਼ਨ ਇਹ ਹੈ ਕਿ ਜਦੋਂ ਆਪਾਂ ਇਨਪੁਟ ਪੈਂਦੀ ਆ ਨਾ ਜੀ, ਇਹ ਸਾਰੇ ਜਾਣਿਆਂ ਦਾ, ਅਸੀਂ ਨਹੀਂ ਆਪਣਾ ਸਾਰਿਆਂ ਦਾ ਰਲ ਮਿਲ ਕੇ ਪ੍ਰੋਗਰਾਮ ਆ, ਪਰ ਇਹ ਆ ਵੀ ਸਾਡੀ ਇੱਕੋ ਹੀ ਕੋਸ਼ਿਸ਼ ਆ ਸਾਰਿਆਂ ਦੀ ਰਲ ਕੇ ਕਿ ਵੀ ਕੁਛ ਨਾ ਕੁਛ ਇਹਦੇ ਵਿੱਚੋਂ ਜਿਹੜਾ ਰਿਜ਼ਲਟ ਆ ਉਹ ਨਿਕਲੇ, ਕੱਢੀਏ, ਤਾਂ ਕਿ ਜਿਹੜੇ ਬਾਕੀ ਲੋਕਾਂ ਤੱਕ ਇਹ ਗੱਲਬਾਤ ਪਹੁੰਚੇ, ਔਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਨਹੀਂ ਅਵੇਅਰ ਉਹਨਾਂ ਨੂੰ ਆਪਾਂ ਅਵੇਅਰ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਸ਼ੁਕਰੀਆ ਸਰ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ। ਹਾਂਜੀ ਠੀਕ ਹੈ ਜੀ, ਥੈਂਕ ਯੂ ਸੰਤ ਸਾਹਿਬ, ਬਹੁਤ ਸ਼ੁਕਰੀਆ ਜੀ। ਆਪਣੇ ਗੌਰਵ ਜੀ ਕੀ ਕਹਿਣਾ ਚਾਹੋਗੇ? ਸਾਰੀ ਗੱਲਬਾਤ ਔਰ ਬਾਕੀ ਇਹਨਾਂ ਨੇ ਡੀਟੇਲ ਦੇ ਵਿੱਚ ਕਰੀ ਹੈ, ਕਿ ਅਸਲ ਦੇ ਵਿੱਚ ਨਾ ਕੀ ਹੈ ਜੀ, ਗਰਾਊਂਡ ਲੈਵਲ ਤੋਂ ਉੱਥੇ ਜੇ ਕੋਈ ਸ਼ੁਰੂ, ਪਹਿਲੀ ਗੱਲ ਤਾਂ ਹੁੰਦੀ ਨਹੀਂ ਗੱਲ, ਅਗਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਰਨ ਨਹੀਂ ਦਿੰਦੇ। ਰੀਜ਼ਨ ਕੀ ਹੈ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਇੱਕ ਬੰਦਾ 5 ਵਾਰ ਮੁੱਖ ਮੰਤਰੀ ਬਣ ਗਿਆ ਤਾਂ ਸਾਡੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਘਰ ਕਰ ਗਈ ਕਿ ਉਹ ਤੋਂ ਵਧੀਆ ਕੈਂਡੀਡੇਟ ਹੋਰ ਕੋਈ ਹੋ ਹੀ ਨਹੀਂ ਸਕਦਾ। ਸੋ ਅਸੀਂ ਅੱਗੇ ਉਹਨਾਂ ਦੀਆਂ ਨਸਲਾਂ ਨੂੰ ਹੀ ਦੁਬਾਰਾ ਫਿਰ ਗੱਦੀਆਂ ਦੇ ਉੱਤੇ ਬਿਠਾਈ ਜਾਂਦੇ ਆ, ਔਰ ਸਾਡੇ ਕੋਲੇ ਚੁਆਇਸ ਨਹੀਂ। ਅਗਰ ਅਸੀਂ 5 ਸਾਡੇ ਕੋਲੇ ਸਾਹਮਣੇ ਗੁੰਡੇ ਹੀ ਖੜੇ ਨੇ ਤਾਂ 5 ਗੁੰਡਿਆਂ ਦੇ ਵਿੱਚ ਹੀ ਸਾਨੂੰ ਇੱਕ ਚੁਣਨਾ ਪੈਣਾ। ਸੋ ਫਿਰ ਅਸੀਂ ਕਿਸ ਹਿਸਾਬ ਦੇ ਨਾਲ ਅੱਗੇ ਸੋਚ ਸਕਦੇ ਹਾਂ ਕਿ ਵੀ ਸਾਡੀ ਜਿਹੜੀ ਇਹ ਕੰਟਰੀ ਆ ਕਿਸ ਤਰੀਕੇ ਦੇ ਨਾਲ ਤਰੱਕੀ ਕਰੂਗੀ। ਬਿਲਕੁਲ ਵਾਜਿਬ ਕਿਹਾ ਉਹਨਾਂ ਨੇ, ਬਿਲਕੁਲ ਹੁੰਦਾ ਵੀ ਇਸ ਤਰ੍ਹਾਂ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ
ਕਮਲ ਜੀ ਹੁੰਦਾ ਕੀ ਹੈ ਕਿ ਇਹ ਸਾਡੇ ਦਿਮਾਗ ਦੇ ਵਿੱਚ ਸਾਡੇ ਜ਼ਿਹਨ 'ਚ ਪਾਈ ਜਾਂਦੀਆਂ ਇਹ ਇੱਕ ਡੈਲੀਬਰੇਟ ਡਿਜ਼ਾਈਨਸ ਨੇ ਕਿ ਸਾਡੇ ਮਨਾਂ ਦੇ ਵਿੱਚ ਪਾਈ ਜਾਂਦੀਆਂ ਤਾਂ ਕਿ ਅਸੀਂ ਉਸ ਚੀਜ਼ ਦੇ ਉੱਪਰ ਚੱਲੀਏ, ਉਸ ਨੂੰ ਬਿਲੀਵ ਕਰੀਏ, ਉਸ ਦੇ ਉੱਪਰ ਵਿਸ਼ਵਾਸ ਕਰੀਏ ਕਿ ਹਾਂ ਇਹੀ ਠੀਕ ਹੈ। ਜਦਕਿ ਇਹ ਚੀਜ਼ ਅਜਿਹੀ ਨਹੀਂ ਹੋਣੀ ਚਾਹੀਦੀ। ਬਿਲਕੁਲ ਠੀਕ ਉਹਨਾਂ ਨੇ ਕਿਹਾ ਕਿ ਮਤਲਬ ਕਿ ਅਗਰ ਤੁਸੀਂ ਚੋਣਾਂ ਦੀ ਜਿਹੜੀ ਤਿਆਰੀ ਹੈ ਉਸ ਨੂੰ 1.5 2 ਸਾਲ ਪਹਿਲੇ ਕਰੋ। ਕੈਂਡੀਡੇਟਸ ਜਿਹੜੇ ਆ ਉਹ ਛੰਨੀ ਲੱਗ ਕੇ ਉੱਪਰ ਆਣ, ਆਪਣੀ ਕਾਬਲੀਅਤ ਦੇ ਨਾਲ ਉੱਪਰ ਆਣ, ਹਲਕੇ ਵਾਈਜ਼ ਉੱਪਰ ਆਣ, ਲੋਕਾਂ 'ਚ ਪਬਲਿਕ ਡਿਬੇਟ ਹੋਵੇ, ਪਾਰਟੀਆਂ ਆਪਣੇ ਪੱਧਰ ਦੇ ਉੱਪਰ ਡਿਬੇਟ ਕਰਵਾਉਣ, ਆਪਣੇ ਕੈਂਡੀਡੇਟਸ ਦਾ ਫੀਡਬੈਕ ਲੈਣ ਆਪਣੇ ਵੱਲੋਂ, ਤਾਂ ਫਿਰ ਜਿਹੜਾ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੋਏਗਾ, ਜਿਹੜਾ ਸਭ ਤੋਂ ਵਧੀਆ ਕਾਬਿਲ ਬੰਦਾ ਹੋਏਗਾ, ਉਸ ਨੂੰ ਟਿਕਟ ਜਿਹੜੀ ਹੈ ਦਿੱਤੀ ਜਾਏ ਤੇ ਲੋਕਾਂ 'ਚ ਖੜਾ ਕੀਤਾ ਜਾਏ। ਅਸਲੀ ਲੜਾਈ ਤਾਂ ਫਿਰ ਤਾਂ ਹੁੰਦੀ ਹੈ। ਪਰ ਹੁਣ ਅਗਰ ਆਪਣੇ ਪੰਜਾਬ ਦੇ ਮਸਲੇ ਇਹਨਾਂ ਨੇ ਡਿਬੇਟਸ ਦੀ ਗੱਲ ਕੀਤੀ ਹੈ, ਮੈਂ ਥੋੜਾ ਜਿਹਾ ਉਹਦੇ ਚ ਐਡ ਕਰੂੰਗਾ ਜੀ, ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਲਾਸਟ ਈਅਰ ਦੇ ਜਿੰਨੇ ਸਾਡੇ ਇੱਥੇ ਸਾਡੇ MPP ਦੀਆਂ ਇਲੈਕਸ਼ਨਸ ਹੁੰਦੀਆਂ ਨੇ, ਸੋ ਉਹਦੇ ਵਿੱਚ ਸੰਸਥਾਵਾਂ ਵੱਲੋਂ ਜਿਹੜੀ ਹੈਗੀ ਆ, ਜਿਹੜੀਆਂ ਬ੍ਰੌਡਕਾਸਟ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ, ਸੋ ਉਹਨਾਂ ਦੇ ਵੱਲੋਂ ਡਿਬੇਟਸ ਕਰਵਾਈਆਂ ਜਾਂਦੀਆਂ ਨੇ ਔਰ ਉਹ ਪਬਲਿਕ ਕੀਤੀਆਂ ਜਾਂਦੀਆਂ ਨੇ ਡਿਬੇਟ ਕਰਕੇ। ਉਤੋਂ ਸਾਰਾ ਕਲੀਅਰ ਹੋ ਜਾਂਦਾ ਕਿ ਕਿਹੜੇ ਬੰਦੇ ਨੂੰ ਕਿੰਨੀ ਕੁ ਨੌਲੇਜ ਆ, ਕਿਹੜਾ ਸਾਡੇ ਲਈ ਕੰਮ ਕਰ ਸਕਦਾ ਜਾਂ ਨਹੀਂ ਕਰ ਸਕਦਾ, ਤਾਂ ਲੋਕ ਉੱਥੋਂ ਅੰਦਾਜ਼ਾ ਜਿਹੜਾ ਤੁਹਾਡੇ ਸਾਹਮਣੇ ਹੀ ਲਾ ਲੈਂਦੇ ਨੇ ਕਿ ਅਸੀਂ ਕਿਸ ਬੰਦੇ ਨੂੰ ਚੁਣ ਕੇ ਭੇਜਣਾ। ਸੋ ਉਸ ਤਰ੍ਹਾਂ ਦੀਆਂ ਡਿਬੇਟਸ ਔਰ ਵਾਕਿਆ ਹੀ ਹੋਣੀਆਂ ਚਾਹੀਦੀਆਂ ਨੇ। ਪਰ ਗੱਲ ਤਾਂ ਇਹ ਹੈ ਕਿ ਵੀ ਇੱਥੇ ਤਾਂ ਟਿਕਟਾਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਮਨਪਸੰਦ ਦਿਆਂ ਨੂੰ, ਜਿਵੇਂ ਸੰਧੂ ਸਾਹਿਬ ਨੇ ਗੱਲ ਕੀਤੀ ਹੈ ਕਿ ਜਾਂ ਤਾਂ 2-2 4-4 ਕਰੋੜ ਰੁਪਈਆ ਲੈ ਕੇ ਵੰਡ ਦੇਣੀਆਂ ਨੇ ਜਾਂ ਆਪਣੇ ਚਹੇਤਿਆਂ ਨੂੰ ਵੰਡ ਦੇਣੀਆਂ ਨੇ, ਔਰ ਜਿਹੜਾ ਪੈਸਾ ਦੇ ਕੇ ਆਪਣੀ ਸੀਟ ਲਊਗਾ ਤਾਂ ਫਿਰ ਉਹ ਡੈਫੀਨੇਟਲੀ ਉਹਨੇ ਪੈਸਾ ਉਹ ਲੋਕਾਂ ਨੂੰ ਜਿਹੜਾ ਹੈਗਾ ਜੀ ਉੱਥੋਂ ਹੀ ਕਮਾਉਣਾ। ਜੀ ਕੀ ਕਹਿਣਾ ਚਾਹੁੰਦੇ ਸੀਗੇ ਤੁਸੀਂ? ਅੱਗੇ ਆਪਾਂ ਫਿਰ ਵਧਦੇ ਹੁੰਦੇ ਆ। ਸੋ ਕਿਤੇ ਨਾ ਕਿਤੇ ਜਾ ਕੇ ਰਾਸ਼ਟਰਪਤੀ ਰਾਜ ਦੀਆਂ ਸੰਭਾਵਨਾਵਾਂ ਦੇ ਬਾਰੇ ਵੀ ਗੱਲ ਕੀਤੀ ਹੈ ਸਿੱਧੂ ਸਾਹਿਬ ਨੇ ਪੰਜਾਬ ਦੇ ਵਿੱਚ। ਬਿਲਕੁਲ, ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਤੇ ਕਿਤੇ ਨਾ ਕਿਤੇ ਇਹ ਜਿਹੜਾ ਬਿਆਨ ਹੈ ਪੰਜਾਬ 'ਚ ਵੈਸੇ ਵੀ ਅਜਿਹੀ ਜਿਹੜੀਆਂ ਗੱਲਾਂ ਨੇ ਉਹ ਸਾਹਮਣੇ ਆ ਰਹੀਆਂ, ਕਿਤੇ ਨਾ ਕਿਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਪੈਦਾ ਕਰਕੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਰਾਸ਼ਟਰਪਤੀ ਸ਼ਾਸਨ ਜਿਹੜਾ ਲਗਵਾਉਣ ਦੀਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਆ ਰਹੀਆਂ ਨੇ। ਕਿਉਂਕਿ ਨਿਰੰਤਰ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਾਂ ਉਹਨਾਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉਹ ਮੋਗਾ ਗਏ ਸੀਗੇ, ਉੱਥੇ ਜਿਹੜਾ ਹੈ ਔਰ ਕਿਸਾਨਾਂ ਨੇ ਘੇਰ ਲਿੱਤਾ। ਦੂਜੇ ਪਾਰਟੀ ਦੇ ਆਗੂ ਜਾ ਰਹੇ, ਉਹਨਾਂ ਨੂੰ ਘੇਰ ਰਹੇ ਨੇ ਕਿਸਾਨ, ਤੇ ਹਾਲਾਂਕਿ ਸ਼ਾਂਤੀਪੂਰਵਕ ਹੁੰਦਾ ਹੈ। ਤੇ ਤੀਕਸ਼ਣ ਸੂਦ ਦਾ ਜਿਹੜਾ ਮਾਮਲਾ ਹੈ ਉਹ ਵੀ ਦਰਸ਼ਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਜਿਹੜੇ ਸੀਗੇ ਉਹ ਉਹਨਾਂ ਦੇ ਘਰ ਪਹੁੰਚ ਗਏ ਤੇ ਉੱਥੇ ਵੀ ਜਿਹੜਾ ਹੈਗਾ ਆਪਸੀ ਭਿੜੰਤ ਹੋ ਗਈ ਕਿਤੇ ਨਾ ਕਿਤੇ। ਤੇ ਇਹ ਚੀਜ਼ਾਂ ਕਰਕੇ ਲੱਗ ਰਿਹਾ ਹੈ ਕਿ ਪੁਲਿਸ ਜਿਹੜੀ ਹੈ ਸੰਭਾਲ ਨਹੀਂ ਪਾ ਰਹੀ, ਲਾਅ ਐਂਡ ਆਰਡਰ ਨੂੰ ਸੰਭਾਲ ਨਹੀਂ ਪਾ ਰਹੀ। ਤੇ ਇਹ ਚੀਜ਼ਾਂ ਜਦੋਂ ਥਰੂ ਗਵਰਨਰ ਜਦੋਂ ਕੇਂਦਰ 'ਚ ਜਾਣਗੀਆਂ ਤਾਂ ਉਦੋਂ ਫਿਰ ਡਿਸੀਜਨ ਲਿੱਤਾ ਜਾਏਗਾ ਕਿ ਕੀ ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਉਹ ਜਿਹੜੀ ਹੈ ਰਾਜ ਭਾਗ ਸਹੀ ਤਰੀਕੇ ਨਾਲ ਨਹੀਂ ਸੰਭਾਲ ਪਾ ਰਹੀ ਤੇ ਲਿਹਾਜ਼ਾ ਕਿ ਇੱਥੇ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ। ਇਹ ਗੱਲਾਂ ਇੱਥੋਂ ਹੀ ਪੈਦਾ ਹੁੰਦੀਆਂ ਕਿ ਜਿਹੜੇ ਗਵਰਨਰ ਨੇ ਪੰਜਾਬ ਦੇ VP ਸਿੰਘ ਬਦਨੌਰ, ਉਹਨਾਂ ਨੇ ਚੀਫ ਸੈਕਟਰੀ ਅਤੇ DGP ਨੂੰ ਸੱਦਿਆ ਸੀਗਾ, ਸੰਬੰਧ ਕੀਤਾ ਸੀਗਾ ਕਿ ਤੁਸੀਂ ਆ ਕੇ ਮੈਨੂੰ ਦੱਸੋ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਉੱਪਰ ਹਮਲੇ ਕਿਉਂ ਹੋ ਰਹੇ ਆ, ਜੀ ਤੁਹਾਡੇ ਕੋਲ ਸੰਭਾਲਿਆ ਨਹੀਂ ਜਾ ਰਿਹਾ, ਤੁਹਾਡੇ ਕੋਲ ਐਡੂਕੇਟ ਫੋਰਸਿਸ ਨਹੀਂ ਹੈ, ਕਿ ਬਾਇਸਡ ਕੰਮ ਤਾਂ ਨਹੀਂ ਹੋ ਰਿਹਾ। ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਗਵਰਨਰ ਸਾਹਿਬ ਨੇ ਦੋਨਾਂ ਤੋਂ ਪੁੱਛੀਆਂ, ਉਸ ਨੂੰ ਰਿਟੈਲੀਏਟ ਕੀਤਾ ਕੈਪਟਨ ਸਾਹਿਬ ਨੇ ਤੇ ਕਿਹਾ ਕਿ BJP ਨੂੰ ਅਜਿਹੇ ਹੱਥਕੰਡੇ ਨਹੀਂ ਅਪਣਾਉਣੇ ਚਾਹੀਦੇ, ਕਿ ਗਵਰਨਰ ਦੇ ਥਰੂ ਅਜਿਹੀ ਗੇਮ ਨਹੀਂ ਕਰਨੀ ਚਾਹੀਦੀ। ਅਗਰ ਗਵਰਨਰ ਸਾਹਿਬ ਨੇ ਕੁਝ ਪੁੱਛਣਾ ਹੈ ਤਾਂ ਮੇਰੇ ਅਫਸਰਾਂ ਦੀ ਥਾਂ ਤੇ ਮੈਨੂੰ ਬੁਲਾ ਕੇ ਪੁੱਛਿਆ ਜਾਵੇ, ਮੈਂ ਹਰ ਚੀਜ਼ ਦਾ ਜਵਾਬ ਦੇ ਦੂੰਗਾ। ਸੋ ਇਹ ਵੀ ਚੀਜ਼ਾਂ ਚੱਲ ਰਹੀਆਂ ਹੈਗੀਆਂ ਤੇ ਪੰਜਾਬ 'ਚ ਜਿਹੜਾ ਮਾਹੌਲ ਹੈ ਇਸ ਤਰੀਕੇ ਦਾ ਵੀ ਬਣਾ ਕੇ ਦੱਸਣ ਦੀ ਜਿਹੜੀ ਕੋਸ਼ਿਸ਼ ਵੀ ਹੋ ਰਹੀ ਹੈ। ਦੇਖੋ ਕਿਤੇ ਨਾ ਕਿਤੇ ਜਾ ਕੇ ਦਾ ਮਤਲਬ ਇਹ ਆ ਕਿ ਬਈ ਉਸ ਚੀਜ਼ ਦੇ ਉੱਤੇ ਜਿਹੜਾ ਹੈਗਾ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਚਾਹੇ ਹੁਣ ਤੱਕ ਜਿੰਨੀ ਵੀ ਇਹ ਮੂਵਮੈਂਟ ਚੱਲੀ ਆ ਜਾਂ ਚੱਲ ਰਹੀ ਆ ਸ਼ਾਂਤੀਪੂਰਵਕ ਚੱਲ ਰਹੀ ਆ, ਪਰ ਉਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਟਵਿਸਟ ਕਰਕੇ ਤੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਹੈਗਾ ਜੀ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਕਿਆਸ ਰਾਈਆਂ ਨੇ, ਜਾਂ ਜਿਹੜਾ ਉਹ ਜਿਹਾ ਮਾਹੌਲ ਆ ਉਹ ਕਿਤੇ ਨਾ ਕਿਤੇ ਜਾ ਕੇ ਜਿਹੜਾ ਕ੍ਰੀਏਟ ਆ ਕਰਨ ਦੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਸੋ ਬਹੁਤ ਵੱਡੀ ਗੇਮ ਆ ਜੀ ਜਿਹੜੀ ਬੈਕ ਦੇ ਉੱਤੇ ਚੱਲਦੀ ਆ, ਜਿਸ ਨੂੰ ਹਜੇ ਤੱਕ ਅਸੀਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਸਮਝੇ ਨਹੀਂ ਪਾਏ ਹੈਗੇ ਕਿ ਕੀ ਇਸ ਚੀਜ਼ ਦਾ ਹੋਣਾ। ਸੋ ਬਾਕੀ ਲੈਟਸ ਸੀ ਕਿ ਕੀ ਜਿਹੜਾ ਆਉਣ ਵਾਲਾ ਸਮਾਂ ਹੋਏਗਾ ਜੀ। ਤੇ ਬੁਢਲਾਡਾ ਦੇ ਵਿੱਚ ਹਰਸਿਮਰਤ ਉਹਨਾਂ ਦਾ ਜਿਹੜਾ ਹੈਗਾ ਜੀ ਉਹ ਵੀ ਕਿਤੇ ਨਾ ਕਿਤੇ ਜਾ ਕੇ ਵਿਰੋਧ ਆ ਜਿਹੜਾ ਕੀਤਾ ਗਿਆ, ਔਰ ਨਾਲ ਦੀ ਨਾਲ CM ਦੀ ਚੋਣ ਦੇ ਵਿੱਚੋਂ ਸੁਖਬੀਰ ਬਾਦਲ ਨੇ ਕਹਿੰਦੇ ਜੀ ਉਹ ਵੀ ਦੌੜ ਦੇ ਵਿੱਚੋਂ ਬਾਹਰ ਹੋ ਰਹੇ ਨੇ। ਸੋ ਦੋਨਾਂ ਖਬਰਾਂ ਦੇ ਉੱਪਰ ਆਪਾਂ ਗੱਲਬਾਤ ਆ ਜੀ ਥੋੜੀ ਡਿਟੇਲ ਦੇ ਵਿੱਚ ਕਰਦੇ ਹਾਂ। ਇਸ ਨੂੰ ਆਪਾਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਮਨ ਜੀ ਕਿ ਦੇਖੋ ਅਕਾਲੀ ਦਲ ਹਾਲਾਂਕਿ ਹੁਣ ਕੇਂਦਰ ਦੀ ਵਜ਼ੀਰੀ ਛੱਡ ਕੇ ਕਿਸਾਨਾਂ ਦੇ ਹੱਕਾਂ 'ਚ ਨਿਤਰਿਆ ਹੋਇਆ ਹੈ, ਉਹਨਾਂ ਦੇ ਹੱਕ 'ਚ ਖੜਾ ਦਿਖਾਈ ਦੇ ਰਿਹਾ, ਬਿਆਨ ਆ ਰਹੇ ਨੇ ਉਹਨਾਂ ਵੱਲੋਂ। ਥੋੜ੍ਹੇ ਦਿਨ ਪਹਿਲੇ ਜਿਹੜਾ ਇੱਕ ਸਮਾਗਮ ਵੀ ਕਰਵਾਇਆ ਗਿਆ, ਸ਼ਰਧਾਂਜਲੀਆਂ ਦਿੱਤੀਆਂ ਗਈਆਂ ਜਿਹੜੇ ਕਿਸਾਨ ਜਿਹੜੇ ਚਲੇ ਗਏ ਆ, ਮ੍ਰਿਤਕ ਪਰਿਵਾਰਾਂ ਨੂੰ ਬੁਲਾਇਆ ਗਿਆ।
ਤੇ ਹਰਸਿਮਰਤ ਬਾਦਲ ਦਾ ਦੌਰਾ ਸੀਗਾ ਬੁਢਲਾਡੇ ਦੇ ਨੇੜੇ 4-5 ਪਿੰਡਾਂ ਦਾ, ਜਿੱਥੇ ਜਾ ਕੇ ਜਿਹੜੇ ਕਿਸਾਨ ਚਲੇ ਗਏ ਨੇ, ਦੁਨੀਆ 'ਚ ਨਹੀਂ ਰਹੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਗੱਲਬਾਤ ਕਰਨ ਦਾ। ਅਤੇ ਇਹ ਗੱਲਬਾਤ ਕਰਨ ਦਾ ਸਿਲਸਿਲੇ ਦੇ ਬਾਰੇ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਤੇ ਕਿਸਾਨਾਂ ਨੇ ਘੇਰਾਬੰਦੀ ਕਰ ਲਿੱਤੀ। ਹਰਸਿਮਰਤ ਬਾਦਲ ਨੂੰ 4 ਪਿੰਡਾਂ ਦਾ ਦੌਰਾ ਜਿਹੜਾ ਕੈਂਸਲ ਕਰਨਾ ਪਿਆ, ਉੱਥੋਂ ਉਹਨਾਂ ਨੂੰ ਬਠਿੰਡਾ ਵਾਪਸ ਆਉਣਾ ਪਿਆ। ਹੁਣ ਇਹ ਤਾਂ ਚਲੋ ਵਿਰੋਧ ਹੋ ਗਿਆ ਭਾਰਤੀ ਜਨਤਾ ਪਾਰਟੀ ਦਾ, ਅਤੇ ਹੁਣ ਅਕਾਲੀ ਦਲ ਦਾ ਵੀ ਵਿਰੋਧ ਹੋ ਰਿਹਾ। ਥੋੜੇ ਦਿਨਾਂ ਪਹਿਲੇ ਸੁਖਬੀਰ ਬਾਦਲ ਉਹਨਾਂ ਦੇ ਪਤੀ ਹੈ, ਉਹਨਾਂ ਦਾ ਵੀ ਵਿਰੋਧ ਹੋਇਆ ਸੀਗਾ। ਪਰ ਦੂਜੇ ਪਾਸੇ ਹੁਣ ਸੁਖਬੀਰ ਬਾਦਲ ਦੀ ਅਗਰ ਗੱਲ ਕਰੀਏ, ਕਿਤੇ ਨਾ ਕਿਤੇ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ, ਉਹਨਾਂ ਹਾਲਾਤਾਂ ਦੇ ਵਿੱਚ, ਕਿਉਂਕਿ ਅਕਾਲੀ ਦਲ ਵੈਸੇ ਹੀ ਅੰਦਰੋਂ ਕਮਜ਼ੋਰ ਹੋ ਚੁੱਕੀ ਹੈ, ਅਕਾਲੀ ਦਲ ਟਕਸਾਲੀ ਬਣ ਗਈ, ਢੀਂਡਸਾ ਸਾਹਿਬ ਵੈਸੇ ਅਲੱਗ ਹੋ ਗਏ, ਉਹਨਾਂ ਹਾਲਾਤਾਂ ਦੇ ਵਿੱਚ ਇੱਕ ਮਜ਼ਬੂਤ ਚਿਹਰਾ ਜਿਹੜਾ ਹੈਗਾ ਇਹਨਾਂ ਨੂੰ ਪੇਸ਼ ਕਰਨਾ ਪਏਗਾ। ਤੇ ਮੁੜ ਤੋਂ ਜਿਹੜਾ ਹੈਗਾ ਪਾਰਟੀ ਦੇ ਅੰਦਰੋਂ ਜਿਹੜੇ ਸੁਰ ਆ ਰਹੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੂੰ ਮੁੜ ਤੋਂ ਜਿਹੜਾ ਹੈ ਸੀਐਮ ਦਾ ਚਿਹਰਾ ਬਣਾ ਕੇ ਪਾਰਟੀ ਉਤਾਰ ਸਕਦੀ ਹੈ। ਔਰ ਕਿਤੇ ਨਾ ਕਿਤੇ ਜਾ ਕੇ ਤੇ ਹਜੇ ਵੀ ਬਾਦਲ ਆਪਾਂ ਕਹੀਏ ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਿਤੇ ਨਾ ਕਿਤੇ ਜਾ ਕੇ ਕੀਤੀ ਜਾ ਸਕਦੀ ਹੈ, ਕਿਉਂਕਿ ਉਹ ਰੁੱਸਿਆਂ ਨੂੰ ਮਨਾਉਣ ਦੇ ਵਿੱਚ ਮਾਹਰ ਨੇ। ਸੋ ਜਿਹੜਾ ਲਾਸਟ ਵਾਲਾ ਪੱਤਾ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਜਾ ਕੇ ਖੇਡਣ ਦੀ ਤਿਆਰੀ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਚੱਲ ਰਹੀ ਆ। ਸੋ ਮੋਗਾ ਦੇ ਵਿੱਚ ਅਸ਼ਵਨੀ ਸ਼ਰਮਾ ਦਾ ਜਿਹੜਾ ਘਰਾਓ ਕੀਤਾ, ਆਪਾਂ ਗੱਲ ਕੀਤੀ ਆ ਡਿਸਕਸ। ਸੋ ਬਾਕੀ ਜਿਹੜੇ ਇਹ ਹੁਣ ਬੀਜੇਪੀ ਦੇ ਲੀਡਰ ਨੇ, ਸੋ ਇਹਨਾਂ ਦੀ ਰਾਈਟ ਨੂੰ ਕੀ ਬਿਆਨ ਕਿ ਸੇਮ ਹੀ ਆ ਰਹੇ ਨੇ ਜੋ ਉੱਪਰੋਂ ਆ ਰਹੇ ਨੇ ਕਿ ਜੀ ਜਾਂ ਕੋਈ ਨਾ ਕੋਈ ਚੇਂਜਸ ਕਿਤੇ ਕੋਈ ਨਜ਼ਰ ਆਈ ਹੈ? ਕਿਉਂਕਿ ਰਹਿਣਾ ਦਾ ਗਰਾਊਂਡ ਦੇ ਵਿੱਚ, ਜਿਸ ਤਰ੍ਹਾਂ ਗੱਲ ਕਰ ਰਹੇ ਸੀਗੇ ਸੰਧੂ ਸਾਹਿਬ, ਰਹਿਣਾ ਦੇ ਵਿੱਚ ਗਰਾਊਂਡ ਦੇ ਵਿੱਚ ਹੁਣ ਇਹਨਾਂ ਲੋਕਾਂ ਨੇ ਰਹਿਣਾ, ਗਰਾਊਂਡ ਰਿਐਲਿਟੀ ਤਾਂ ਇਹਨਾਂ ਨੂੰ ਪਤਾ ਕਿ ਕੀ ਹੈਗੀ ਆ। ਇਹਨਾਂ ਵੱਲੋਂ ਹਜੇ ਤੱਕ ਉਹੀ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਜਾਂ ਕਿਸੇ ਨੇ ਆਪਣਾ ਥੋੜਾ ਬਹੁਤਾ ਬਿਆਨ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਕਦੇ ਕੋਈ ਦਿੱਤਾ ਜਾਂ ਹਾਦਾ ਨਾਦਾ ਮਾਰਿਆ ਜਾਂ ਨਹੀਂ? ਮਨੋਰੰਜਨ ਕਾਲੀਆ ਜਿਹੜੇ ਕਿ ਜਲੰਧਰ ਤੋਂ ਨੇ, ਕਿਤੇ ਨਾ ਕਿਤੇ ਉਹ ਥੋੜੇ ਸੌਫਟ ਦਿਖਾਈ ਦੇ ਰਹੇ। ਜਿਵੇਂ ਆਪਾਂ ਗੱਲ ਵੀ ਕੀਤੀ ਸੀ, ਕਿਤੇ ਨਾ ਕਿਤੇ ਕਿਸੇ ਕੜੀ ਨੂੰ ਸੌਫਟ ਬਣਨਾ ਪੈਣਾ। ਜਿਵੇਂ ਕਿ ਜਿਆਣੀ ਸਾਹਿਬ ਵੀ ਜਿਹੜੇ ਆ ਉਹ ਵੀ ਸੌਫਟ ਦਿਖਾਈ ਦਿੰਦੇ ਆ, ਉਹ ਵੀ ਅਜਿਹੀ ਕੜੀ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਅਜੀਤ ਗਰੇਵਾਲ ਬਿਲਕੁਲ ਹੀ ਜਿਹੜਾ ਹੈਗਾ ਕਿਸਾਨਾਂ ਦੇ ਜਿਹੜਾ ਹੈ ਕਿਸਾਨਾਂ ਨੂੰ ਲੱਗਦਾ ਕਿ ਸਾਡੇ ਅਗੇਂਸਟ ਗੱਲ ਕਰ ਰਹੇ ਆ। ਸੋ ਅਜਿਹੇ ਬਿਆਨ ਜਿਹੜੇ ਆ ਰਹੇ ਨੇ। ਅਸ਼ਵਨੀ ਸ਼ਰਮਾ ਜਿਹੜੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹ ਹੁਣ ਕਿਉਂਕਿ ਸਿਕਿਉਰਿਟੀ ਜ਼ਿਆਦਾ ਮਿਲ ਗਈ ਉਹਨਾਂ ਪਰ ਜਦੋਂ ਅਟੈਕ ਹੋਇਆ ਸੀਗਾ ਟੋਲ ਤੇ ਹੁਣ ਉਹ ਸਿਕਿਉਰਿਟੀ ਨੂੰ ਉਹਦੇ ਸਹਾਰੇ ਕਹਿ ਲਓ ਜਾਂ ਉਸਦੇ ਨਾਲ ਜਿਹੜਾ ਹੈ ਪੰਜਾਬ 'ਚ ਜਾ ਰਹੇ ਨੇ। ਰੂਟੀਨ ਜਿਵੇਂ ਜਾਂਦੇ ਨੇ ਵੱਖ-ਵੱਖ ਆਗੂ, ਤੇ ਜਿੱਥੇ ਪਹੁੰਚਦੇ ਨੇ ਉੱਥੇ ਫਿਰ ਕਿਸਾਨ ਪਹੁੰਚ ਜਾਂਦੇ ਨੇ, ਉੱਥੇ ਫਿਰ ਉਹਨਾਂ ਦਾ ਵਿਰੋਧ ਹੁੰਦਾ, ਤੇ ਫਿਰ ਉੱਥੇ ਜਾ ਕੇ ਕਿਹਾ ਜਾਂਦਾ ਕਿ ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਗੁੰਡਾ ਰਾਜ ਹੈਗਾ, ਇਹ ਗਲਤ ਤਰੀਕਾ ਹੈਗਾ, ਇਹ ਜਿਹੜੇ ਉਕਸਾਵੇ ਦੇ ਵਿੱਚ ਆ ਕੇ ਜਿਹੜਾ ਕੰਮ ਹੁੰਦਾ। ਕਿਤੇ ਨਾ ਕਿਤੇ ਕਿਸਾਨਾਂ ਨੂੰ ਪਲੋਸਣ ਦਾ ਕੰਮ ਵੀ ਕੀਤਾ ਜਾਂਦਾ। ਕੇਂਦਰ 'ਚ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ। ਦੇਖੋ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਪਹਿਲਾ ਪੁਆਇੰਟ, ਕਿਸਾਨਾਂ ਨੂੰ ਜਾਣ ਬੂਝ ਕੇ ਅਜਿਹੇ ਕੁਰਾਹੇ ਤੇ ਪਾਇਆ ਜਾ ਰਿਹਾ ਹੈ। ਇਹ ਕਿਸਾਨ ਤਾਂ ਸਾਰੇ ਸਮਝਦਾਰ ਨੇ, ਪਰ ਇਹਨਾਂ ਦੇ ਪਿੱਛੇ ਸਿਆਸੀ ਪਾਰਟੀਆਂ ਬੈਠੀਆਂ, ਵਿਰੋਧੀ ਪਾਰਟੀ ਬੈਠੀਆਂ ਜਿਹੜਾ ਕਿ ਇਹਨਾਂ ਨੂੰ ਖਰਾਬ ਕਰ ਰਹੀਆਂ ਹੈਗੀਆਂ। ਸੋ ਕਿਸਾਨਾਂ ਨੂੰ ਵੀ ਆਪਣੇ ਪਾਲੇ 'ਚ ਰੱਖਣਾ, ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਵੀ ਨਹੀਂ ਲੈਣੇ ਹੈਗੇ ਆ, ਤੇ ਕਿਤੇ ਨਾ ਕਿਤੇ ਇਹ ਦੱਸਣਾ ਕਿ ਅਸੀਂ ਤੁਹਾਡੇ ਨਾਲ ਹੈਗੇ ਹਾਂ। ਬਿਲਕੁਲ। ਔਰ ਅਗਰ ਤਾਂ ਟਾਵਰ ਨੂੰ ਕਿਸੇ ਦੇ ਨੂੰ ਕੋਈ ਕੰਪਨੀ ਦੇ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਉਹ ਜਿਹੜਾ ਹੈਗਾ ਜੀ ਲਾ ਐਂਡ ਆਰਡਰ ਆ ਜਿਹੜਾ ਉਹਨੂੰ ਬ੍ਰੇਕ ਕਰਨ ਦੀ ਗੱਲ ਕੀਤੀ ਜਾਂਦੀ ਆ। ਪਰ ਜਦੋਂ ਆਪ ਦੇ ਵੱਲੋਂ ਬੈਰੀਕੇਡ ਲਾਏ ਜਾਂਦੇ ਨੇ, ਹਾਈਵੇਜ਼ ਪੱਟੇ ਜਾਂਦੇ ਨੇ, ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ, ਸੋ ਉਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਲੱਗਦਾ ਕਿ ਵੀ ਅਸੀਂ ਸਹੀ ਕਰ ਰਹੇ ਹਾਂ। ਸੋ ਉਹ ਲਾ ਐਂਡ ਆਰਡਰ ਆ ਜਿਹੜਾ ਕਿਤੇ ਨੇ ਬ੍ਰੇਕ ਨਹੀਂ ਹੋ ਰਿਹਾ। ਸੋ ਇਹ ਜਿਹੜੀ ਡਬਲ ਨੀਤੀ ਆ, ਡਬਲ ਗੇਮ ਆ, ਉਹ ਸਾਡੇ ਸਾਹਮਣੇ ਹੀ ਆ ਜਿਹੜੀ ਗਵਰਨਮੈਂਟ ਵੱਲੋਂ ਪਲੇ ਕੀਤੀ ਜਾ ਰਹੀ ਹੈ। ਜੀ, ਮੋਬਾਈਲ ਟਾਵਰ ਤੁਸੀਂ ਗੱਲ ਕੀਤੀ, ਤੇ ਅੱਜ ਰਿਲਾਇੰਸ ਇੰਡਸਟਰੀ ਜਿਹੜੀ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਹੈਗੀ ਹੈ, ਉਸਨੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਅਪਰੋਚ ਕੀਤਾ ਹੈਗਾ। ਉੱਥੇ ਜਿਹੜੀ ਹੈ ਰਿਟ ਫਾਈਲ ਕੀਤੀ ਹੈ ਅਤੇ ਕਿਹਾ ਕਿ ਸਾਡੇ ਜਿਹੜੇ ਮੁਲਾਜ਼ਮ ਨੇ, ਸਾਡੀ ਜਿਹੜੀ ਸੰਪਤੀਆਂ ਹੈਗੀਆਂ ਨੇ ਪੰਜਾਬ ਹਰਿਆਣੇ ਦੇ ਵਿੱਚ, ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਸਨੂੰ ਯਕੀਨੀ ਬਣਾਇਆ ਜਾਏ, ਜਿਹੜਾ ਕਿ ਸਰਕਾਰ ਦਾ ਮੁੱਢਲਾ ਫਰਜ਼ ਹੈਗਾ। ਸੋ ਦੂਜੇ ਪਾਸੇ ਰਿਲਾਇੰਸ ਨੇ ਇੱਕ ਬਿਆਨ ਵੀ ਜਾਰੀ ਕੀਤਾ। ਉਹਨਾਂ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਕਿਸਾਨ ਵੀ ਸਾਡੇ ਨਾਲ ਹੈਗੇ ਆ, ਤੇ ਕਿਸਾਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਰਿਲਾਇੰਸ ਇੰਡਸਟਰੀ ਜਿਹੜੀ ਹੈਗੀ ਆ, ਜਿਹੜੀ ਕੰਟਰੈਕਟ ਫਾਰਮਿੰਗ ਹੈਗੀ ਆ, ਉਸ ਖੇਤਰ ਦੇ ਵਿੱਚ ਬਿਲਕੁਲ ਨਹੀਂ ਜਾਏਗੀ, ਨਾ ਹੀ ਉਹ ਪੰਜਾਬ ਦੇ ਵਿੱਚ ਕੋਈ ਜ਼ਮੀਨਾਂ ਖਰੀਦਣਗੇ। ਸੋ ਲਿਹਾਜ਼ਾ ਕਿਸਾਨ ਜਿਹੜੇ ਨੇ ਨਿਸ਼ਚਿੰਤ ਹੋ ਜਾਣ, ਨਾ ਤਾਂ ਰਿਲਾਇੰਸ ਕੰਟਰੈਕਟ ਫਾਰਮਿੰਗ ਕਰੇਗੀ, ਨਾ ਹੀ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਪੰਜਾਬ 'ਚ ਖਰੀਦੇਗੀ। ਅਸੀਂ ਕਿਸਾਨਾਂ ਦੇ ਨਾਲ ਹੈ।
ਬਿਲਕੁਲ ਗੱਲਾਂ ਬਾਤਾਂ ਤਾਂ ਚਲੋ ਹਜੇ ਕਿਸੇ ਨਾ ਕਿਸੇ ਤਰੀਕੇ ਨਾਲ ਕਰਨੀ ਹੀ ਨੇ, ਕਿਉਂਕਿ ਹਰ ਬੰਦਾ ਐਂਟਰ ਕਰਨ ਤੋਂ ਪਹਿਲਾਂ ਇਹ ਗੱਲਾਂ ਬਾਤਾਂ ਕਰਦਾ। ਸੋ ਜੋ ਅਗਰ ਤੁਸੀਂ ਚੁੱਪ ਚੁੱਪੀ ਤੇ ਬੈਠ ਕੇ ਕਾਨੂੰਨ ਬਣਵਾ ਸਕਦੇ ਹੋ ਜਾਂ ਬਣਾ ਸਕਦੇ ਹੋ ਤਾਂ ਫਿਰ ਬਾਅਦ ਦੇ ਵਿੱਚੋਂ ਕੀ ਉਮੀਦ ਆ ਜਾਂ ਕੀ ਹੋਏਗਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਇਹਦੇ ਬਾਰੇ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਨਹੀਂ। ਸੋ ਇਸੇ ਕਰਕੇ ਜਿਹੜੇ ਕਿਸਾਨ ਨੇ ਇੰਨੇ ਮਹੀਨਿਆਂ ਤੋਂ ਬੈਠੇ ਨੇ, ਅਗਰ ਉਹਨਾਂ ਨੂੰ ਇਹ ਤੁਹਾਡੀਆਂ ਗੱਲਾਂ ਸਮਝ ਨਾ ਹੁੰਦੀਆਂ ਜਾਂ ਤੁਹਾਡੇ ਹਿਸਾਬ ਨਾਲ ਪਤਾ ਹੁੰਦਾ ਤਾਂ ਹੁਣ ਨੂੰ ਉਹ ਆਪਣਾ ਜਿਹੜਾ ਇਹ ਸਾਰਾ ਚੱਕ ਲੈਂਦੇ, ਆਪਣੀ ਐਜੀਟੇਸ਼ਨ ਜਿਹੜੀ ਕਰ ਰਹੇ ਨੇ। ਉਹਨਾਂ ਨੂੰ ਸਭ ਪਤਾ ਤੁਹਾਡੀ ਆਉਣ ਵਾਲੇ ਜਿਹੜੇ ਤੁਹਾਡੇ ਮਨਸੂਬੇ ਨੇ ਉਹ ਕੀ ਨੇ, ਉਹ ਤੁਹਾਡੇ ਤੋਂ ਲੋਕ ਜਾਣੂਏ ਨੇ, ਕਿਉਂਕਿ ਤੁਸੀਂ ਸਾਰੇ ਜਿਹੜਾ ਹੈਗਾ ਜੀ ਭਾਰਤ ਦੇ ਉੱਤੇ ਕਬਜ਼ਾ ਕਰ ਲਿਆ। ਸਾਰੇ ਜਿੰਨੇ ਉਹਨਾਂ ਦੇ ਬਿਜ਼ਨਸ ਸੀਗੇ ਉਹਨਾਂ ਦੇ ਉੱਤੇ ਤੁਸੀਂ ਕਬਜ਼ੇ ਕਰ ਲਏ ਨੇ। ਸੋ ਉਹ ਤੁਹਾਡੇ ਤੋਂ ਕੋਈ ਲੁਕੀਆਂ ਛਿਪੀਆਂ ਗੱਲਾਂ ਬਾਤਾਂ ਨਹੀਂ ਹੈਗੀਆਂ ਆਮ ਪਬਲਿਕ ਤੋਂ। ਸੋ ਰਾਈਟ ਨਾਓ ਜਿਹੜੇ ਬਾਰਡਰਸ ਨੇ ਜੀ, ਆਪਾਂ ਖਾਸ ਕਰਕੇ ਜਿਹੜੇ ਜ਼ਿਆਦਾ ਮੇਨ ਜਿੱਥੇ ਜ਼ਿਆਦਾ ਸਾਡੇ ਲੋਕ ਬੈਠੇ ਨੇ ਉਹ ਸ਼ਿੰਗੂ ਬਾਰਡਰ ਔਰ ਟਿਕਰੀ ਬਾਰਡਰ ਦੀ ਜਿਹੜੀ ਗੱਲਬਾਤ ਆ ਉਹ ਹੁੰਦੀ ਆ। ਸੋ ਉਹਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰ ਲਈਏ ਕਿ ਹੌਸਲਾ ਵਧਾਉਣ ਦੇ ਲਈ ਗੱਤਕਾ ਪ੍ਰਦਰਸ਼ਨ ਨੇ ਜਿਹੜੇ ਉਹ ਵੀ ਹੋ ਰਹੇ ਨੇ ਸ਼ਿੰਗੂ ਬਾਰਡਰ ਦੇ ਉੱਤੇ, ਔਰ ਨਾਲ ਦੀ ਨਾਲ ਜਿਹੜੇ ਬੇਸਿਕ ਨੈਸੈਸਿਟੀਜ਼ ਦੀ ਆਪਾਂ ਗੱਲ ਕਰੀਏ ਕਿ ਬਾਕੀ ਸਾਰੀਆਂ ਬੇਸਿਕ ਨੈਸੈਸਿਟੀਜ਼ ਨੇ ਜਿਹੜੀਆਂ ਉੱਥੇ ਸਾਰੀਆਂ ਪਹੁੰਚ ਰਹੀਆਂ ਨੇ। ਵੈਸੇ ਤਾਂ ਆਪਾਂ ਵੀਡੀਓਜ਼ ਦੇ ਵਿੱਚ ਦੇਖਦੇ ਆ, ਪਰ ਫਿਰ ਵੀ ਆਪਾਂ ਉਹਦੇ ਬਾਰੇ ਅਪਡੇਟ ਕਰ ਦਈਏ ਕਿ ਗੀਜ਼ਰਸ ਵਗੈਰਾ ਨੇ ਜਿਹੜੇ ਉਹ ਵੀ ਉੱਥੇ ਦੇਸੀ ਜੁਗਾੜ ਲਾ ਕੇ ਪਹੁੰਚ ਚੁੱਕੇ ਨੇ। ਸੋ ਸਾਰਾ ਕੁਝ ਉੱਥੇ ਅਵੇਲੇਬਲ ਉਹਨਾਂ ਨੂੰ ਮਿਲ ਰਿਹਾ ਜਿੰਨੇ ਸਾਡੇ ਦੋਸਤ ਉੱਥੇ ਬੈਠੇ ਨੇ। ਬਿਲਕੁਲ ਉਹਨਾਂ ਤੱਕ ਮੁਹੱਈਆ ਕਰਵਾਉਣ ਦੀ ਕੋਸ਼ਿਸ਼ਾਂ ਵੱਖ-ਵੱਖ NGOs ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹ ਵੀ ਮਦਦ ਕਰ ਰਹੀਆਂ ਨੇ। ਕਿਸ ਤਰੀਕੇ ਦੇ ਨਾਲ ਜਿਹੜਾ ਵੇਸਟ ਹੈਗਾ ਉਸ ਵੇਸਟ ਦਾ ਵੀ ਇਸਤੇਮਾਲ ਕਰਕੇ ਜਿਹੜਾ ਹੈ ਗਰਮ ਪਾਣੀ ਵੱਖ-ਵੱਖ ਤਰ੍ਹਾਂ ਦੀ ਉੱਥੇ ਵਰਤੋਂ ਦੇ ਲਈ ਜਿਹੜਾ ਇਸਤੇਮਾਲ ਹੋਣਾ ਉਹ ਵੀ ਜਿਹੜਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਤਾਂ ਕਿ ਜਿਹੜਾ ਕਿ ਉੱਥੇ ਇੰਨੇ ਲੱਖਾਂ ਲੋਕ ਬੈਠੇ ਆ ਤਾਂ ਉਹਨਾਂ ਦਾ ਜਿਹੜਾ ਵੇਸਟ ਹੈ ਉਸ ਦਾ ਵੀ ਇਸਤੇਮਾਲ ਕੀਤਾ ਜਾ ਸਕੇ ਤਾਂ ਜਿਹੜੀ ਨੀਡ ਹੈ ਉਹ ਵੀ ਜਿਹੜੀ ਫੁੱਲਫਿਲ ਕੀਤੀ ਜਾ ਸਕੇ। ਦੂਜੇ ਪਾਸੇ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਆਈ ਹੈ ਕਮਨ ਜੀ, ਅੱਜ ਵੀ ਬਾਰਿਸ਼ ਸੀਗੀ, ਪਿਛਲੇ 2-3 ਦਿਨਾਂ ਤੋਂ ਲਗਾਤਾਰ ਉੱਥੇ ਮੀਂਹ ਪੈ ਰਿਹਾ ਤੇ ਇਸ ਮੀਂਹ ਨੇ ਬਹੁਤ ਜ਼ਿਆਦਾ ਜਿਹੜਾ ਹੈ ਨੁਕਸਾਨ ਪਹੁੰਚਾਇਆ। ਉੱਥੇ ਵੱਡੇ ਪੈਮਾਨੇ ਦੇ ਉੱਪਰ ਜਿੰਨੇ ਵੀ ਬਿਸਤਰੇ ਪਏ ਸੀਗੇ ਉਹ ਸਾਰੇ ਗਿੱਲੇ ਹੋ ਗਏ ਉੱਥੇ ਤੇ ਠੰਡ ਬਹੁਤ ਜ਼ਿਆਦਾ ਹੈਗੀ ਹੈ। ਮੀਂਹ ਨੇ ਵੀ ਬਹੁਤ ਜ਼ਿਆਦਾ ਨੁਕਸਾਨ ਉੱਥੇ ਇਸ ਕਰਕੇ ਵੀ ਕੀਤਾ ਹੈਗਾ ਕਿਉਂਕਿ ਸਾਰੇ ਜ਼ਿਆਦਾਤਰ ਜਿਹੜਾ ਜਿੰਨੇ ਵੀ ਪ੍ਰੋਗਰਾਮ ਸੀਗੇ ਉਹ ਓਪਨ 'ਚ ਹੀ ਹੋ ਰਹੇ ਸੀਗੇ ਕਿਉਂਕਿ ਉੱਥੇ ਕੋਈ ਸ਼ੈਲਟਰ ਨਹੀਂ ਹੈਗੇ, ਕਿਉਂਕਿ ਇੱਥੇ ਜਿਹੜੇ ਹੈ ਛੋਟੇ ਜਿਹੜੇ ਤੰਬੂ ਲਗਾਏ ਹੈ, ਜਿਹੜੇ ਟੈਂਟ ਲਗਾਏ ਹੈਗੇ ਆ ਉਹ ਜ਼ਿਆਦਾਤਰ ਵਾਟਰਪ੍ਰੂਫ ਵੀ ਨਹੀਂ ਸੀਗੇ। ਇਹ ਵੀ ਨੁਕਸਾਨ ਹੋਇਆ। ਹੁਣ ਕਿਤੇ ਨਾ ਕਿਤੇ ਜਿਵੇਂ ਬਾਰਿਸ਼ ਆ ਰਹੀ ਹੈ, ਹੁਣ ਅੱਗੇ ਤਰੇਲ ਪੈਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਵਾਟਰਪ੍ਰੂਫਿੰਗ ਜਿਹੜੀ ਹੈਗੀ ਹੈ ਉਸ ਦੇ ਉੱਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਵਿਚਾਰਾਂ ਕਰ ਰਹੀਆਂ ਕਿ ਵਾਟਰਪ੍ਰੂਫਿੰਗ ਟੈਂਟਾਂ ਦੀ ਜ਼ਰੂਰ ਹੋਵੇ ਹਾਈਵੇਜ਼ ਦੇ ਉੱਪਰ, ਕਿਉਂਕਿ ਮੀਂਹ ਬਹੁਤ ਜ਼ਿਆਦਾ ਪਿਆ, ਲਗਾਤਾਰ ਪਿਆ ਤੇ ਉਸ ਕਰਕੇ ਪਾਣੀ ਵੀ ਜਿਹੜਾ ਖੜਾ ਹੋ ਗਿਆ। ਜਿੱਥੇ ਕਿਸਾਨਾਂ ਨੇ ਆਪਣੇ ਜਿਹੜੇ ਡੇਰੇ ਲਾਏ ਹੋਏ ਸੀਗੇ ਉਹ ਸਾਰੀ ਜਗ੍ਹਾ ਪਾਣੀ ਹੋ ਗਈ ਤਾਂ ਇਸ ਦਾ ਵੀ ਨੁਕਸਾਨ ਹੋਇਆ। ਸੋ ਵੱਡੇ ਪੈਮਾਨੇ ਤੇ ਨੁਕਸਾਨ ਹੋਇਆ ਹੈ ਤੇ ਮੌਸਮ ਵਿਭਾਗ ਦਾ ਵੀ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਸ਼ੀਤ ਲਹਿਰ ਹੋਰ ਵਧੇਗੀ ਕਿਉਂਕਿ ਪਹਾੜਾਂ ਦੇ ਵਿੱਚ ਅਪਰ ਹਾਈਟਸ ਤੇ ਬਰਫ਼ ਵਾਹਵਾ ਪਾਈ ਗਈ ਹੈ ਤੇ ਨੀਚੇ ਜਿਹੜੀ ਹੈ ਕੜਾਕੇ ਦੀ ਠੰਡ ਆਉਣ ਵਾਲੇ ਦਿਨਾਂ 'ਚ ਪੈਣੀ ਹੈ। ਜੀ ਬਿਲਕੁਲ। ਔਰ ਲਾਸਟ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਜੀ ਕਰੋਨਾ ਦੀ, ਕਿਉਂਕਿ ਕਰੋਨਾ ਦੀ ਜਿਹੜੀ ਵੈਕਸੀਨ ਆ ਉਹ ਵੀ ਕਿਤੇ ਨਾ ਕਿਤੇ ਆ ਵੀ ਗਈ ਆ ਔਰ ਵੈਕਸੀਨੇਸ਼ਨ ਸ਼ੁਰੂ ਵੀ ਹੋ ਗਈ ਆ, ਪਰ ਹਜੇ ਵੱਖੋ ਵੱਖਰੇ ਜਿਹੜੇ ਗੱਲਾਂ ਬਾਤਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿੰਨੇ ਕੁ ਲੋਕਾਂ ਨੂੰ ਲੱਗੀ ਆ। ਸੋ ਜ਼ਰੂਰ ਇੰਡੀਆ ਦੇ ਵਿੱਚ ਕੀ ਜਿਹੜਾ ਹੈਗਾ ਜੀ ਵੈਕਸੀਨ ਦਾ ਰਾਈਟ ਨਾਓ ਪੋਜੀਸ਼ਨ ਔਰ ਜਿਹੜਾ ਬਿਆਨ ਆ ਰਹੇ ਨੇ ਕਿ ਕਰੋਨਾ ਦੇ ਟੀਕੇ ਦੇ ਉੱਪਰ ਜਿਹੜੀ ਸਿਆਸੀ ਹਲਚਲ ਆ ਜਿਹੜੀ ਉਹ ਵੀ ਹੋਈ ਆ, ਸੋ ਉਹਦੇ ਬਾਰੇ ਜ਼ਰੂਰ ਅਪਡੇਟ ਕਰ ਦਈਏ। ਬਿਲਕੁਲ ਕਮਨ ਜੀ, ਹਾਲੇ ਡਰਾਈ ਰਨ ਚੱਲ ਰਿਹਾ, ਵੈਕਸੀਨ ਜਿਹੜੀ ਹੈਗੀ ਹੈ ਉਹ ਸ਼ੁਰੂ ਨਹੀਂ ਹੋਈ ਹੈ ਲੱਗਣੀ ਤੇ ਉਸ ਦੇ ਉੱਪਰ ਜਿਹੜਾ ਹੈ ਪੂਰਾ ਕੰਮ ਚੱਲ ਰਿਹਾ ਹੈ। ਦੂਜੇ ਪਾਸੇ ਭਾਰਤ ਸਰਕਾਰ ਨੇ ਡਰੱਗ ਕੰਟਰੋਲ ਅਥਾਰਟੀ ਆਫ ਇੰਡੀਆ ਨੇ ਜਿਹੜਾ ਹੈ ਐਮਰਜੈਂਸੀ ਅਪਰੂਵਲ ਦਿੱਤੀਆਂ ਹੈਗੀਆਂ 2 ਵੈਕਸੀਨ ਨੂੰ, ਕੋਵੀਸ਼ੀਲਡ ਤੇ ਇੱਕ ਦੂਸਰੀ ਵੈਕਸੀਨ ਹੈਗੀ ਹੈ ਕੋਵੈਕਸਿਨ। ਇਹਨਾਂ ਨੂੰ ਐਮਰਜੈਂਸੀ ਇਸਤੇਮਾਲ ਦੇ ਲਈ ਦਿੱਤਾ ਹੈ। ਇਹਨਾਂ ਦਾ ਜਿਹੜੇ ਟਰਾਇਲ ਹੈ ਉਹ ਤੀਜੇ ਫੇਜ਼ ਦੇ ਵਿੱਚ ਚੱਲਦੇ ਪਏ ਹੈਗੀ ਹੈ, ਪਰ ਇਸ ਨੂੰ ਲੈ ਕੇ ਹੁਣ ਸਿਆਸਤ ਵੀ ਗਰਮ ਆ ਗਈ ਹੈ। ਕਈ ਥਾਵਾਂ ਦੇ ਉੱਪਰ ਰਿਪੋਰਟਸ ਆਈਆਂ ਕਿ ਇਹ ਵੈਕਸੀਨ ਜਿਹੜੀ ਹੈਗੀ ਹੈ ਇਹਦੇ ਸਾਈਡ ਇਫੈਕਟਸ ਹੋ ਸਕਦੇ ਆ। ਹੁਣ ਕਈ ਪਾਰਟੀਆਂ ਖਾਸ ਤੌਰ ਤੇ ਪਰ ਕਾਂਗਰਸ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜਾ ਹਾਲੇ 3rd ਟਰਾਇਲ ਜਿਹੜਾ ਫੇਜ਼ 'ਚ ਚੱਲਦਾ ਪਿਆ ਉਹ ਹਾਲੇ ਪੂਰਾ ਹੀ ਨਹੀਂ ਹੋਇਆ ਤੇ ਇੰਨੀ ਜਲਦੀ ਦੇ ਵਿੱਚ ਉਸ ਨੂੰ ਕਿਉਂ ਦਿੱਤਾ ਗਿਆ, ਕਿਉਂਕਿ ਕੁਝ ਖਬਰਾਂ ਜਿਹੜੋ ਮੈਕਸੀਕੋ ਤੋਂ ਵਰਲਡ ਵਾਈਡ ਹੋਰ ਵੀ ਆਈਆਂ ਕਿ ਇਹਨਾਂ ਦੇ ਸਾਈਡ ਇਫੈਕਟਸ ਵੀ ਹੋਏ ਨੇ ਕਿਉਂਕਿ ਕੁਝ ਦੂਜੀ ਕਮਿਊਨਿਟੀ ਨੇ ਕਿਹਾ ਕਿ ਸ਼ਾਇਦ ਨਪੁੰਸਕ ਬਣਾ ਦਿੰਦੇ ਆ, ਕੁਝ ਹੋਰ ਕਰ ਦਿੰਦਾ। ਬੜੇ ਸਾਰੇ ਲੋਕਾਂ ਦੇ ਵਿੱਚ ਅਜਿਹੀਆਂ ਚੀਜ਼ਾਂ, ਹਾਲਾਂਕਿ ਸਰਕਾਰ ਨੇ ਸਾਰੀ ਚੀਜ਼ਾਂ ਨੂੰ ਕਿਹਾ ਦਰਕਨਾਰ ਕਰ ਦਿੱਤਾ ਕਿ ਸਾਰੀਆਂ ਗਲਤ ਨੇ, ਪਰ ਇਹ ਜਿਹੜੇ ਖਦਸ਼ੇ ਨੇ ਇਹਨਾਂ ਨੂੰ ਦੂਰ ਕਰਨਾ ਲਾਜ਼ਮੀ ਹੈ। ਵਿਰੋਧੀ ਪਾਰਟੀਆਂ ਦਾ ਖਾਸ ਤੌਰ ਤੇ ਇਹ ਕਹਿਣਾ ਹੈਗਾ ਕਿਉਂਕਿ ਅਜੇ 3rd ਫੇਜ਼ ਦਾ ਟਰਾਇਲ ਚੱਲ ਰਿਹਾ, ਉਸ ਨੂੰ ਪੂਰਾ ਹੋਣ ਤੋਂ ਬਾਅਦ ਉਹਦੇ ਰਿਜ਼ਲਟ ਤੋਂ ਬਾਅਦ ਹੀ ਜਿਹੜਾ ਅਪਰੂਵਲ ਦਿੱਤਾ ਜਾ ਸਕੇ ਤਾਂ ਕਿ ਲੋਕਾਂ ਲਈ ਸੇਫ ਹੋਵੇ।
ਕੁਝ ਪਾਰਟੀਆਂ ਇਹ ਵੀ ਕਹਿ ਰਹੀਆਂ ਜਿਵੇਂ ਬਾਕੀ ਮੁਲਕਾਂ ਦੇ ਜਿਹੜੇ ਮੁਖੀ ਨੇ, ਸਭ ਤੋਂ ਪਹਿਲੇ ਉਹ ਆਪਣੇ ਉੱਪਰ ਜਿਹੜਾ ਹੈ ਇਸਤੇਮਾਲ ਕਰਦੇ ਨੇ ਤਾਂ ਕਿ ਲੋਕਾਂ ਤੇ ਭਰੋਸਾ ਵੱਧ ਸਕੇ, ਤੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਵੀ ਪਹਿਲਾਂ ਇਹ ਟੀਕਾ ਜਾਂ ਇਹ ਵੈਕਸੀਨ ਜਿਹੜੀ ਲਗਵਾਉਣੀ ਚਾਹੀਦੀ ਹੈ। ਬਿਲਕੁਲ ਲਗਵਾਉਣੀ ਚਾਹੀਦੀ ਹੈ ਜੀ, ਔਰ ਜ਼ਰੂਰੀ ਹੈ ਕਿਉਂਕਿ ਲੋਕਾਂ ਦੇ ਵਿੱਚ ਟਰਸਟ ਤਾਂ ਹੀ ਬਣਨਾ, ਔਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਅਵੇਅਰਨੈਸ ਆ ਉਹ ਵੀ ਕ੍ਰੀਏਟ ਕਰਨ ਦੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਜ਼ਰੂਰਤ ਆ, ਕਿਉਂਕਿ ਕਿਤੇ ਨਾ ਕਿਤੇ ਜਾ ਕੇ ਅਵੇਅਰਨੈਸ ਦੀ ਕਮੀ ਜ਼ਰੂਰ ਆ, ਕਿਉਂਕਿ ਇਸ ਚੀਜ਼ ਤੋਂ ਨਿਜਾਤ ਪਾਉਣ ਦੇ ਲਈ, ਇਸ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਤਾਂ ਵੈਕਸੀਨੇਸ਼ਨ ਲੈਣੀ ਤਾਂ ਜ਼ਰੂਰੀ ਹੈਗੀ ਆ ਡੈਫੀਨੇਟਲੀ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਇੱਕ ਬੰਦਾ ਕਿੰਨੇ ਜਣਿਆਂ ਨੂੰ ਜਿਹੜਾ ਹੈਗਾ ਅੱਗੇ ਇਨਫੈਕਟ ਕਰਦਾ। ਸੋ ਉਹ ਚੀਜ਼ ਤਾਂ ਆਪਾਂ ਨੂੰ ਆਪਣੇ ਜ਼ਿਹਨ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਰੱਖਣੀ ਪਊਗੀ। ਸੋ ਹੋਰ ਗੌਰਵ ਜੀ ਕੁਝ ਅਪਡੇਟ ਕਰਨੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਰੈਪ ਅਪ ਕਰਦੇ ਹਾਂ ਜੀ ਅੱਜ ਦਾ ਪ੍ਰੋਗਰਾਮ। ਬਿਲਕੁਲ ਜੀ, ਮੇਨ ਤਾਂ ਦੇਖੋ ਜੋ ਸੀਗੀ ਕਿ ਵੈਕਸੀਨ ਨੂੰ ਲੈ ਕੇ ਦੇਸ਼ ਦੇ ਵਿੱਚ ਜੋ ਕਿ ਦੂਜਾ ਪੱਖ ਵੀ ਚੱਲ ਰਿਹਾ ਕਿ ਵੈਕਸੀਨ ਕਿੰਨੀ ਸੇਫ ਹੈਗੀ ਹੈ, ਵੈਕਸੀਨ ਕਿੰਨੇ ਦੀ ਹੋਏਗੀ। ਸਰਕਾਰ ਨੇ ਇਹ ਜ਼ਰੂਰ ਕਲੀਅਰ ਕਰ ਦਿੱਤਾ ਕਿ ਵੈਕਸੀਨ ਫਿਲਹਾਲ ਜਿਹੜੀ ਆਏਗੀ ਲੋਕਾਂ ਲਈ ਫ੍ਰੀ ਹੋਏਗੀ, ਪਰ ਕੁਝ ਇਹ ਸਮੇਂ ਦੇ ਲਈ ਹੋਏਗੀ ਕਿ ਕਿੰਨੇ ਸਮੇਂ ਤੱਕ ਉਹਨਾਂ ਨੇ ਫ੍ਰੀ ਦੇਣੀ ਹੈਗੀ ਹੈ। ਪਰ ਜਦੋਂ ਇਹ ਫ੍ਰੀ ਵਾਲਾ ਪੀਰੀਅਡ ਮੁੱਕ ਜਾਏਗਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਜਦੋਂ ਲਗਵਾਉਣੀ ਪਏਗੀ, ਜਿਹੜੀਆਂ ਵੀ ਕੰਪਨੀਆਂ ਸਰਕਾਰ ਨੂੰ ਦੇਣਗੀਆਂ ਕੋਈ ਵੱਡੇ ਪੈਮਾਨੇ ਤੇ ਕਰੋੜਾਂ ਡੋਜ਼ਸ ਦੇਣੀਆਂ ਉਹਨਾਂ ਨੇ, ਤੇ ਉਹ ਸਸਤੀ ਸਰਕਾਰ ਨੂੰ ਡਿਲੀਵਰ ਹੋਏਗੀ। ਪਰ ਜਦੋਂ ਉਹ ਪ੍ਰਾਈਵੇਟਲੀ ਵੇਚਣਗੀਆਂ ਕੰਪਨੀਆਂ ਨੂੰ, ਤੁਹਾਡੇ ਆਪਣੇ ਫਾਰਮੇਸੀ ਜਾਂ ਕੈਮਿਸਟਾਂ ਦੀ ਦੁਕਾਨਾਂ ਤੇ ਪਹੁੰਚਣਗੀਆਂ, ਉਹਨਾਂ ਦੇ ਵੱਖਰੇ ਰੇਟ ਅਕੋਰਡਿੰਗ ਟੂ ਦਾ ਕੰਪਨੀਆਂ ਦੇ ਮੁਤਾਬਕ ਹੋਣਗੇ। ਪਰ ਉਹ ਟਾਈਮ ਜਿਹੜਾ ਹੈਗਾ ਹੈ ਕਿ ਅਗਲੇ ਸਾਲ ਦਾ ਇਹੀ ਲਾਸਟ ਸਟੇਜ ਆ ਜਾਏਗੀ, ਜੂਨ ਜੁਲਾਈ ਤੋਂ ਬਾਅਦ ਤੱਕ ਦਾ ਜਿਹੜਾ ਸਮਾਂ ਹੋਏਗਾ। ਬਿਲਕੁਲ। ਸੋ ਦੋਸਤੋ, ਇਹ ਸੀ ਅੱਜ ਦਾ ਨਿਊਜ਼ ਸੈਸ਼ਨ ਪੰਜਾਬ ਪੁਆਇੰਟ ਸੋ ਸਫਰ ਟੀਵੀ ਦੇ ਉੱਪਰ। ਸੋ ਇਹ ਆਪਣਾ 2021 ਦਾ ਪਹਿਲਾ ਪ੍ਰੋਗਰਾਮ ਸੀਗਾ। ਸੋ ਕੋਸ਼ਿਸ਼ ਕਰਦੇ ਹੁੰਦੇ ਆ ਤੁਹਾਡੇ ਤੱਕ ਕਿ ਜਿੰਨੀਆਂ ਵੀ ਲੇਟੈਸਟ ਅਪਡੇਟਸ ਨੇ ਉਹ ਲੈ ਕੇ ਆਈਏ, ਔਰ ਨਾਲ ਦੀ ਨਾਲ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਕਿ ਅੱਗੇ ਜਿਹੜੀ ਇਹ ਮੂਵਮੈਂਟ ਚੱਲ ਰਹੀ ਆ ਉਹਦਾ ਕੀ ਰਿਜ਼ਲਟ ਆ ਸਾਡੇ ਸਾਹਮਣੇ ਆਏਗਾ। ਔਰ ਨਾਲ ਦੀ ਨਾਲ ਅਵਤਾਰ ਉਹਨਾਂ ਦਾ ਔਰ ਸੰਧੂ ਸਾਹਿਬ ਦਾ ਕਾਲਸ ਕਰਦੇ ਹੋ ਤੁਸੀਂ, ਤੁਹਾਡਾ ਵੀ ਸਾਰਿਆਂ ਦਾ ਦੋਸਤੋ ਬਹੁਤ ਸ਼ੁਕਰੀਆ। ਔਰ ਜਿੰਨੇ ਦੋਸਤ ਸਾਡੇ ਫੇਸਬੁੱਕ ਦੇ ਉੱਪਰ ਜੁੜੇ ਸੀ ਉਹਨਾਂ ਦਾ ਵੀ ਬਹੁਤ ਧੰਨਵਾਦ। ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਅਗਰ ਸੇਫ ਡਰਾਈਵ ਨਹੀਂ ਕਰਦੇ, ਸੇਫ ਖੜ ਕੇ ਕਿਤੇ ਕਾਲ ਕਰ ਸਕਦੇ ਹੋ ਤਾਂ ਲਾਈਵ ਜਿਹੜੀ ਕਾਲ ਆ ਉਹ ਜ਼ਰੂਰ ਕਰਿਆ ਕਰੋ। ਸਾਨੂੰ ਵੀ ਜਿਹੜੇ ਤੁਹਾਡੇ ਵਿਚਾਰ ਨੇ ਉਹਨਾਂ ਦਾ ਬਹੁਤ ਜ਼ਿਆਦਾ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਆਪਣੇ ਮਨ ਦੇ ਵਿੱਚ ਇਸ ਮੂਵਮੈਂਟ ਬਾਰੇ ਕੀ ਸੋਚਦੇ ਹੋ। ਔਰ ਸਾਡੇ ਪੂਰੀ ਦੀ ਪੂਰੀ ਟੀਮ, ਸਫਰ ਟੀਵੀ ਦੀ ਟੀਮ ਵੱਲੋਂ ਇਹੀ ਅਰਦਾਸ ਕਰਦੇ ਆ, ਇਹੀ ਦੁਆ ਕਰਦੇ ਆ ਸਾਰਿਆਂ ਦੇ ਲਈ ਕਿ ਜਿਹੜਾ 2021 ਆ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਹੋਵੇ। ਔਰ ਜਿਹੜੇ ਸਾਡੇ ਕਿਸਾਨ ਭਰਾ ਸੜਕਾਂ ਦੇ ਉੱਤੇ ਬੈਠੇ ਨੇ ਉਸ ਦਾ ਹੱਲ ਆ ਜਿਹੜਾ ਛੇਤੀ ਤੋਂ ਛੇਤੀ ਨਿਕਲੇ ਔਰ ਉਹ ਵੀ ਆਪਣੇ ਘਰਾਂ ਦੇ ਵਿੱਚ ਪਰਤਣ। ਸੋ ਤੁਹਾਡਾ ਸਾਰਿਆਂ ਦਾ ਅਗੇਨ ਬਹੁਤ ਸ਼ੁਕਰੀਆ। ਸਾਰਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।